ਹਾਲੇਲੂਇਆ। खुदा ਦਾ ਸ਼ੁਕਰ ਕਰਦੇ ਹਾਂ। ਫਿਰ ਉਹਨੇ ਇੱਕ ਮੌਕਾ ਦਿੱਤਾ ਕਿ ਅਸੀਂ ਦੁਬਾਰਾ ਉਹਦੀ ਹਜ਼ੂਰੀ ਵਿੱਚ ਆਈਏ ਔਰ ਉਹਦੀ ਨੇਕ ਇੱਛਾ ਨੂੰ ਜਾਣ ਸਕੀਏ। ਸੋ ਅਸੀਂ ਖੁਦਾ ਦੇ ਫਜ਼ਲ ਦੇ ਨਾਲ ਸਿੱਖਦੇ ਆ ਰਹੇ ਹਾਂ ਦੂਸਰੇ ਆਗਮਨ, ਰੈਪਚਰ ਔਰ ਉਹਦੇ ਨਾਲ ਹੋਣ ਵਾਲੀਆਂ ਘਟਨਾਵਾਂ, ਕਲੇਸ਼ ਦੇ ਬਾਰੇ 'ਚ, ਮਹਾ ਕਲੇਸ਼ ਦੇ ਬਾਰੇ 'ਚ। ਸੋ ਕਈ ਜਗ੍ਹਾ ਦੇ ਉੱਤੇ ਕਾਫੀ ਕਨਫਿਊਜ਼ਨ ਭਰਿਆ ਮਾਹੌਲ ਸਾਹਮਣੇ ਆਉਂਦਾ ਅਤੇ ਜਿੱਥੇ ਜਾ ਕੇ ਅਗਰ ਉਹਨੂੰ ਡੀਪਲੀ ਸਟੱਡੀ ਨਾ ਕਰੀਏ ਤਾਂ ਫਿਰ ਸਮਝਣਾ ਔਖਾ ਹੁੰਦਾ। ਕਲੇਸ਼ ਕਾਲ, ਮਹਾ ਕਲੇਸ਼ ਕਾਲ, ਕਈ ਵਾਰੀ ਅਸੀਂ ਇਹਨੂੰ ਪੜ੍ਹਨ ਸੁਣਨ ਲੱਗੇ ਇੱਕੋ ਜਿਹਾ ਸਮਝ ਲੈਂਦੇ ਹਾਂ, ਲੇਕਿਨ ਜਦੋਂ ਦੀ ਡੀਪ ਸਟੱਡੀ ਕੀਤੀ ਜਾਂਦੀ ਫਿਰ ਪਤਾ ਲੱਗਦਾ ਹੈ ਕਿ ਕਲੇਸ਼ ਕਾਲ ਔਰ ਮਹਾ ਕਲੇਸ਼ ਕਾਲ ਦੇ ਵਿੱਚ ਕੀ ਫਰਕ ਆ। ਜਦੋਂ ਗਹਿਰਾਈ ਦੇ ਵਿੱਚ ਜਾਂਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਵੀ ਦੁਲਹਨ ਦੇ ਵਿੱਚ ਔਰ ਇਸਰਾਇਲ ਦੇ ਵਿੱਚ ਕੀ ਫਰਕ ਆ। ਜਦੋਂ ਗਹਿਰਾਈ ਦੇ ਵਿੱਚ ਜਾਂਦੇ ਹਾਂ ਫਿਰ ਪਤਾ ਲੱਗ ਜਾਂਦਾ ਹੈ ਵੀ ਰੈਪਚਰ ਦੇ ਵਿੱਚ ਔਰ ਆਗਮਨ ਦੇ ਵਿੱਚ ਕੀ ਫਰਕ ਆ। ਔਰ ਫਿਰ ਹੌਲੀ ਹੌਲੀ ਜਿਹੜੀਆਂ ਪਰਤਾਂ ਹੈ ਉਹ ਖੁੱਲ੍ਹਣੀਆਂ ਸ਼ੁਰੂ ਹੁੰਦੀਆਂ। ਸੋ ਅਸੀਂ ਸੁਬਾਹ ਵੀ ਇਸ ਵਿਸ਼ੇ 'ਤੇ ਸਿੱਖਿਆ ਸੀ ਅੱਜ, ਕਿਉਂਕਿ ਸੰਡੇ ਜਿਹੜੀ ਫੈਲੋਸ਼ਿਪ ਰੂਟੀਨ ਦੇ ਵਿੱਚ ਚੱਲਦੀ ਹੈ ਉਹਦੇ ਮੁਤਾਬਕ ਅਸੀਂ ਇੱਥੇ ਦੇ ਹਿਸਾਬ ਦੇ ਨਾਲ ਸੁਬਾਹ ਦੇ ਟਾਈਮ 'ਚ ਵੀ ਇਕੱਠੇ ਹੋਏ ਸੀਗੇ ਔਰ ਹੁਣ ਖੁਦਾ ਫਿਰ ਸ਼ਾਮ ਦੇ ਟਾਈਮ 'ਚ ਸਾਨੂੰ ਇਕੱਠਿਆਂ ਕੀਤਾ। ਖੁਦਾ ਦਾ ਧੰਨਵਾਦ ਕਰਦੇ ਹਾਂ। ਸੋ ਅਸੀਂ ਦੇਖਾਂਗੇ ਵਚਨ 'ਚੋਂ ਰੈਪਚਰ ਔਰ ਦੂਸਰੇ ਆਗਮਨ ਦੇ ਉੱਤੇ, ਔਰ ਜਿੱਥੇ ਅਸੀਂ ਇਹ ਸਿੱਖਦੇ ਹਾਂ ਉੱਥੇ ਨਾਲ ਅਸੀਂ ਇਹ ਸਿੱਖ ਰਹੇ ਹਾਂ ਕਿ ਦੁਲਹਨ ਜਿਹੜੀ ਆ ਉਹ ਮਹਾ ਕਲੇਸ਼ ਦੇ ਵਿੱਚ ਨਹੀਂ ਜਾਊਗੀ। ਔਰ ਇਸੇ ਚੀਜ਼ ਨੂੰ ਸਿੱਧ ਕਰਨ ਲਈ ਕਿ ਦੁਲਹਨ ਮਹਾ ਕਲੇਸ਼ ਦੇ ਵਿੱਚ ਨਹੀਂ ਜਾਊਗੀ, ਇੰਨੇ ਕੁ ਰੈਫਰੈਂਸ ਅਸੀਂ ਦੇ ਚੁੱਕੇ ਹਾਂ ਔਰ ਅੱਗਿਓਂ ਵੀ ਬਹੁਤ ਸਾਰੇ ਰੈਫਰੈਂਸ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅਗਰ ਕੋਈ ਕਹਿੰਦਾ ਹੈ ਕਿ ਦੁਲਹਨ ਨੇ ਮਹਾ ਕਲੇਸ਼ ਦੇ ਵਿੱਚ ਜਾਣਾ ਹੈ ਤੇ ਉਹਨੂੰ ਦੁਬਾਰਾ ਤੋਂ ਬਾਈਬਲ ਦਾ ਅਧਿਐਨ ਕਰਨਾ ਪਊਗਾ, ਕਿਉਂਕਿ ਜਿਹੜੀ ਬਾਈਬਲ ਸਾਡੇ ਕੋਲ ਆ ਉਹਦੇ ਵਿੱਚ ਐਸਾ ਕੋਈ ਵੇਰਵਾ ਸਾਨੂੰ ਮਿਲਦਾ ਨਹੀਂ ਹੈ ਕਿ ਦੁਲਹਨ ਜਿਹੜੀ ਆ ਉਹ ਮਹਾ ਕਲੇਸ਼ ਦੇ ਵਿੱਚ ਪ੍ਰਵੇਸ਼ ਕਰੇਗੀ। ਦੁਲਹਨ ਕਲੇਸ਼ ਦੇ ਵਿੱਚ ਸੀ ਹੈਗੀ ਆ ਔਰ ਉਠਾਏ ਜਾਣ ਤੱਕ ਕਲੇਸ਼ ਦੇ ਵਿੱਚ ਤੇ ਰਹੇਗੀ, ਲੇਕਿਨ ਮਹਾ ਕਲੇਸ਼ ਦੇ ਵਿੱਚ ਦੁਲਹਨ ਜਾਵੇ ਇਹ ਸਾਨੂੰ ਅਜੇ ਤੱਕ ਕੋਈ ਵੇਰਵਾ ਮਿਲਿਆ ਨਹੀਂ। ਔਰ ਜਿਹੜਾ ਵੇਰਵਿਆਂ ਨੂੰ ਲੈ ਕੇ ਲੋਕ ਸਮਝਾਉਂਦੇ ਆ ਉਹ ਵੇਰਵੇ ਕੋਈ ਇੰਨੇ ਪਾਵਰਫੁਲ ਨਹੀਂ ਆ। ਪਾਸਟਰ ਤਰਸੇਮ ਜੀ, ਜੈਮ ਸੀ ਕੀ ਖੁਦਾ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ ਦੇਵੇ ਔਰ ਤੁਹਾਡਾ ਵੈਲਕਮ ਆ ਮਸੀਹ ਯਿਸੂ ਦੇ ਨਾਮ ਦੇ ਵਿੱਚ। ਪਾਸਟਰ ਹੈਰੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਆ, ਹੋਰ ਵੀ ਸੇਵਕ ਲੋਕ ਸਾਡੇ ਨਾਲ ਜੁੜੇ ਆ ਔਰ ਅਸੀਂ ਸਭ ਦੁਆ ਦੀ ਹਾਲ 'ਚ ਰਵਾਂਗੇ ਔਰ ਸਿੱਖਦੇ ਰਵਾਂਗੇ ਵਚਨ ਨੂੰ ਕਿ ਦੁਲਹਨ ਕਿਸੇ ਵੀ ਕੀਮਤ ਦੇ ਉੱਤੇ ਮਹਾ ਕਲੇਸ਼ ਦੇ ਵਿੱਚ ਜਾ ਹੀ ਨਹੀਂ ਸਕਦੀ। ਅਗਰ ਦੁਲਹਨ ਮਹਾ ਕਲੇਸ਼ ਦੇ ਵਿੱਚ ਜਾਂਦੀ ਹੈ ਫਿਰ ਤੇ ਸਾਰਾ ਰੈਵੂਲੇਸ਼ਨ ਹੀ ਖਤਮ ਹੈ ਔਰ ਫਿਰ ਤੇ ਦੁਲਹਨ ਦਾ ਚੁਣਾਵ ਦਾ ਵੀ ਕੋਈ ਮਤਲਬ ਨਹੀਂ ਹੈ। ਜੇ ਦੁਲਹਨ ਵੀ ਬਾਕੀਆਂ ਵਰਗੀ ਆ ਤੇ ਫਿਰ ਤਾਂ ਸਾਨੂੰ ਬਾਕੀਆਂ ਵਰਗੇ ਹੋ ਜਾਣਾ ਚਾਹੀਦਾ। ਫਿਰ ਦੁਲਹਨ ਦੇ ਵਿੱਚ ਆ ਕੇ ਸਾਨੂੰ ਫਿਰ ਇੰਨੀ ਦੁੱਖ ਤਕਲੀਫਾਂ ਸਹਿਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਜੇ ਮਹਾ ਕਲੇਸ਼ ਵਿੱਚ ਵੀ ਅਸੀਂ ਜਾਣਾ ਆ ਤੇ ਪਹਿਲਾਂ ਵੀ ਦੁੱਖ ਤਕਲੀਫਾਂ ਦੇ ਵਿੱਚ ਰਹਿਣਾ ਆ ਤੇ ਫਿਰ ਕੋਈ ਮਤਲਬ ਨਹੀਂ ਆ। ਇਹਦੇ ਲਈ ਤਕਲੀਫਾਂ ਜਿਹੜੀਆਂ ਆ ਉਹ ਪਰਮੇਸ਼ਰ ਵੱਲੋਂ ਇਹਦੇ ਲਈ ਆਸ਼ੀਸ਼ ਵਾਸਤੇ ਆ। ਦੁਲਹਨ ਦੀ ਬਰਬਾਦੀ ਵਾਸਤੇ ਕੋਈ ਕਸ਼ਟ ਨਹੀਂ ਆਉਂਦਾ ਦੁਲਹਨ ਦੇ ਉੱਤੇ। ਦੁਲਹਨ ਨੂੰ ਨਿਖਾਰਨ ਦੇ ਲਈ ਸਾਰਾ ਕਸ਼ਟ ਪਰਮੇਸ਼ਰ ਵੱਲੋਂ ਉਹਦਾ ਇੰਤਜ਼ਾਮ ਆ ਔਰ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਇਹਦੇ ਉੱਤੇ ਉਹ ਕਸ਼ਟ ਆਉਂਦਾ ਨਹੀਂ ਆ। ਲੇਕਿਨ ਜਿਹੜਾ ਮਹਾ ਕਲੇਸ਼ ਦਾ ਆ ਉਹ ਬਾਰ-ਬਾਰ ਅਸੀਂ ਦੱਸਦੇ ਹਾਂ ਵੀ ਉਹ ਕਸ਼ਟ ਜਿਹੜਾ ਆ ਉਹ ਪਰਮੇਸ਼ਰ ਉਸ ਤਰੀਕੇ ਦੇ ਨਾਲ ਹੀ ਭੇਜੇਗਾ ਜਿਸ ਤਰੀਕੇ ਦੇ ਨਾਲ ਦੁਲਹਨ ਕਸ਼ਟ ਦੇ ਵਿੱਚੋਂ ਦੀ ਨਿਕਲਦੀ ਹੈ, ਬਲਕਿ ਉਦੋਂ ਪੂਰੇ ਦਾ ਪੂਰਾ ਇਖਤਿਆਰ ਜਿਹੜਾ ਆ ਉਹ ਮਸੀਹ ਵਿਰੋਧੀ ਨੂੰ ਦਿੱਤਾ ਜਾਵੇਗਾ ਔਰ ਮਸੀਹ ਵਿਰੋਧੀ ਜਿਹੜਾ ਆ ਉਹ ਫੁੱਲ ਫਾਰਮ ਦੇ ਵਿੱਚ ਆ ਕੇ ਪੂਰੀ ਤਾਕਤ ਦੇ ਨਾਲ
ਉਸ ਮਹਾਕਲੇਸ਼ ਦੇ ਵਿੱਚ ਜਿਹੜੇ ਲੋਕ ਰਹਿ ਜਾਣਗੇ ਉਹਨਾਂ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ੁਲਮ ਕਰੇਗਾ। ਪਹਿਲਾਂ ਇਸਰਾਇਲ ਨੂੰ ਦਬਾਵੇਗਾ, ਫਿਰ ਸਾਰੀ ਦੁਨੀਆ ਦੇ ਵਿੱਚ ਆਪਣੇ ਕਹਿਰ ਨੂੰ ਭਮਾਵੇਗਾ। ਔਰ ਜਿਹੜੇ 2 ਸਮੇਂ ਆ ਉਹਦੇ ਵਿੱਚੋਂ ਅੱਧੇ ਸਮੇਂ ਦੇ ਵਿੱਚ ਬਹੁਤ ਕੁਛ ਐਸਾ ਉਹ ਕਰੇਗਾ ਜਿਹਦੇ ਵਿੱਚ ਚੁਣੇ ਹੋਏ ਤੇ ਜਿਹੜੇ ਆ ਪਹਿਲਾਂ ਦੁਲਹਨ ਜਿਹੜੀ ਆ ਇਹਦਾ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਇੱਥੇ ਉਠਾ ਲਈ ਜਾਵੇਗੀ ਔਰ ਉਸ ਤੋਂ ਬਾਅਦ ਨਵਾਂ ਜਨਮ ਪਾਉਣ ਦਾ ਮੌਕਾ ਕਿਸੇ ਕੋਲ ਨਹੀਂ ਹੋਵੇਗਾ। ਬਪਤਿਸਮੇ ਦਾ ਕੋਈ ਚੱਕਰ ਨਹੀਂ ਰਹਿ ਜਾਵੇਗਾ। ਉਦੋਂ ਤੇ ਸਿਰਫ ਜਿਹੜੇ ਫਿਰ ਅੰਤ ਤੱਕ ਉਸ ਸਮੇਂ ਦੇ ਕਲੇਸ਼ ਦੇ ਵਿੱਚ ਜਿਹੜਾ ਮਹਾਕਲੇਸ਼ ਹੈ ਉਹ 'ਚ ਸਹਿਣਗੇ। ਸੋ ਉਹਨਾਂ ਦਾ ਇਨਸਾਫ ਫਿਰ ਉਸ ਤਰੀਕੇ ਦੇ ਨਾਲ ਸਾਰਾ ਕੁਝ ਹੋਵੇਗਾ। ਅਸੀਂ ਅੱਗੇ ਜਾ ਕੇ ਤਸੱਲੀ ਨਾਲ ਦੇਖਾਂਗੇ। ਸੋ ਹੁਣ ਅਸੀਂ ਦੇਖਦੇ ਹਾਂ ਰੈਪਚਰ ਨੂੰ ਲੈ ਕੇ, ਔਰ ਰੈਪਚਰ ਦੇ ਨਾਲ ਨਾਲ ਅਸੀਂ ਦੂਸਰੇ ਆਗਮਨ ਨੂੰ ਲੈ ਕੇ। ਸੋ ਸਭ ਤੋਂ ਪਹਿਲਾਂ ਅਸੀਂ ਰੈਪਚਰ ਦੇ ਬਾਰੇ ਇੱਕ ਹੋਰ ਰੈਫਰੈਂਸ ਪੜ੍ਹਾਂਗੇ ਔਰ ਉਹਦੇ ਬਾਰੇ ਅਸੀਂ ਸਿੱਖਾਂਗੇ ਵੀ ਦੁਲਹਨ ਦੇ ਲਈ ਜਿਹੜਾ ਆ ਉਹ ਇੱਕ ਸ਼ਬਦ ਆਉਂਦਾ ਆ ਵੀ ਸਾਨੂੰ ਇਕੱਠਾ ਕਰਨ ਲਈ ਸਵਰਗ ਤੋਂ ਦੂਤਾਂ ਨੂੰ ਨਹੀਂ ਭੇਜੇਗਾ। ਜਿਹੜੀ ਦੁਲਹਨ ਆ ਇਹਨੂੰ ਰੈਪਚਰ ਦੇ ਸਮੇਂ 'ਚ ਪ੍ਰਭੂ ਯਿਸੂ ਮਸੀਹ ਦੂਤਾਂ ਨੂੰ ਨਹੀਂ ਭੇਜੇਗਾ, ਸਵਰਗ ਦੂਤ ਨਹੀਂ ਭੇਜੇ ਜਾਣਗੇ ਵੀ ਇਹਨੂੰ ਇਕੱਠਾ ਕੀਤਾ ਜਾਵੇ, ਫਿਰ ਇੱਕ ਥਾਂ ਤੇ ਇਕੱਠੀ ਕੀਤੀ ਜਾਵੇ ਤੇ ਫਿਰ ਯਿਸੂ ਮਸੀਹ ਇਹਨੂੰ ਆ ਕੇ ਲੈ ਕੇ ਜਾਊਗਾ। ਇੱਦਾਂ ਦਾ ਕੋਈ ਵੇਰਵਾ ਸਾਨੂੰ ਬਾਈਬਲ 'ਚੋਂ ਮਿਲਦਾ ਨਹੀਂ ਹੈ, ਬਲਕਿ ਪ੍ਰਭੂ ਦੀ ਲਲਕਾਰ ਤੇ ਖੁਦਾ ਦੇ ਨਰਸਿੰਗੇ ਤੇ ਮਹਾਦੂਤ ਦੀ ਆਵਾਜ਼ ਸੁਣਦੇ ਹੀ ਹਵਾ ਵਿੱਚ ਪ੍ਰਭੂ ਦੇ ਨਾਲ ਮਿਲਣ ਲਈ ਉਠਾਏ ਜਾਵਾਂਗੇ ਅਸੀਂ। ਇਹ ਸਾਨੂੰ ਵੇਰਵਾ ਜਿਹੜਾ ਬਾਈਬਲ ਦੇ ਵਿੱਚ ਮਿਲਦਾ ਹੈ, ਲੇਕਿਨ ਐਸਾ ਵੇਰਵਾ ਦੁਲਹਨ ਦੇ ਲਈ ਨਹੀਂ ਮਿਲਦਾ ਕਿ ਦੁਲਹਨ ਨੂੰ ਇਕੱਠੇ ਕਰਨ ਦੇ ਲਈ ਦੂਤ ਭੇਜੇ ਜਾਣਗੇ। ਸੋ ਇਹ ਵੀ ਇੱਕ ਜਿਹੜਾ ਆ ਵੇਰਵਾ ਜਿਹੜਾ ਸਾਨੂੰ ਮਿਲਦਾ ਹੈ, ਇਹ ਵੀ ਉਸ ਚੀਜ਼ ਤੋਂ ਸਾਨੂੰ ਵੱਖਰਾ ਦਿਖਾਉਂਦਾ ਹੈ। ਸੋ ਅੱਗੇ ਅਸੀਂ ਵੱਧਦੇ ਹਾਂ। ਦੁਬਾਰਾ ਜੀ ਉੱਠਣ ਵਾਲੇ ਲੋਕਾਂ ਨੂੰ ਸਵਰਗ ਦੂਤਾਂ ਦੀ ਸਹਾਇਤਾ ਦੀ ਲੋੜ ਨਹੀਂ ਹੈ। ਜਿਹੜੇ ਦੁਬਾਰਾ ਜੀ ਉੱਠਣਗੇ, ਦੁਬਾਰਾ ਜੀ ਉੱਠਣ ਦਾ ਮਤਲਬ ਪੁਨਰ ਉਥਾਨ ਜਿਹਨਾਂ ਦਾ ਹੈਗਾ, ਉਹਨਾਂ ਨੂੰ ਸਵਰਗ ਦੂਤਾਂ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਵੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਜਿਹੜੇ ਨਵਾਂ ਜਨਮ ਪਾਉਣਗੇ, ਜਿਹਨਾਂ ਦਾ ਪੁਨਰ ਉਥਾਨ ਹੋਵੇਗਾ ਔਰ ਉਹ ਜੀ ਉੱਠਣਗੇ, ਉਹਨਾਂ ਦੇ ਲਈ ਸਵਰਗ ਦੂਤਾਂ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਪਰਮੇਸ਼ਵਰ ਦੀ ਸਾਮਰਥ ਤੇ ਉਹਦੇ ਬਲ ਦੇ ਨਾਲ ਜੀ ਉੱਠਣਗੇ। ਦੂਸਰੇ ਆਗਮਨ ਦੇ ਵਿੱਚ ਅਸੀਂ ਦੇਖਦੇ ਹਾਂ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਖੁਦਾ ਫਰਿਸ਼ਤਿਆਂ ਨੂੰ ਭੇਜੇਗਾ ਕਿ ਲੋਕਾਂ ਨੂੰ ਨਿਆਂ ਲਈ ਇਕੱਠਾ ਕੀਤਾ ਜਾਵੇ। ਖੁਦਾ ਦੂਤਾਂ ਨੂੰ ਭੇਜੇਗਾ ਕਿ ਲੋਕਾਂ ਨੂੰ ਨਿਆਂ ਦੇ ਲਈ ਇਕੱਠਾ ਕੀਤਾ ਜਾਵੇ, ਲੇਕਿਨ ਦੁਲਹਨ ਦੇ ਲਈ ਦੂਤਾਂ ਨੂੰ ਨਹੀਂ ਭੇਜਿਆ ਜਾਵੇਗਾ ਕਿ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰੋ ਤੇ ਮੈਂ ਉਹਨਾਂ ਨੂੰ ਲੈ ਕੇ ਜਾਣਾ ਹੈ। ਸੋ ਵੇਰਵੇ ਪੜਾਂਗੇ ਬਾਈਬਲ ਦੇ ਵਿੱਚੋਂ, ਨਾਲ ਨਾਲ ਸਿੱਖਦੇ ਜਾਵਾਂਗੇ ਤਾਂ ਕਿ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹ ਪ੍ਰਤੱਖ ਹੋ ਕੇ ਸਾਡੇ ਸਾਹਮਣੇ ਜਿਹੜੀ ਆ ਉਹ ਆ ਸਕੇ, ਤਾਂ ਕਿ ਉਹ ਗੱਲ ਸਿੱਧ ਹੋ ਸਕੇ। ਹਾਲੇਲੂਇਆ। ਸੋ ਮੈਥਿਊ ਚੈਪਟਰ 13 ਵਰਸ 39 ਤੋਂ ਫਿਰ ਉਸ ਤੋਂ ਬਾਅਦ ਉਹਦੀ 41 ਵਰਸ ਪੜਾਂਗੇ, ਫਿਰ ਉਹਦੀ 49 ਵਰਸ ਪੜਾਂਗੇ। ਫਿਰ ਮੈਂ ਰਿਪੀਟ ਕਰਦਾ ਹਾਂ, ਮੈਥਿਊ ਚੈਪਟਰ 13 ਵਰਸ 39, 41 ਤੇ 49। ਹਾਲੇਲੂਇਆ। ਸੋ ਇਹਨੂੰ ਅਸੀਂ ਪੜਾਂਗੇ ਤੇ ਫਿਰ ਇਸ ਤੋਂ ਬਾਅਦ ਸਿੱਖਾਂਗੇ। ਸਾਡੇ ਨਾਲ ਭਾਈ ਰੋਬਰਟ ਮਸੀਹ ਜੀ ਵੀ ਜੁੜੇ ਨੇ, ਖੁਦਾ ਉਹਨਾਂ ਨੂੰ ਬੜੀ ਆਸ਼ੀਸ਼ ਦੇਵੇ। ਔਰ ਦੇਖਦੇ ਹਾਂ ਅਸੀਂ 39 ਵਰਸ, ਮੈਥਿਊ ਚੈਪਟਰ 13 वर्स 39। जिस बैरी ने उनको बोया वह शैतान है, कटनी जगत का अंत है और काटने वाले स्वर्ग दूत हैं। उस बाद 41 वर्ष, मनुष्य का पुत्र अपने स्वर्ग दूतों को भेजेगा, यानी कि प्रभु यीशु मसीह अपने स्वर्ग दूतां नूं भेजेगा। 39 च असीं पढ़ते हैं, जिस बैरी ने उनको बोया वह शैतान है, कटनी जगत का अंत है और काटने वाले स्वर्ग दूत हैं। और 41 वर्ष 41 वर्ष दे विच लिखिया, मनुष्य का पुत्र अपने स्वर्ग दूतों को भेजेगा और वह उसके राज्य में से सब ठोकर के कारणों को और कुकर्म करने वालों को इकट्ठा करेंगे। ਇੱਥੇ ਸਵਰਗ ਦੂਤਾਂ ਦੀ ਡਿਊਟੀ ਲਗਾਈ ਗਈ ਆ ਵੀ ਉਹ ਸਾਰੇ ਦੁਨੀਆ ਦੇ ਕੋਨੇ-ਕੋਨੇ ਤੋਂ ਇਹਨਾਂ ਲੋਕਾਂ ਨੂੰ ਇਕੱਠਾ ਕਰਨਗੇ। ਇਹ ਦੂਤਾਂ ਦਾ ਕੰਮ ਹੋਵੇਗਾ। और 49 ਦੇ ਵਿੱਚ ਦੇਖਦੇ ਹਾਂ ਅਸੀਂ, जगत के अंत में ऐसा ही होगा, स्वर्गदूत आकर दुष्टों को धर्मियों से अलग करेंगे और उन्हें आग के कुंड में डालेंगे। ਇਹ ਸਵਰਗਦੂਤਾਂ ਦਾ ਕੰਮ ਆ ਔਰ ਜਿਹੜੇ ਇਹ ਸਾਰਾ ਕੰਮ ਨੂੰ ਕਰਨਗੇ। ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਇਸਰਾਇਲ ਦੇ ਉੱਤੇ ਵੀ ਦੁਲਹਨ ਨੂੰ ਲੈ ਕੇ ਪ੍ਰਗਟ ਹੋਵੇਗਾ ਔਰ ਰਾਜ ਸਥਾਪਿਤ ਕਰੇਗਾ ਦੂਸਰੇ ਆਗਮਨ ਦੇ ਵਿੱਚ। ਔਰ ਜਿਹੜੇ
ਸਜ਼ਾ ਦੇ ਭਾਗੀ ਆ ਉਹ ਸਾਰੀ ਦੁਨੀਆ ਦੇ ਵਿੱਚੋਂ ਇਕੱਠੇ ਕੀਤੇ ਜਾਣਗੇ। ਔਰ ਮੈਥਿਊ 24 ਵਰਸ 31 ਦੇ ਵਿੱਚ ਅਸੀਂ ਪੜ੍ਹਦੇ ਹਾਂ, मैथ्यू मत्ती दी अंजील 24 अध्याय और 31 वर्ष, और वह तुरी के बड़े शब्द के साथ अपने दूतों को भेजेगा। एक रेफरेंस देख रहे हैं। दूसरा की है, वह तुरी के बड़े शब्द के साथ अपने दूतों को भेजेगा और वह आकाश के इस शोर से उस शोर तक चारों दिशा से उसके चुने हुओं को इकट्ठा करेंगे। वह तुरी के बड़े शब्द के साथ अपने दूतों को भेजेगा और वह आकाश के इस शोर से उस शोर तक चारों दिशा से चुने हुओं को इकट्ठा करेंगे। और ये हुण जिहड़ी गल हैगी आ असीं पहली देखी है संसार के लोगों की, और दूसरी गल हुण आ गई है इसराइल जिहदे नाल वायदा आ। और अंजीर के पेड़ की फिर इन्हां दे लई दृष्टांत दिता गया है, जिहदे विच लिखिया कि जब उसकी डाली को कोमल हो जाती है और पत्ते निकलने लगते हैं तो तुम जान लेते हो कि ग्रीष्म काल है। सो इत्थे असीं पहलां शुरू तो गल कीती है कि जिहड़ा वचन आ वो इसराइल दे लई वखरा आ, कौमां दे लई वखरा आ और दुल्हन दे लई वखरे तरीके नाल पेश हुंदा आ। सो इस दूसरे आगमन दे विच असीं जिथे बाकी कौमां नूं जिन्हां दे लई सज़ा ठहराई गई है उन्हां दे इकट्ठिਆਂ ਹੁੰਦਿਆਂ ਨੂੰ ਦੇਖਦੇ ਆ, ਨਾਲ ਜਿਨ੍ਹਾਂ ਨੇ ਅਨੁਗ੍ਰਹਿ ਦੀ ਕਦਰ ਨਹੀਂ ਕੀਤੀ ਉਹਨਾਂ ਦੇ ਉੱਤੇ ਸਜ਼ਾ ਆਉਂਦੀ ਨੂੰ ਦੇਖਦੇ ਆ, ਨਾਲ ਅਸੀਂ ਇਸਰਾਇਲ ਦੀ ਬਹਾਲੀ ਨੂੰ ਵੀ ਦੇਖਦੇ ਆ। ਔਰ ਉਸ ਇਸਰਾਇਲ ਦੀ ਬਹਾਲੀ ਨੂੰ ਦੇਖਦੇ ਆ ਜਿਹੜੇ ਮਹਾਕਸ਼ਟ ਦੇ ਵਿੱਚ ਸ਼ੈਤਾਨ ਦੇ ਖੌਫ ਦੇ ਨਾਲ ਜਿਹੜੇ ਪਰਮੇਸ਼ਵਰ ਨੇ ਇੱਕ ਸਮੇਂ ਦੇ ਲਈ, ਜਿਵੇਂ ਅਸੀਂ ਪ੍ਰਕਾਸ਼ਿਤ ਵਾਕਿਆ 12 'ਚ ਦੇਖਦੇ ਹਾਂ ਕਿ ਉਹਨਾਂ ਨੂੰ ਇੱਕ ਜਗ੍ਹਾ ਠਹਿਰਾਏਗੀ ਜਿੱਥੇ ਉਹਨਾਂ ਨੂੰ ਸੇਫ ਕੀਤਾ ਗਿਆ। ਔਰ ਫਿਰ ਪ੍ਰਭੂ ਯਿਸੂ ਮਸੀਹ ਜਦੋਂ ਧਰਤੀ ਉੱਤੇ ਰਾਜ ਕਰਨ ਆਵੇਗਾ, ਸ਼ੈਤਾਨ ਨੂੰ ਕੈਦ ਕੀਤਾ ਜਾਵੇਗਾ। ਔਰ ਇਹ 24 ਦੀ 31 ਵਰਸ ਜਿਹੜੀ ਆ ਉਸ ਗੱਲ ਨੂੰ ਪੇਸ਼ ਕਰਦੀ ਆ। ਸੋ ਬਹੁਤੇ ਲੋਕ ਫਿਰ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਦੇਖਦੇ ਆ। ਉੱਪਰ ਅਸੀਂ ਦੇਖਿਆ ਦੁਸ਼ਟਾਂ ਨੂੰ ਇਕੱਠਿਆਂ ਕਰਨਾ ਹੈ, ਥੱਲੇ ਦੇਖਿਆ ਧਰਮੀਆਂ ਨੂੰ ਇਕੱਠੇ ਕਰਨਾ ਹੈ। ਇਹ ਧਰਮੀ ਜਿਹੜੇ ਆ ਇਹ ਦੁਲਹਨ ਨੂੰ ਨਹੀਂ ਦਿਖਾਉਂਦੇ, ਇਹ ਇਸਰਾਇਲ ਦੀ ਪ੍ਰਜਾ ਦੇ ਲਈ ਆ, ਕਿਉਂਕਿ ਅਗਲੇ ਨਾਲ ਹੀ 32 ਵਰਸ ਜਿਹੜੀ ਆ ਉਹਨੂੰ ਕਲੀਅਰ ਕਰ ਦਿੰਦੇ ਆ। अंजीर के पेड़ से ये दृष्टांत सीखो, जबकि उसकी डाली को कोमल हो जाती और पत्ते निकलते हैं तो तुम जान लेते हो कि ग्रीष्म काल निकट है। सो ये वर्स बिल्कुल क्लीयर कर रही है कि सीधा जिहड़ी ये गल हो रही है वो सीधी इसराइल नाल ताल्लुक रखती है। और ये उस समय की गल है जदों प्रभु यीशु मसीह महाकष्ट के समय तो बाद धरती उत्ते राज करन आवेगा, इसराइल की आशा पूरी होवेगी। और इसराइली लोग जिहड़े आ महाकष्ट के समय ਦੇ ਵਿੱਚ ਆਪਣੀ ਜਾਨ ਬਚਾਉਣ ਦੇ ਲਈ ਬਹੁਤ ਦੂਰ ਦੇ ਤੱਕ ਭੱਜ ਗਏ ਸੀਗੇ, ਔਰ ਖਾਸ ਥਾਂ ਦੇ ਉੱਤੇ ਉਹਨਾਂ ਨੂੰ ਪਰਮੇਸ਼ਵਰ ਨੇ ਛੁਪਣ ਦੇ ਲਈ ਉਹਨਾਂ ਦੀ ਕਿਰਪਾ ਕੀਤੀ ਸੀ। ਉੱਥੋਂ ਸਾਰਿਆਂ ਨੂੰ ਇਕੱਠਾ ਕਰਕੇ ਤੇ ਪ੍ਰਭੂ ਯਿਸੂ ਮਸੀਹ ਦੇ ਫਜ਼ਲ ਦੇ ਹੇਠ ਲੈ ਕੇ ਆਂਦਾ ਜਾਵੇਗਾ। ਸੋ ਇੱਥੇ ਅਸੀਂ ਦੇਖਦੇ ਹਾਂ ਦੂਸਰੇ ਆਗਮਨ ਦੇ ਵਿਸ਼ੇ 'ਚ ਅਸੀਂ ਦੇਖ ਰਹੇ ਹਾਂ। ਹੁਣ ਜਿਹੜੀਆਂ ਵਰਸਾਂ ਅਸੀਂ ਪੜ੍ਹ ਰਹੇ ਹਾਂ, ਪਹਿਲਾਂ ਅਸੀਂ ਦੁਲਹਨ ਦੇ ਲਈ ਵਰਸ ਨੂੰ ਪੜ੍ਹਿਆ ਸੀਗਾ। ਸੋ ਦੂਸਰੇ ਆਗਮਨ ਦੇ ਲਈ ਹੀ ਅਸੀਂ ਇੱਕ ਹੋਰ ਵਰਸ ਪੜ੍ਹ ਲੈਂਦੇ ਹਾਂ, ਮੱਤੀ ਦੀ ਅੰਜੀਲ ਉਹਦਾ 25 ਅਧਿਆਏ ਉਹਦੀ 31 ਵਰਸ, ਮੈਥਿਊ 25 ਵਰਸ 31। ਸੋ ਇਹਨੇ ਰੈਫਰੈਂਸ ਦੇਣ ਦਾ ਮਤਲਬ ਸਿਰਫ ਇੱਕੋ ਗੱਲ ਹੀ ਆ ਕਿ ਅਸੀਂ ਕਿਸੇ ਵੀ ਤਰ੍ਹਾਂ ਭਰਮਾਏ ਨਾ ਜਾਈਏ, ਔਰ ਨਾ ਅਸੀਂ ਇਹ ਦੇਖੀਏ ਕਿ ਮੈਂ ਕੀ ਕਹਿ ਰਿਹਾ ਜਾਂ ਕੋਈ ਦੂਸਰਾ ਕੀ ਕਹਿ ਰਿਹਾ। ਇੰਨੀਆਂ ਵਰਸਾਂ ਨੂੰ ਪੜ੍ਹਾਉਣ ਦੇ ਪਿਛਲਾ ਜਿਹੜਾ ਕਾਰਨ ਹੈ ਨਾ, ਉਹ ਸਿਰਫ ਇੰਨਾ ਆ ਕਿ ਮੈਂ ਨਹੀਂ ਕਹਿ ਰਿਹਾ, ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿ ਦੂਸਰਾ ਆਗਮਨ ਜਾਂ ਰੈਪਚਰ ਦੇ ਵਿੱਚ ਕੋਈ ਫਰਕ ਆ। ਇਹ ਮੈਂ ਨਹੀਂ ਕਹਿ ਰਿਹਾ, ਬਲਕਿ ਵਰਸਾਂ ਆਪਣੇ ਆਪ ਦੇ ਵਿੱਚ ਗਵਾਹੀ ਦੇ ਰਹੀਆਂ, ਵਰਸਾਂ ਸਾਬਤ ਕਰ ਰਹੀਆਂ ਆ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਨਹੀਂ ਕਹਿ ਰਿਹਾ, ਬਲਕਿ ਖੁਦਾ ਦਾ ਵਚਨ ਕਹਿ ਰਿਹਾ ਹੈ। सो 25 ਦੀ 31 वर्ष ਅਸੀਂ देखते हैं, जब मनुष्य का पुत्र अपनी महिमा में आएगा, हालेलुया, और सब स्वर्गदूत उसके साथ आएंगे तो वह अपनी महिमा के सिंहासन पर विराजमान होगा। ਹੁਣ ਦੁਬਾਰਾ ਫਿਰ ਇਸੇ ਵਰਸ ਨੂੰ ਪੜ੍ਹਦੇ ਹਾਂ ਕਿ ਜਦੋਂ ਇਸਰਾਇਲ ਦੀ ਬਹਾਲੀ ਦੇ ਵਾਸਤੇ ਆਉਂਦਾ ਆ। ਅਸੀਂ ਪਹਿਲਾਂ ਉੱਪਰ ਰੈਫਰੈਂਸ ਪੜ੍ਹ ਲਿਆ ਔਰ ਉਸ ਤੋਂ ਬਾਅਦ ਅਸੀਂ ਹੁਣ ਪੜ੍ਹਦੇ ਹਾਂ 25 ਦੀ 31 ਵਿੱਚ। ਪਹਿਲਾਂ 24 ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ। जब मनुष्य का पुत्र अपनी महिमा में आएगा और सब स्वर्गदूत उसके साथ आएंगे तो वह अपनी महिमा के सिंहासन पर विराजमान होगा। ਹੁਣ ਜਦੋਂ ਪ੍ਰਭੂ ਯਿਸੂ ਮਸੀਹ ਆਪਣੀ ਮਹਿਮਾ ਦੇ ਵਿੱਚ ਆਉਂਦਾ ਆ ਤੇ ਇੱਥੇ ਦੁਲਹਨ ਨੂੰ ਮਹਿਮਾ ਮਿਲ ਚੁੱਕੀ ਆ ਔਰ ਦੁਲਹਨ ਦੇ ਨਾਲ ਉਹ ਆਉਂਦਾ ਆ, ਸਵਰਗਦੂਤ ਵੀ ਆਉਂਦੇ ਆ ਔਰ ਉਹ ਆਪਣੇ ਸਿਆਸਨ ਦੇ ਉੱਤੇ ਵਿਰਾਜਮਾਨ ਹੋਵੇਗਾ। ਇਹ ਸਿੱਧਾ ਸੈਕੰਡ ਕਮਿੰਗ ਨੂੰ, ਉਹਦੇ ਦੂਸਰੇ ਆਗਮਨ ਦੇ ਵੱਲ ਇਸ਼ਾਰਾ ਕਰ ਰਿਹਾ ਹੈ। ਇੱਕ ਹੋਰ ਰੈਫਰੈਂਸ ਦੇਖਦੇ ਹਾਂ, ਫਿਰ ਇਹਨੂੰ ਬਿਲਕੁਲ ਅਸੀਂ ਕਲੀਅਰ ਕਰ ਲਵਾਂਗੇ ਗੱਲ ਨੂੰ। ਦੂਸਰਾ ਥੈਸਲੋਨੀਕੇ ਉਹਦਾ 1 ਅਧਿਆਏ ਉਹਦੀ 7 ਤੋਂ 10 ਵਰਸ ਤੱਕ ਤੁਸੀਂ ਇਸ ਵਰਸ ਨੂੰ ਪੂਰੀ ਧਿਆਨ ਦੇ ਨਾਲ ਸੁਣਨਾ, ਤਾਂ ਕਿ ਤੁਸੀਂ ਦੂਸਰੇ ਆਗਮਨ ਔਰ
रैप्चर ਦੇ फर्क ਨੂੰ समझ सको। तुम जो क्लेश पाते हो हमारे साथ चैन दे उस समय जबकि प्रभु यीशु अपने सामर्थी दूतों के साथ ददकती हुई आग में स्वर्ग से प्रकट होगा। हालेलुया। और तुम्हें जो क्लेश पाते हो हमारे साथ चैन दे। किद्दां मिलूगा चैन? उस समय जबकि प्रभु यीशु अपने सामर्थी दूतों के साथ ददकती हुई आग में स्वर्ग से प्रगट होगा। सो इत्थे असीं गल देखते हैं भी वो स्वर्ग तो प्रगट होना आ, बल दी अग दे रूप दे विच उहने आउणा आ। और इत्थे सीधा आ प्रगट हो रहा है, लेकिन रैप्चर के समय असीं देखते हैं कि उहदा प्रगट होण दा सिर्फ किसी नूं कोई पता नहीं लगता, बल्कि सब कुछ जिहड़ा चोर दी नाई हुंदा आ। 8 वर्ष असीं देखते हैं, और जो परमेश्वर को नहीं पहचानते और हमारे प्रभु यीशु के सुसमाचार को नहीं मानते उनसे पलटा लेगा। जदों ये इस तरीके नाल आउंदा उदों की काम करदा है भला? जो परमेश्वर को नहीं पहचानते, हुण असीं दसदे ना ते मन दी निगाह उहनां दे लई आ वर्स, जो परमेश्वर को नहीं पहचानते और हमारे प्रभु यीशु के सुसमाचार को नहीं मानते उनसे पलटा लिया जाएगा। वह प्रभु के सामने से और उसकी शक्ति के तेज से दूर होकर अनंत विनाश का दंड पाएंगे। इत्थे हुण प्रभु यसु मसीह धरती दे उत्ते इहो जिहे लोकां दा न्याय करन आया है। जद कि दुल्हन दे बारे देखदे, दुल्हन दा न्याय करनी हुंदा। दुल्हन अचानक आकाश दे उत्ते बदलां दे विच प्रभु यसु मसीह दे नाल मिलण दे वास्ते उठाई जाती है। सो फर्क साडे सामने बिल्कुल क्लीयर होके निखर के आ रहा है, जिहदे विच कोई भी सानू ऐसा डाउट नहीं होना चाहिए। फिर मैं 9 वर्स पढ़ देना है। वह प्रभु के सामने से और उसकी शक्ति के तेज से दूर होकर अनंत विनाश का दंड पाएंगे। इत्थे दंड दे रहा हो, लेकिन जो दुल्हन है उत्थे दंड वाला कोई सानू इदां दा कोई भी रेफरेंस मिलता नहीं है। और 10 वर्ष, ये उस दिन होगा जब वह अपने पवित्र लोगों में महिमा पाने। ये कदों होगा भला? अपने पवित्र लोगों में महिमा पाने और सब विश्वास करने वालों में आश्चर्य का कारण होने को आएगा, क्योंकि तुमने हमारी गवाही की प्रतीत की है। हालेलुया। सो इत्थे क्लीयर हो जाता सानू सारा कुछ कि प्रभु यसु मसीह इस समय जो धरती के उत्ते आउंदा आ ते दुल्हन उहदे नाल आ, और दुल्हन महिमा पा रही है, और दुल्हन दे नाल प्रभु यसु मसीह इस धरती के उत्ते राज करन दे वास्ते आउंदा है। हालेलुया। दूसरे पासे दुल्हन की फिर तस्वीर देखते हैं। अजे तक असीं देखिया है दूसरे आगमन वालियां दे विच दुल्हन का की स्थान है। फिर दूसरे पासे दुल्हन नूं होर क्लीयर कर लेने हैं। जिहड़े मसीह विच मरे हुए, जिहड़े पहलां मर चुके हैं मसीह दे विच, जिहड़े मसीह विच मरे हुए ने, उन्हां दी आत्मा यसु मसीह दे नाल वापस आवेगी फिर तो जी उठण वाले शरीर नूं लैण वास्ते। ਜਿਹੜੇ मर चुके हैं उन्होंने शरीर चों आत्मा ते प्राण निकल चुके हैं, तो उस सुते पे आराम दे विच बदन जिहड़े आ उन्हां तो अलग होए आ, और फिर उन्हां नूं नवां शरीर प्राप्त होना आ। मिट्टी ते मिट्टी दे विच खाक दे विच मिल गई आ, ते हुण इहदे विच वचन उहदे ते मोहर लाउंदा है। जिहड़े मसीह विच मरे होए ने उन्हां दी आत्मा यसु मसीह दे नाल वापस आवेगी फिर तो जी उठण वाले शरीर नूं लैण वास्ते। ਜਿਹੜਾ ਪਹਿਲਾ शरीर ਸੀ ਉਹ ਤੇ ਮਿੱਟੀ ਹੋ ਗਿਆ। ਹੁਣ ਇਹ ਜਿਹੜੇ ਮਰੇ ਹੋਏ ਜੀ ਉੱਠਣਗੇ, ਇਹਨਾਂ ਨੂੰ ਇੱਕ ਬਦਨ ਮਿਲਣਾ ਆ। ਜਿੱਦਾਂ ਸਾਨੂੰ ਜਿਹਨਾਂ ਨੇ ਅੱਖ ਝਪਕਦੇ ਸਾਰ ਹੋਰ ਦੇ ਹੋਰ ਹੋਣਾ ਆ, ਜਿੱਦਾਂ ਸਾਡਾ ਬਦਨ ਟਰਾਂਸਪਲਾਂਟ ਹੋਣਾ, ਸਾਡਾ ਬਦਨ ਬਦਲ ਜਾਣਾ ਆ, ਉਸੇ ਤਰ੍ਹਾਂ ਜਿਹੜੇ ਮੁਰਦੇ ਪਹਿਲਾਂ ਸੌਂ ਚੁੱਕੇ ਆ, ਜਿਹੜੇ ਮਸੀਹ ਦੇ ਵਿੱਚ ਸੁੱਤੇ ਹੋਏ ਆ, ਉਹਨਾਂ ਨੂੰ ਵੀ ਇੱਕ ਬਦਨ ਪ੍ਰਾਪਤ ਹੋਣਾ ਆ। ਉਹਨਾਂ ਰੂਹ ਤੇ ਪ੍ਰਾਣ ਨੂੰ ਵੀ ਖੁਦਾ ਨੇ ਇੱਕ ਬਦਨ ਦੇਣਾ ਆ, ਜਿਹਨੂੰ ਅਸੀਂ ਸਵਰਗੀ ਬਦਨ ਕਹਿ ਸਕਦੇ ਹਾਂ, ਜਿਹਦੇ ਬਾਰੇ संत पौलुस ने कुरिन्थियों के खाते च क्लीयर करके लिखा है। जिमें शरीरिक बदन हैगे आ, जिसमानी बदन हैगे आ, मिट्टी वाले का रूप हैगा, उस तरह आसमानी वाले का भी रूप आ। जिमें चमड़ियां के बारे भी उन्हें सारा दसिया, जानवर का होर सिस्टम आ, इंसान का होर सिस्टम आ, फरिश्तियां का होर सिस्टम आ। उस तरह जिन्हां दा पुनर उत्थान होना है, जिन्हां ने दोबारा जी उठना है, तो जिन्हां ने बदल जाना है, उन्हां दा भी सारा सिस्टम जिहड़ा आ वखरा वखरा सानू नज़र आउंदा आ। और ये मैं जिहड़ी गल कह रहा सुनन दे विच अजीब लगूगी। मैं फिर दोबारा उहनूं पढ़दा आ तो तुहानूं जो सुनोगे तुहानूं अजीब लगूगी, लेकिन जो असीं रैफरेंस पढ़ांगे तो फिर तुहानूं वो एकदम ईजी समझण दे विच होवेगी। सो इस करके असीं बार बार दसदे हैं कि असीं जो प्रकाशन दसदे हैं उहदे विच बहुत सारियां ऐसियां गल्लां जिहड़ियां किसी ने ध्यान च कदी कीतियां नहीं, उन्हें चित्त च आईयां नहीं, और वो जो सुनते हैं उन्होंने इदां भी लग सकता है
ਕਿ ਅਸੀਂ ਵਚਨ ਤੋਂ ਬਾਹਰ ਜਾ ਰਹੇ ਹਾਂ ਤੇ ਵਚਨ ਤੋਂ ਬਾਹਰ ਜਾ ਕੇ ਬੋਲ ਰਹੇ ਹਾਂ। ਲੇਕਿਨ ਉਹ ਸਬਰ ਰੱਖਣ, ਜਦੋਂ ਜਿਹੜੇ ਵੀ ਵਿਸ਼ੇ ਨੂੰ ਅਸੀਂ ਛੇੜਾਂਗੇ ਉਹਨੂੰ ਪੂਰਾ ਕਲੀਅਰ ਕਰਕੇ ਉਹਨਾਂ ਦੇ ਅੱਗੇ ਪੇਸ਼ ਕਰਾਂਗੇ। ਜਦੋਂ ਅਸੀਂ ਕਹਿ ਦੇਵਾਂਗੇ ਅਸੀਂ ਆਪਣੀ ਗੱਲ ਸਮਾਪਤ ਕਰ ਲਈ ਹੈ, ਫਿਰ ਸਾਡੇ ਨਾਲ ਸਵਾਲ ਕਰਨ ਤੇ ਉਹਨਾਂ ਦਾ ਬਣਦਾ ਹੈ ਫਿਰ, ਤੇ ਅਸੀਂ ਉਹਦੇ ਵਿੱਚ ਫਿਰ ਜਵਾਬ ਦੇਵਾਂਗੇ ਉਹਨਾਂ ਨੂੰ ਵੀ ਅਸੀਂ ਉਹ ਗੱਲ ਜਿਹੜੀ ਆ ਉਹ ਆਤਮਾ ਦੇ ਦੁਆਰਾ ਕਹੀ ਸੀ ਜਾਂ ਆਪਣੀ ਬੁੱਧੀ ਦੇ ਨਾਲ ਕਹੀ ਸੀ, ਪਰ ਵੇਟ ਕਰਿਆ ਕਰਨ। ਅੱਜ ਉਸੇ ਵਜ੍ਹਾ ਕਰਕੇ ਸਾਨੂੰ ਜਿਹੜਾ ਆ ਉਹ ਆਪਣਾ 12 ਅਧਿਆਇ ਨੂੰ ਰੋਕਣਾ ਪਿਆ, ਕਿਉਂਕਿ ਮੈਂ ਪਹਿਲਾਂ ਹੀ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸਿਆ ਸੀ ਕਿ ਜੋ ਮੈਂ ਦੱਸਣ ਜਾ ਰਿਹਾ ਹਾਂ ਉਹ ਦੱਸਿਆ ਨਹੀਂ ਗਿਆ, ਤੇ ਜੇ ਦੱਸਿਆ ਗਿਆ ਤੇ ਬਹੁਤ ਚੰਨ ਲੋਕ ਆ ਜਿਹਨਾਂ ਨੇ ਉਹਦੇ ਬਾਰੇ ਦੱਸਿਆ, ਤੇ ਆਮ ਪਬਲਿਕ ਨੂੰ, ਆਮ ਦੁਨੀਆ ਨੂੰ, ਜਿਹੜੇ ਮਸੀਹ ਦੇ ਵਿੱਚ ਹੈਗੇ ਉਹਨਾਂ ਨੂੰ ਉਹਦੇ ਬਾਰੇ ਪਤਾ ਨਹੀਂ। ਔਰ ਜਦੋਂ ਅਸੀਂ ਉਸ ਗੱਲ ਨੂੰ ਖੋਲਾਂਗੇ ਲੋਕਾਂ ਦੇ ਲਈ ਉਹ ਇੱਕ ਅਜੀਬ ਤੇ ਇੱਕ ਇੱਦਾਂ ਦੀ ਗੱਲ ਪ੍ਰਤੀਤ ਹੋਵੇਗੀ ਜਿਵੇਂ ਕਲਾਮ ਤੋਂ ਬਾਹਰ ਦੀ ਗੱਲ ਕਰਦੇ ਆ। ਔਰ ਇਸ ਕਰਕੇ ਉਹ ਸਬਰ ਕਰਨ। ਤੇ ਪਰ ਇਹਦੇ ਬਾਵਜੂਦ ਵੀ ਸਾਡੇ ਕੁਛ ਵੀਰਾਂ ਨੇ ਸਵਾਲ ਕੀਤੇ ਸੀਗੇ, ਤੇ ਕਿਉਂਕਿ ਜਦੋਂ ਸਵਾਲ ਹੁੰਦੇ ਆ ਤੇ ਫਿਰ ਸਵਾਲਾਂ ਦੇ ਜਵਾਬ ਦੇਣੇ ਪੈਂਦੇ। ਜਦੋਂ ਜਵਾਬ ਦੇਣੇ ਪੈਂਦੇ ਆ ਉਹਦੇ ਲਈ ਟਾਈਮ ਕੱਢਣਾ ਪੈਂਦਾ ਆ, ਤੇ ਜਦੋਂ ਅਸੀਂ ਟਾਈਮ ਉਹਦੇ ਲਈ ਕੱਢਦੇ ਆ ਤੇ ਫਿਰ ਜਿਹੜਾ ਸਾਡਾ ਸਟੱਡੀ ਦਾ ਸਿਸਟਮ ਚੱਲਦਾ ਆ ਉਹਦੇ ਵਿੱਚ ਵਿਘਨ ਆਉਂਦਾ ਆ, ਕਿਉਂਕਿ ਉਹੀ ਟਾਈਮ ਅਸੀਂ ਸਟੱਡੀ 'ਤੇ ਚਲਾਉਣਾ ਹੁੰਦਾ, ਉਹੀ ਟਾਈਮ ਫਿਰ ਜਦੋਂ ਕਾਲਾਂ ਆਉਂਦੀਆਂ ਤੇ ਫਿਰ ਲੋਕਾਂ ਦੇ ਜਵਾਬ ਦੇਣੇ ਹੁੰਦੇ। ਜੇ ਜਵਾਬ ਨਹੀਂ ਦਿੰਦੇ ਤਾਂ ਵੀ ਸਾਡੇ ਲਈ ਲੋਕੀ ਫਿਰ ਗਲਤ ਵਿਚਾਰ ਕਰਨਗੇ ਕਿ ਖਰੇ ਇਹਨਾਂ ਕੋਲ ਹੁਣ ਕੋਈ ਜਵਾਬ ਨਹੀਂ ਸੀ ਤਾਂ ਕਰਕੇ ਨਹੀਂ ਜਵਾਬ ਦੇ ਰਹੇ। ਸੋ ਉਹਨਾਂ ਨੂੰ ਹੈਂਡਲ ਕਰਨਾ ਪੈਂਦਾ ਆ। ਸੋ ਉਹਦੇ ਵਿੱਚ ਜਿਹੜਾ ਨਾ ਫਿਰ ਆਤਮਾ ਥੋੜ੍ਹਾ ਜਿਹਾ ਸ਼ੋਕਿਤ ਹੁੰਦਾ ਆ, ਔਰ ਉਹਦੇ ਵਿੱਚ ਥੋੜ੍ਹਾ ਜਿਹਾ ਬੰਦੇ ਦਾ ਜਿਹੜਾ ਆ ਧਿਆਨ ਵੀ ਭਟਕਦਾ ਆ, ਤੇ ਫਿਰ ਤੁਸੀਂ ਉਹਨਾਂ ਚੀਜ਼ਾਂ ਦੇ ਵੱਲ ਉਨੀ ਤਵੱਜੋ ਨਹੀਂ ਦੇ ਸਕਦੇ ਜਿੰਨੀ ਦੇਣੀ ਜ਼ਰੂਰੀ ਬਣਦੀ ਆ। ਇਸ ਲਈ ਉਸ ਨੂੰ ਅਸੀਂ ਰੋਕ ਦਿੱਤਾ ਇਸੇ ਕਰਕੇ, ਔਰ ਉਹਨੂੰ ਅਸੀਂ ਫੇਸਬੁੱਕ ਤੋਂ ਵੀ YouTube ਤੋਂ ਵੀ ਹਟਾ ਦਿੱਤਾ ਹੈ, ਲੇਕਿਨ ਉਹਨੂੰ ਅਸੀਂ ਆਪਣੇ ਕੋਲ ਸੇਫ ਰੱਖਿਆ ਆ। ਔਰ ਜਦੋਂ ਇਹ ਸਾਡਾ ਸਾਰਾ ਸਬਜੈਕਟ ਪੂਰਾ ਕੰਪਲੀਟ ਹੋ ਜਾਵੇਗਾ, ਐਂਡ ਤੇ ਜਾ ਕੇ ਅਸੀਂ ਫਿਰ ਦੁਬਾਰਾ ਉਹਨਾਂ ਦੋਨੇ ਪਾਰਟਾਂ ਨੂੰ ਰੀਲੋਡ ਕਰਾਂਗੇ। ਹੁਣ ਅਸੀਂ ਉਹਨਾਂ ਨੂੰ YouTube ਤੋਂ ਤੇ Facebook ਤੋਂ ਹਟਾ ਦਿੱਤਾ ਆ, ਲੇਕਿਨ ਸਾਡੇ ਕੋਲ ਉਹ ਪਾਰਟ ਸੇਫ ਆ। 25 ਔਰ 26 ਨੰਬਰ ਜਿਹੜਾ ਸੀਗਾ ਉਹ ਸੇਫ ਆ ਸਾਡੇ ਕੋਲ। ਔਰ ਉਹਨੂੰ ਅਸੀਂ ਜਦੋਂ ਵਿਸ਼ਾ ਖਤਮ ਕਰਨ ਵਾਲੇ ਹੋਵਾਂਗੇ ਤੇ ਸਿਰਫ ਫਿਰ ਉਸੇ ਹੀ ਇਕੱਲੇ 12 ਅਧਿਆਇ ਦੇ ਉੱਤੇ ਅਸੀਂ ਉਹਨਾਂ ਨੂੰ ਦੁਬਾਰਾ ਰੀਲੋਡ ਕਰਕੇ ਫਿਰ ਆਪਣੇ ਸਾਰੇ ਮਸੀਹੀ ਭੈਣ ਭਰਾਵਾਂ ਨੂੰ ਕਵਾਂਗੇ ਹੁਣ ਜਿਹੜਾ ਵੀ ਤੁਹਾਡਾ ਸਵਾਲ ਆ ਉਹਦੇ ਉੱਤੇ ਕਰੋ, ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਰੀਲੋਡ ਕਰਾਂਗੇ ਉਹਦੇ ਨਾਲ ਅਸੀਂ ਉਹਦੇ ਕੰਪਲੀਟ ਪੈਕੇਜ ਜਿਹੜਾ ਆ ਉਹਨੂੰ ਦੁਬਾਰਾ ਸਾਰਾ ਲੋਕਾਂ ਦੇ ਅੱਗੇ ਲਿਆਵਾਂਗੇ। ਔਰ ਫਿਰ ਉਸ ਨੂੰ ਵੀ ਜਿਹੜਾ ਪਹਿਲਾਂ ਅਸੀਂ ਹੁਣ ਸੇਫ ਕਰ ਲਿਆ ਉਹਨੂੰ ਰੀਲੋਡ ਕਰਕੇ ਫਿਰ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ, ਤੇ ਫਿਰ ਉਹਨਾਂ ਦੇ ਮਨ 'ਚ ਜਿਹੜਾ ਸਵਾਲ ਹੋਵੇ ਉਹ ਖੁੱਲ੍ਹ ਕੇ ਸਾਡੇ ਨਾਲ ਕਰ ਸਕਣਗੇ। ਲੇਕਿਨ ਹੁਣ ਜਦੋਂ ਕਰਦੇ ਆ ਤੇ ਫਿਰ ਸਾਡਾ ਧਿਆਨ ਜਿਹੜਾ ਵੰਡ ਜਾਂਦਾ ਹੈ, ਤੇ ਉਹਦੇ ਨਾਲ ਫਿਰ ਜਿਹੜਾ ਲੋਕਾਂ ਨੂੰ ਆਸ਼ੀਸ਼ ਔਰ ਬਰਕਤ ਮਿਲ ਰਹੀ ਆ ਉਹਦੇ ਵਿੱਚ ਵੀ ਵਿਘਨ ਹੁੰਦਾ, ਕਿਉਂਕਿ ਸਾਨੂੰ ਫਿਰ ਜਿਹੜਾ ਅਸੀਂ ਰਾਤ ਨੂੰ ਦੱਸਣਾ ਹੁੰਦਾ ਉਹਦੇ ਲਈ ਸਾਨੂੰ ਪ੍ਰਭੂ ਦੇ ਨਾਲ ਬੈਠਣਾ ਪੈਂਦਾ ਹੈ, ਉਹਦੇ ਲਈ ਮਦਨ ਕਰਨਾ ਪੈਂਦਾ ਹੈ। ਉਹਦੇ ਵਿੱਚ ਫਿਰ ਵਿਘਨ ਪੈਂਦਾ ਜਦੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਕਾਲਾਂ ਉਹ ਹੈਂਡਲ ਕਰਨੀਆਂ ਪੈਂਦੀਆਂ। ਮੈਂ ਪਿੱਛੇ ਇੱਕ ਗੱਲ ਦੱਸੀ ਸੀ, ਉਹ ਕਹਿੰਦੇ ਨਾ ਵੀ ਉਹ ਆਪਣੇ ਉਹ ਗਧੇ ਵਾਲੀ ਉਹ ਜਿਹੜੀ ਉਦਾਹਰਨ ਦਿੱਤੀ ਸੀ ਨਾ, ਵੀ ਉਹ ਗਧੇ ਦੇ ਉੱਤੇ ਸੀ ਪਹਿਲਾਂ, ਤੇ ਉਹ ਲੋਕਾਂ ਨੇ ਫਿਰ ਗੱਲ ਕਰਤੀ, ਫਿਰ ਗਧੇ ਤੋਂ ਉਤਰ ਗਏ, ਫਿਰ ਗੱਲ ਕਰਤੀ, ਫਿਰ ਬੰਦਾ ਬਹਿ ਗਿਆ, ਫਿਰ ਗੱਲ ਕਰਤੀ, ਫਿਰ ਉਹਨੇ ਬੰਦੇ ਨੇ ਉਤਰ ਕੇ ਜਨਾਨੀ ਬਿਠਾਤਾ, ਫਿਰ ਗੱਲ ਕਰ ਦਿੱਤੀ, ਫਿਰ ਉਹ ਗਧੇ ਦੇ ਨਾਲ ਤੁਰ ਪਏ, ਫਿਰ ਗੱਲ ਕਰਤੀ। ਸੋ ਉੱਦਾਂ ਹੀ ਲੋਕਾਂ ਦੀਆਂ ਗੱਲਾਂ ਜਿਹੜੀਆਂ ਖਤਮ ਨਹੀਂ ਹੁੰਦੀਆਂ। ਪਿੱਛੇ ਜੇ ਮੈਂ ਇੱਕ ਦੱਸਿਆ ਸੀਗਾ ਕਿ ਮੈਂ ਕੋਈ ਬਹੁਤ ਵੱਡੇ ਲੈਵਲ ਦਾ ਕੋਈ ਸੇਵਕ ਨਹੀਂ ਹੈ, ਔਰ ਇਸ ਕਰਕੇ ਮੈਨੂੰ ਸਾਰਾ ਕੰਮ ਆਪ ਹੀ ਕਰਨਾ ਪੈਂਦਾ। ਸਾਡੇ ਨਾਲ ਕੋਈ ਅਸਿਸਟੈਂਟ ਨਹੀਂ ਹੈ, ਕੋਈ ਇੱਦਾਂ ਦੇ ਕੰਮ ਕਰਨ ਵਾਲੇ ਨਹੀਂ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨ। ਤੇ ਉਹਦੇ ਉੱਤੇ ਵੀ ਇੱਕ ਗੁਰਦਾਸਪੁਰ ਸਾਈਡ ਤੋਂ ਇੱਕ ਭਾਈ ਨੇ ਉਹਦੇ ਉੱਤੇ ਵੀ ਕਮੈਂਟ ਕਰ ਦਿੱਤਾ ਸੀਗਾ ਵੀ ਤੁਹਾਡੀ ਇੰਟਰਨਲੀ ਸੋਚ ਦਾ ਪਤਾ ਲੱਗ ਗਿਆ ਆ, ਵੀ ਤੁਸੀਂ ਹੁਣ ਇਸ ਬਹਾਨੇ ਨਾਲ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਵੀ ਤੁਹਾਡਾ ਵਿਜ਼ਨ ਇਹ ਹੈ ਵੀ ਲੋਕਾਂ ਨੂੰ ਤੁਸੀਂ ਆਪਣੀ ਮਜਬੂਰੀ ਦੱਸ ਕੇ ਤੇ ਉਸ ਹੱਦ ਤੱਕ ਪਹੁੰਚਣਾ ਚਾਹੁੰਦੇ ਹੋ ਵੀ ਲੋਕੀ ਤੁਹਾਨੂੰ ਉਸ ਹੱਦ ਤੱਕ ਪਹੁੰਚਾ ਦੇਣ। ਸੋ ਮੈਨੂੰ ਉਹਦਾ ਬੜਾ ਅਫਸੋਸ ਹੋਇਆ। ਉਸ ਭਾਈ ਨੂੰ ਫਿਰ ਮੈਂ ਬਲੌਕ ਹੀ ਕਰ ਦਿੱਤਾ ਸੀ। ਮੈਂ ਕਿਹਾ ਜਿਹੜੇ ਇੱਦਾਂ ਦੀ ਘਟੀਆ ਸੋਚ ਰੱਖਦਾ ਬੰਦਾ, ਉਹਦੇ ਨਾਲ ਉਹਨੂੰ ਫਿਰ ਜਵਾਬ ਦੇਣਾ ਵੀ ਜਿਹੜਾ ਨਾ ਉਹ ਵੀ ਵਾਜਬ ਨਹੀਂ ਆ। ਲੇਕਿਨ ਜਿਹਨੂੰ ਸਾਨੂੰ ਲੱਗਦਾ ਵੀ ਇਹਦੇ ਨਾਲ ਗੱਲ ਕਰਨੀ ਚਾਹੀਦੀ ਜਾਂ ਜਵਾਬ ਦੇਣਾ ਚਾਹੀਦਾ, ਉਹਨੂੰ ਅਸੀਂ 100% ਜਵਾਬ ਦੇਈਦਾ ਆ ਔਰ ਉਹਦੇ ਨਾਲ ਰਾਬਤਾ ਰੱਖੀਦਾ ਆ। ਲੇਕਿਨ ਜਿਹੜਾ ਬਿਲਕੁਲ ਨੌਨਸੈਂਸ ਗੱਲ ਕਰਦਾ ਹੈ ਨਾ, ਉਹਨੂੰ ਫਿਰ ਅਸੀਂ ਬਲੌਕ ਹੀ ਕਰ ਦਈਦਾ ਔਰ ਉਹਨੂੰ ਜਵਾਬ ਦੇਣਾ ਵਾਜਬ ਹੀ ਨਹੀਂ ਹੈ, ਕਿਉਂਕਿ ਵਚਨ ਦੱਸਦਾ ਵੀ ਫਿਰ ਇਹ ਤੇ ਸੁੱਚੇ ਮੋਤੀ ਸੂਰਾ ਅੱਗੇ ਤੇ ਪਵਿੱਤਰ ਵਸਤ ਕੁੱਤਿਆਂ ਨੂੰ ਪਾਉਣ ਵਾਲੀ ਗੱਲ ਹੋ ਜਾਂਦੀ ਹੈ। ਸੋ ਬੰਦੇ ਦੇ ਸਵਾਲ ਕਰਨ ਤੇ ਪਤਾ ਲੱਗ ਜਾਂਦਾ ਵੀ ਉਹ ਸਿੱਖਣ ਦੀ ਨੀਅਤ ਨਾਲ ਸਵਾਲ ਕਰ ਰਿਹਾ ਹੈ ਜਾਂ ਕਿ ਜਿੱਦ ਕਰਨਾ ਸਵਾਲ ਕਰ ਰਿਹਾ ਹੈ ਜਾਂ ਕਿ ਸਾਨੂੰ ਝੂਠਾ ਤੇ ਸ਼ਰਮਿੰਦਾ ਕਰਨ ਦੇ ਲਈ ਸਵਾਲ ਕਰ ਰਿਹਾ। ਸੋ ਸਵਾਲ ਤੋਂ ਹੀ ਪਤਾ ਲੱਗ ਜਾਂਦਾ ਹੈ। ਕਈਆਂ ਨੂੰ ਅਸੀਂ ਕਹੀਦਾ ਸਵਾਲ ਕਰਦੇ ਆ, ਉਹ ਫੇਸਬੁੱਕ ਦੇ ਉੱਤੇ ਆ ਕੇ ਕਮੈਂਟ ਦੇ ਵਿੱਚ ਉਹਨਾਂ ਕਹੀਦਾ ਭਾਈ ਆਪਾਂ ਫੋਨ ਦੇ ਉੱਤੇ ਗੱਲ ਕਰ ਲੈਂਦੇ। ਨਹੀਂ ਜੀ, ਤੁਸੀਂ ਇੱਥੇ ਹੀ ਗੱਲ ਕਰੋ, ਤੁਸੀਂ ਫੇਸਬੁੱਕ 'ਤੇ ਗੱਲ ਕਰੋ ਤਾਂ ਕਿ ਸਾਰੇ ਸੁਣਨ। ਫਿਰ ਉਹਨਾਂ ਨੂੰ ਕਹੀਦਾ ਭਾਈ ਫੇਸਬੁੱਕ 'ਤੇ ਤੂੰ ਜੇ ਲੋਕਾਂ ਨੇ ਸੁਣਾਉਣਾ ਚਾਹੁੰਦਾ ਨਾ ਤੇ ਤੂੰ ਸਾਡੇ ਨਾਲ ਫੋਨ 'ਤੇ ਗੱਲ ਕਰ ਲਾ।
ਫੋਨ ਰਿਕਾਰਡਿੰਗ ਤੇ ਲਾ ਲਾ, ਬਾਅਦ ਵਿੱਚ ਉਹਨੇ ਫਿਰ ਤੂੰ ਲੋਡ ਕਰਦੀ ਲੋਕਾਂ ਨੂੰ ਸੁਣਾਣੀ ਜਿਹਨਾਂ ਦੇ ਸਾਹਮਣੇ ਤੂੰ ਹੀਰੋ ਬਣਨਾ ਚਾਹੁੰਦਾ ਆ। ਤੇ ਉਹ ਜਦੋਂ ਫਿਰ ਨਹੀਂ ਨਾ ਚਾਹੁੰਦੇ, ਉਹ ਕਹਿੰਦੇ ਨਹੀਂ ਅਸੀਂ ਨਹੀਂ ਫੋਨ ਤੇ ਨਹੀਂ ਗੱਲ ਕਰਨੀ, ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਬੰਦਾ ਗੱਲ ਕਰਨ ਦੇ ਮੂਡ 'ਚ ਨਹੀਂਗਾ, ਬਲਕਿ ਬੇਇੱਜ਼ਤੀ ਕਰਨ ਦੇ ਮੂਡ ਦੇ ਵਿੱਚ ਹੀ ਹੈ, ਹੋਰ ਇਹਨੂੰ ਕੁਛ ਚਾਹੀਦਾ ਨਹੀਂ ਹੈ। ਤੇ ਫਿਰ ਅਸੀਂ ਉਹਨੂੰ ਬਲੌਕ ਹੀ ਮਾਰ ਦਈਦਾ ਵੀ ਨਹੀਂ ਵੀ ਇਹਦੇ ਨਾਲ ਕੋਈ ਸਮਾਂ ਟਾਈਮ ਖਰਾਬ ਕਰਨ ਦਾ ਫਾਇਦਾ ਨਹੀਂ ਹੈ। ਸੋ ਅੱਜ ਵੀ ਮੈਂ ਸਵੇਰੇ ਵੀ ਦੱਸਿਆ ਸੀ, ਉਸ 12 ਅਧਿਆਇ ਨੂੰ ਰੋਕਿਆ ਇਸੇ ਕਰਕੇ ਗਿਆ ਆ ਕਿਉਂਕਿ ਵਿਘਨ ਪੈ ਰਿਹਾ, ਕਿਉਂਕਿ ਲੰਬਾ ਆ, ਜੇ ਘੱਟੋ ਘੱਟ 6 ਕੁ 7 ਹਫ਼ਤਿਆਂ ਦੇ ਵਿੱਚ ਉਹਨੇ ਕਲੀਅਰ ਹੋਣਾ ਸੀਗਾ। ਲੇਕਿਨ ਸਵਾਲ ਪਹਿਲਾਂ ਸ਼ੁਰੂ ਹੋ ਗਏ, ਜਦ ਕਿ ਮੈਂ ਪਹਿਲਾਂ ਸ਼ੁਰੂ 'ਚ ਦੱਸਿਆ ਸੀਗਾ ਵੀ ਇਹ 'ਤੇ ਸਵਾਲ ਬਹੁਤ ਆਉਣੇ ਆ ਅਤੇ ਤੁਸੀਂ ਸਬਰ ਰੱਖਿਓ। ਅਤੇ ਉਹਨੂੰ ਅਸੀਂ ਇਸੇ ਕਰਕੇ ਰੋਕ ਦਿੱਤਾ ਆ। ਅਤੇ ਹੁਣ ਅਸੀਂ ਬਾਕੀ ਸਾਰਾ ਮਟੀਰੀਅਲ ਪੂਰਾ ਕਰਕੇ ਫਿਰ ਐਂਡ ਦੇ ਦਿਨਾਂ ਵਿੱਚ ਉਹਨੂੰ ਜਾ ਕੇ ਸਾਰਾ ਜਿਹੜਾ ਆ ਸਿਸਟਮ ਨੂੰ ਕਲੀਅਰ ਕਰਾਂਗੇ, ਲੇਕਿਨ 100% ਕਲੀਅਰ ਕਰਾਂਗੇ। ਔਰ ਜਿਹੜੀ ਗੱਲ ਦੱਸੀ ਆ ਉਸੇ ਗੱਲ ਨੂੰ ਹੀ ਕਲੀਅਰ ਕਰਾਂਗੇ। ਔਰ ਜਦੋਂ ਕਲੀਅਰ ਕਰਾਂਗੇ ਫਿਰ ਮੈਨੂੰ ਉਮੀਦ ਆ ਵੀ ਖੁਦਾ ਦੇ ਫਜ਼ਲ ਨਾਲ ਲੋਕਾਂ ਦੀ ਸਮਝ ਦੇ ਵਿੱਚ ਉਹ ਸਾਰਾ ਪ੍ਰਕਾਸ਼ਨ ਜਿਹੜਾ ਉਹ ਆ ਜਾਵੇਗਾ। ਹਾਲੇਲੂਇਆ। ਸੋ ਜਿਹੜੇ ਮਸੀਹ ਵਿੱਚ ਮਰੇ ਹੋਏ ਨੇ ਉਹਨਾਂ ਦੀ ਆਤਮਾ ਯਿਸੂ ਮਸੀਹ ਦੇ ਨਾਲ ਵਾਪਸ ਆਵੇਗੀ ਫਿਰ ਤੋਂ ਜੀ ਉੱਠਣ ਵਾਲੇ ਸਰੀਰ ਨੂੰ ਲੈਣ ਵਾਸਤੇ। ਸੋ ਇਹ ਸਵਰਗੀ ਸਰੀਰ ਜਿਹੜੇ ਆ ਆਤਮਿਕ ਤੌਰ ਦੇ ਉੱਤੇ ਜਿਹੜੇ ਉਹਨਾਂ ਨੂੰ ਨਸੀਬ ਹੋਣੇ ਆ, ਉਹ ਸਰੀਰ ਉਹਨਾਂ ਨੇ ਪ੍ਰਾਪਤ ਕਰਨੇ ਆ। ਔਰ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਨਾਂ ਨੂੰ ਪ੍ਰਾਪਤ ਕਰਨਾ ਹੈ। ਪ੍ਰਭੂ ਯਿਸੂ ਮਸੀਹ ਆਪ ਨਾਲ ਆਵੇਗਾ। ਸੋ ਪੜ੍ਹਦੇ ਹਾਂ ਰੈਫਰੈਂਸ ਉਹਦਾ ਪਹਿਲਾ ਥੈਸਲੋਨੀਕੇ ਦਾ ਖੱਤ, ਉਹਦਾ 4 ਅਧਿਆਏ, ਉਹਦੀ 14 ਵਰਸ। ਫਸਟ ਥੈਸਲੋਨੀਅਨ ਉਹਦਾ ਚੈਪਟਰ 4 ਵਰਸ 14। ਪਹਿਲਾ ਥੈਸਲੋਨੀਕੇ ਉਹਦਾ 4 ਬਾਬ ਉਹਦੀ 14 ਆਇਤ। ਸੋ ਬਾਰ-ਬਾਰ 3-4 ਵਾਰੀ ਰਿਪੀਟ ਤਾਂ ਕਰੀ ਦੀ ਹੈ ਵੀ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਲੱਗਦਾ, ਕਹਿੰਦੇ ਵਰਸ ਦਾ ਪਤਾ ਨਹੀਂ ਸੀ ਲੱਗਾ। ਸੋ ਤੁਸੀਂ ਪਲੀਜ਼ ਨੋਟ ਕਰ ਲਿਓ। ਔਰ ਅਗਰ ਕੋਈ ਕਰ ਰਿਹਾ ਹੈ ਲਿਖ ਰਿਹਾ ਤਾਂ ਉਹ ਲਿਖ ਵੀ ਸਕਦਾ ਹੈ ऑनलाइन, राइट। क्योंकि यदि हम प्रतीत करते हैं कि यीशु मरा और जी भी उठा, यदि हम प्रतीत करते हैं कि यीशु मरा और जी भी उठा, तो वैसे ही परमेश्वर उन्हें भी जो यीशु मसीह में सो गए हैं उसी के साथ ले आएगा। फिर रिपीट करदा, यदि हम प्रतीत करते हैं कि यीशु मरा और जी भी उठा, तो वैसे ही परमेश्वर उन्हें भी जो यीशु मसीह में सो गए हैं उसी के साथ जिलाएगा या ले आएगा। सो ਅਸੀਂ ਇੱਕ ਗੱਲ ਨੂੰ ਤੇ ਪੱਕਾ ਮੰਨਦੇ ਹਾਂ ਕਿ ਯਿਸੂ ਮਸੀਹ ਜਿਸ ਬਦਨ ਦੇ ਵਿੱਚ ਕਬਰ 'ਚ ਰੱਖਿਆ ਗਿਆ ਸੀ, ਜੀ ਉੱਠਣ ਵਾਲਾ ਉਹ ਬਦਨ ਫਿਰ ਨਹੀਂ ਰਿਹਾ, ਬਲਕਿ ਉਹ ਬਦਨ ਪਰਿਵਰਤਿਤ ਹੋ ਗਿਆ ਸੀ। ਔਰ ਉਹ ਫਿਰ ਮਿੱਟੀ ਵਾਲਾ ਨਹੀਂ ਰਿਹਾ, ਉਹ ਸਵਰਗੀ ਬਣ ਗਿਆ। ਲੇਕਿਨ ਉਹਨੂੰ ਅਸੀਂ ਮਿੱਟੀ ਵਾਲੇ ਤੇ ਸਵਰਗੀ ਰੂਪ ਦੇ ਵਿੱਚ ਕਿਤੇ ਕਿਤੇ ਜਗ੍ਹਾ ਦੇ ਵਿੱਚ ਵੇਰਵਿਆਂ ਨੂੰ ਦੇਖਦੇ ਹਾਂ, ਲੇਕਿਨ ਉਹਦਾ ਪ੍ਰਕਾਸ਼ਨ ਜਿਹੜਾ ਉਹ ਹੋ ਰਿਹਾ। ਸੋ ਇੱਕ ਗੱਲ ਪੱਕੀ ਆ ਵੀ ਬਦਨ ਜਿਹੜਾ ਆ ਪਰਿਵਰਤਿਤ ਹੋਣ ਵਾਲਾ ਜਿਹੜਾ ਬਦਨ ਆ ਉਹ ਸਾਨੂੰ ਪ੍ਰਾਪਤ ਹੋਵੇਗਾ। ਔਰ ਯਿਸੂ ਮਸੀਹ ਜਿਵੇਂ ਜੀ ਉੱਠਿਆ ਉਸੇ ਤਰ੍ਹਾਂ ਇਹ ਸਾਡੇ ਲਈ ਇੱਕ ਆਸ ਆ ਕਿ ਅਸੀਂ ਵੀ ਜੀ ਉੱਠਾਂਗੇ। 15 आयत ਵਿੱਚ लिखा, क्योंकि हम प्रभु के वचन के अनुसार तुमसे ये कहते हैं कि हम जो जीवित हैं और परमेश्वर के प्रभु के आने तक बचे रहेंगे तो सोए हुओं से कभी भी आगे ना बढ़ेंगे। पहली गल तो यह है भी असी जड़े आ जो असी बदलना आ साडे कोल भी ये शरीर होना नहीं है। ये शरीर स्वर्गीय शरीर बन जाना आ। ਇਹ ਸਰੀਰ ਫਿਰ ਇਹ ਸਰੀਰ ਨਹੀਂ ਰਹਿਣਾ ਜਿਹੜਾ ਸਾਡੇ ਕੋਲ ਆ। ਇਸ ਤੋਂ ਪਹਿਲਾਂ ਇਹ ਸਰੀਰ ਬਦਲੇ ਜਿਹੜੇ ਪਹਿਲਾਂ ਮਸੀਹ ਦੇ ਵਿੱਚ ਸੋ ਚੁੱਕੇ ਆ, ਜਿਨ੍ਹਾਂ ਦਾ ਪ੍ਰਾਣ ਤੇ ਆਤਮਾ ਇੱਕ ਖਾਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਨੇ ਰੱਖਿਆ ਹੋਇਆ ਆ, ਉਹ ਜਿਹੜੇ ਸਾਡੇ ਤੋਂ ਪਹਿਲਾਂ ਆ ਔਰ ਜਿਹੜੇ ਉਹ ਜੀ ਉੱਠਣਗੇ ਉਹਨਾਂ ਨੂੰ ਵੀ ਸੇਮ ਉਹੀ ਬਦਨ ਦਿੱਤਾ ਜਾਵੇਗਾ ਜਿਹੜਾ ਸਾਡਾ ਪਰਿਵਰਤਿਤ ਹੋਵੇਗਾ, ਤਾਂ ਕਿ ਅਸੀਂ ਸਭੇ ਇੱਕੋ ਸਮਾਨ ਹੋਈਏ। तो ਇੱਕੋ ਸਮਾਨ ਸਿਰਫ ਅਸੀਂ ਜਿਹੜੇ ਸੋ ਗਏ ਆ ਤੇ ਅਸੀਂ ਜਿਉਂਦੇ ਆ, ਅਸੀਂ ਨਹੀਂ ਇੱਕੋ ਸਮਾਨ ਹੋਣਾ। ਸਿਰਫ ਇਹ ਵੀ ਗੱਲ ਨੋਟ ਕਰਨੀ ਆ, ਜਿਹੜੇ ਸਾਡੇ ਤੋਂ ਪਹਿਲਾਂ ਕਈਆਂ ਨੂੰ ਸੋ ਚੁੱਕੇ ਦਾ ਪਤਾ ਨਹੀਂ ਲੱਗਦਾ, ਅਸੀਂ ਉਹਦੇ ਲਈ ਜਿੱਦਾਂ ਦਾ ਦੁਨੀਆ ਸ਼ਬਦ ਸਮਝ ਅੰਡਰਸਟੈਂਡ ਕਰਦੇ ਅਸੀਂ ਉਹੀ ਸ਼ਬਦ ਇਸਤੇਮਾਲ ਕਰਾਂਗੇ। ਜਿਹੜੇ ਪਹਿਲਾਂ ਪ੍ਰਭੂ ਦੇ ਵਿੱਚ ਧਰਮੀ ਜ਼ਿੰਦਗੀ ਜੀ ਕੇ ਮਰ ਗਏ ਆ ਉਹ ਵੀ ਜੀ ਉੱਠਣਗੇ ਤੇ ਸਾਡਾ ਜਿਹੜਾ ਸਰੀਰ ਪਰਿਵਰਤਿਤ ਹੋਣਾ ਆ, ਬਦਲ ਜਾਣਾ ਆ। ਸਾਡਾ
ਤੇ ਜੀ ਉੱਠਿਆਂ ਦਾ ਪਰਿਵਰਤਿਤ ਸਰੀਰ ਜਿਹੜਾ ਆ ਉਹ ਇੱਕੋ ਜਿਹਾ ਹੋਵੇਗਾ। ਔਰ ਸਿਰਫ ਸਾਡਾ ਹੀ ਨਹੀਂ ਹੋਵੇਗਾ, ਇਹ ਦੋ ਗਰੁੱਪਾਂ ਦਾ ਹੀ ਨਹੀਂ ਹੋਵੇਗਾ, ਬਲਕਿ ਤੀਜਾ ਪ੍ਰਭੂ ਯਿਸੂ ਮਸੀਹ ਆਪ ਵੀ ਹੈ। ਨੰਬਰ 1 ਅਸੀਂ ਪਰਿਵਰਤਿਤ ਹੋਵਾਂਗੇ, ਜਿਹੜਾ ਬਦਨ ਸਾਡੇ ਕੋਲ ਆ ਉਹੋ ਹੀ ਜਿਹੜੇ ਜੀ ਉੱਠਣਗੇ ਉਹਨਾਂ ਕੋਲ ਵੀ ਉਹੀ ਬਦਨ ਹੋਵੇਗਾ, ਪਲੱਸ ਯਿਸੂ ਮਸੀਹ ਵੀ ਉਸੇ ਹੀ ਸਰੂਪ ਦੇ ਵਿੱਚ ਹੋਵੇਗਾ। ਸੋ ਅਸੀਂ ਤਿੰਨੋਂ ਇੱਕੋ ਹੀ ਸਰੂਪ ਦੇ ਵਿੱਚ ਹੋਵਾਂਗੇ। ਉਹਨੂੰ ਯਹੋਨਾ ਦੇ ਖਾਤੇ 'ਚ ਅਸੀਂ ਬਾਰ-ਬਾਰ ਪੜ੍ਹ ਲਿਆ ਹੋਇਆ ਕਿ ਇਹ ਬੱਚਿਓ ਅਜੇ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ, ਪਰ ਇੱਕ ਗੱਲ ਪੱਕੀ ਆ, ਜਾਂ ਪ੍ਰਭੂ ਯਿਸੂ ਮਸੀਹ ਆਵੇਗਾ ਤੇ ਜਿੱਦਾਂ ਦਾ ਉਹ ਆ ਉਦਾਂ ਦੇ ਅਸੀਂ ਹੋਵਾਂਗੇ। ਸੋ ਸਿੰਪਲ ਗੱਲ ਆ ਵੀ ਤਿੰਨੇ ਇੱਕੋ ਹੀ ਜਿਹੇ ਹੋਣਗੇ, ਤਿੰਨੇ ਇੱਕੋ ਸਰੂਪ 'ਚ ਹੋਣਗੇ। ਇਹਦੇ 'ਚ ਕੋਈ ਭੇਤ ਭਰੀ ਗੱਲ ਸਾਹਮਣੇ ਨਹੀਂ ਆਉਂਦੀ। ਸਿਰਫ ਵਰਸਾ ਪਤਾ ਹੋਣ ਤੇ ਸਾਨੂੰ ਪਤਾ ਲੱਗ ਜਾਂਦਾ, ਉਹ ਸਾਡੇ ਲਈ ਈਜੀ ਹੋ ਜਾਂਦਾ ਹੈ। सो 15 वर्ष में फिर मैं रिपीट करता थेसलोनीके 4:15 नू, क्योंकि हम प्रभु के वचन के अनुसार तुमसे ये कहते हैं कि हम जो जीवित हैं और प्रभु के आने तक बचे रहेंगे, सोए हुओं से कभी आगे नहीं बढ़ेंगे, क्योंकि प्रभु आप ही स्वर्ग से उतरेगा। उस समय ललकार और प्रधान दूत का शब्द सुनाई देगा और परमेश्वर की तुरही फूंकी जाएगी, और जो मसीह में मरे हैं वो पहले जी उठेंगे। ਉਹ ਸਾਡੇ ਤੋਂ ਪਹਿਲੇ ਆ ਤੇ ਪਹਿਲਾਂ ਹੀ ਜੀ ਉੱਠਣਗੇ, ਫਿਰ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਉਹ ਜਿਹੜੇ ਪਹਿਲਾਂ ਜੀ ਉੱਠੇ ਆ, ਜਿਹੜਾ ਬਦਨ ਉਹਨਾਂ ਨੂੰ ਮਿਲੂਗਾ ਸੇਮ ਬਦਨ ਸਾਨੂੰ ਵੀ ਮਿਲੂਗਾ। ਫਰਕ ਸਿਰਫ ਇੰਨਾ ਹੈ ਵੀ ਉਹਨਾਂ ਦੇ ਪ੍ਰਾਣ ਆਤਮਾ ਨੂੰ ਨਵਾਂ ਬਦਨ ਮਿਲਣਾ ਆ, ਅਸੀਂ ਸਰੀਰ ਪ੍ਰਾਣ ਆਤਮਾ ਦੇ ਵਿੱਚ ਹੋਣਾ ਹੈ, ਲੇਕਿਨ ਇਹਦੇ ਵਿੱਚ ਹੀ ਸਾਡਾ ਸਰੀਰ ਜਿਹੜਾ ਪਰਿਵਰਤਿਤ ਹੋ ਜਾਣਾ ਹੈ। ਹਾਲੇਲੂਇਆ। ਬਾਕੀ ਸਾਰਾ ਸਿਸਟਮ ਸੇਮ। ਸੋ ਇਹ ਗੱਲ ਹੈਗੀ ਆ ਜਿਹੜੀ ਅਸੀਂ ਸੁਣਦੇ ਸੀ ਦੁਲਹਨ ਦੇ ਬਾਰੇ, ਜਿਹੜਾ ਦੁਲਹਨ ਦੇ ਨਾਲ ਵਾਪਰਨਾ ਆ। ਇਹਦੇ ਉਲਟ ਅਸੀਂ ਹੁਣ ਦੇਖਦੇ ਹਾਂ ਕਿ ਦੁਲਹਨ ਨੂੰ ਤੇ ਇਹ ਸਰੀਰ ਪ੍ਰਾਪਤ ਹੋਣਾ ਆ, ਲੇਕਿਨ ਦੂਸਰੇ ਆਗਮਨ ਦੇ ਵਿੱਚ ਅਸੀਂ ਦੇਖਦੇ ਹਾਂ ਦੁਲਹਨ ਨਵੇਂ ਆਤਮਿਕ ਸਰੀਰ ਵਿੱਚ ਸਫੇਦ ਘੋੜਿਆਂ ਤੇ ਸਵਾਰ ਹੋ ਕੇ ਪ੍ਰਭੂ ਯਿਸੂ ਦੇ ਨਾਲ ਆਉਣਗੇ। ਜਦੋਂ ਦੂਸਰਾ ਆਗਮਨ ਹੈ ਨਾ, ਇਹ ਨਵੇਂ ਸਰੀਰਾਂ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਨਾਲ ਆਉਣਗੇ। ਹਾਲੇਲੂਇਆ। ਘੋੜਿਆਂ ਤੇ ਸਵਾਰ ਹੋ ਕੇ ਨਾਲ ਹੋਊਗੇ। ਜਦੋਂ ਇਸਰਾਇਲ ਦੇ ਉੱਤੇ ਪ੍ਰਭੂ ਯਿਸੂ ਮਸੀਹ ਆਪਣੇ ਨੂੰ ਪ੍ਰਗਟ ਕਰਨ ਲਈ ਆਊਗਾ, ਜਦੋਂ ਦੁਨੀਆ ਸਾਰੀ ਉਹਨੂੰ ਦੇਖੂਗੀ, ਜਦੋਂ ਕੌਮਾਂ ਛਾਤੀ ਪਿੱਟਣਗੀਆਂ, ਜਦੋਂ ਲੋਕੀ ਰੋਣਗੇ ਕਿ ਅਸੀਂ ਉਸ ਸਮੇਂ ਨੂੰ ਗਵਾ ਲਿਆ ਆ, ਉਸ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰੈਪਚਰ ਦੇ ਵਿੱਚ ਤੇ ਦੁਲਹਨ ਨੂੰ ਉਹ ਬਦਨ ਮਿਲੂਗਾ ਜਿਹੜੇ ਮਰੇ ਹੋਏ ਜੀ ਉੱਠਣ, ਜਿਹਨਾਂ ਨੂੰ ਜਵਾਲਿਆ ਜਾਊਗਾ, ਪੁਨਰ ਉਥਾਨ ਜਿਹਨਾਂ ਦਾ ਹੋਊਗਾ, ਉਹਨਾਂ ਨੂੰ ਵੀ ਸਰੀਰ ਮਿਲੂਗਾ। ਪਲੱਸ ਉਹੋ ਹੀ ਸਰੀਰਾਂ ਦੇ ਸਮੇਤ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਯਰੂਸ਼ਲਮ ਦੇ ਉੱਤੇ ਆਉਣਗੇ। ਰਾਜਧਾਨੀ ਬਣਾਈ ਜਾਊਗੀ ਔਰ ਦੁਨੀਆ ਉੱਤੇ ਰਾਜ ਕਰਨ ਦੇ ਵਾਸਤੇ ਉਹ ਨਾਲ ਆਉਣਗੇ। ਜਿਵੇਂ ਪ੍ਰਭੂ ਯਿਸੂ ਮਸੀਹ ਘੋੜਿਆਂ ਤੇ ਸਵਾਰ ਹੋ ਕੇ ਆਵੇਗਾ, ਉਸੇ ਤਰ੍ਹਾਂ ਇਹ ਧਰਮੀ ਜਨ ਸੈਕੰਡ ਕਮਿੰਗ ਦੇ ਵੇਲੇ, ਦੂਸਰੇ ਆਗਮਨ ਦੇ ਵੇਲੇ, ਇਸਰਾਇਲ ਦੇ ਉੱਤੇ ਪ੍ਰਗਟ ਹੋਣ ਦੇ ਵੇਲੇ, ਦੁਨੀਆ ਤੇ ਪ੍ਰਗਟ ਹੋਣ ਦੇ ਵੇਲੇ ਇਹ ਵੀ ਨਾਲ ਘੋੜਿਆਂ ਦੇ ਉੱਤੇ ਸਵਾਰ ਹੋ ਕੇ, ਜਿਵੇਂ ਪ੍ਰਭੂ ਯਿਸੂ ਮਸੀਹ ਦੇਖਿਆ ਜਾਵੇਗਾ, ਉਸੇ ਤਰ੍ਹਾਂ ਉਹਦੇ ਲੋਕ ਵੀ ਆਉਂਦਿਆਂ ਨੂੰ ਦੁਨੀਆ ਸਾਰੀ ਉਹਨਾਂ ਨੂੰ ਆਉਂਦਿਆਂ ਦੇਖੇਗੀ। ਔਰ ਇਹ ਉਹ ਜਲਾਲ ਆ, ਇਹ ਉਹ ਮਹਿਮਾ ਆ ਜਿਹੜੀ ਪ੍ਰਭੂ ਯਿਸੂ ਮਸੀਹ ਆਪਣੇ ਨਾਲ ਉਹੀ ਮਹਿਮਾ ਜਿਹੜੀ ਪਿਤਾ ਨੇ ਉਹਨੂੰ ਦਿੱਤੀ ਆ, ਪੂਰੀ ਦੀ ਪੂਰੀ ਮਹਿਮਾ ਸਾਨੂੰ ਵੀ ਦੇ ਕੇ ਇਸ ਧਰਤੀ ਦੇ ਉੱਤੇ ਰਾਜ ਕਰਨ ਦੇ ਵਾਸਤੇ ਲਿਆਵੇਗਾ। ਔਰ ਉਦੋਂ ਪ੍ਰਭੂ ਯਿਸੂ ਮਸੀਹ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਹਾਲੇਲੂਇਆ। ਅਸੀਂ ਪ੍ਰਭੂ ਯਿਸੂ ਮਸੀਹ ਦੇ ਸਮਾਨ ਗਿਣੇ ਜਾਵਾਂਗੇ। ਕਿਸੇ ਵੀ ਗੱਲ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਤੋਂ ਘੱਟ ਗਿਣੇ ਨਹੀਂ ਜਾਵਾਂਗੇ। ਅਸੀਂ ਪ੍ਰਭੂ ਹੋਵਾਂਗੇ ਤੇ ਉਹ ਪ੍ਰਭੂਆਂ ਦਾ ਪ੍ਰਭੂ ਹੋਵੇਗਾ। ਅਸੀਂ ਰਾਜਾ ਹੋਵਾਂਗੇ ਤੇ ਉਹ ਰਾਜਿਆਂ ਦਾ ਰਾਜਾ ਹੋਵੇਗਾ। ਸੋ ਸਾਰਾ ਦੁਲਹਨ ਦਾ ਸਿਸਟਮ ਜਿਹੜਾ ਆ ਸੇਮ ਬਰਾਬਰ ਹੋਵੇਗਾ। ਕਿਸੇ ਵੀ ਜਗ੍ਹਾ ਦੇ ਉੱਤੇ ਦੁਲਹਨ ਨੂੰ ਘੱਟ ਰੱਖਿਆ ਜਾਵੇਗਾ ਨਹੀਂ, ਬਲਕਿ ਦੂਜੇ ਸ਼ਬਦਾਂ 'ਚ ਇਹ ਕਹੀਏ ਕਿ ਦੁਲਹਨ ਯਿਸੂ ਮਸੀਹ ਦੀ ਸ਼ਾਨ ਹੋਵੇਗੀ। ਹਾਲੇਲੂਇਆ। ਜਿਸ ਦੇ ਲਈ ਉਹਨੇ ਆਪਣੇ ਆਪ ਨੂੰ ਦੇ ਦਿੱਤਾ, ਉਹਦੀ ਜਿਹੜੀ ਸ਼ਾਨ ਆ ਉਹਨੂੰ ਚਰਮ ਸੀਮਾ ਤੇ ਲਿਜਾਣ ਦੇ ਲਈ ਪ੍ਰਭੂ ਯਿਸੂ ਮਸੀਹ ਆਪ ਇਹ ਸਭ ਕੁਝ ਆਪਣੇ ਹੱਥੀਂ ਕਰੇਗਾ। ਦੁਲਹਨ ਨੂੰ ਆਪ ਇੱਜ਼ਤ ਬਖਸ਼ੇਗਾ ਔਰ ਦੁਲਹਨ ਨੂੰ ਤਖਤ ਦੇ ਉੱਤੇ ਬਿਠਾਵੇਗਾ। ਸੋ ਦੂਸਰੇ ਆਗਮਨ 'ਚ ਦੇਖ ਲੈਂਦੇ ਹਾਂ ਕਿ ਦੁਲਹਨ ਜਿਹੜੀ ਹੈ ਨਵੇਂ ਆਤਮਿਕ ਸਰੀਰ ਵਿੱਚ ਸਫੇਦ ਘੋੜਿਆਂ ਤੇ ਸਵਾਰ ਹੋ ਕੇ ਆਵੇਗੀ। ਔਰ ਰੈਫਰੈਂਸ ਅਸੀਂ ਪੜ੍ਹ ਲੈਂਦੇ ਹਾਂ ਤਾਂ ਕਿ ਸਾਡੇ ਵਿੱਚ ਕੋਈ ਡਾਊਟ ਨਾ ਰਵੇ। ਪ੍ਰਕਾਸ਼ਿਤ ਵਾਕਿਆ ਦੀ ਕਿਤਾਬ, ਉਹਦਾ 19 ਅਧਿਆਏ, ਉਹਦੀ 14 ਵਰਸ। स्वर्ग की सेना श्वेत घोड़ों पर सवार और श्वेत और शुद्ध मलमल पहने हुए उसके पीछे पीछे थी। हालेलुया। ਜਦੋਂ ਦੁਨੀਆ ਉਹਨਾਂ ਨੂੰ ਆਉਂਦਿਆਂ ਨੂੰ ਦੇਖਦੀ ਹੈ ਤੇ ਕਿੱਦਾਂ ਆ ਲਿਖਿਆ, ਸਵਰਗ ਕੀ ਸੈਨਾ
श्वेत घोड़ों पर सवार और श्वेत और शुद्ध मलमल पहने हुए उसके पीछे पीछे हैं। सो ਇੱਥੇ ਕਈ ਲੋਕ ਇਸ ਵਰਸ ਨੂੰ ਸਵਰਗ ਦੀ ਸੈਨਾ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਕਈ ਲੋਕ ਇਹਨੂੰ ਜੋੜਦੇ ਆ ਫਰਿਸ਼ਤਿਆਂ ਦੇ ਨਾਲ ਕਿ ਹੋ ਸਕਦਾ ਹੈ ਸਵਰਗ ਦੀ ਸੈਨਾ ਜਿਹੜਾ ਸ਼ਬਦ ਆ ਫਰਿਸ਼ਤਿਆਂ ਦੇ ਲਈ ਇਸਤੇਮਾਲ ਕੀਤਾ ਹੋਵੇ। ਅਸੀਂ ਐਗਰੀ ਹੋ ਸਕਦੇ ਹਾਂ, ਅਗਰ ਕੋਈ ਇਸ ਚੀਜ਼ ਉੱਤੇ ਗੱਲ ਕਰੇ ਤੇ ਅਸੀਂ ਐਗਰੀ ਹੋ ਸਕਦੇ ਹਾਂ, ਪਰ ਅਗਲੀ ਲਾਈਨ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨਾ ਪਊਗਾ ਵੀ ਇਹ ਫਰਿਸ਼ਤੇ ਹੀ ਆ ਸੈਨਾ ਜਿਹੜੀ ਹੈ ਜਾਂ ਕਿ ਇਹ ਪ੍ਰਭੂ ਦੀ ਦੁਲਹਨ ਆ। ਹਾਲੇਲੂਇਆ। ਅਸੀਂ ਇੱਥੇ ਵੀ ਕਲੀਅਰ ਕਰਾਂਗੇ ਇਹ ਉਹ ਸੈਨਾ ਹੈ ਜਿਹੜੀ ਪ੍ਰਭੂ ਯਿਸੂ ਮਸੀਹ ਨਾਲ ਧਰਤੀ ਉੱਤੇ ਰਾਜ ਕਰਨ ਆ ਰਹੀ ਦੁਲਹਨ ਨੂੰ ਦਿਖਾਉਂਦਾ ਆ ਜਾਂ ਕਿ ਇਹ ਸਵਰਗ ਦੀ ਇਹ ਸੈਨਾ ਮਤਲਬ ਫਰਿਸ਼ਤਿਆਂ ਨੂੰ ਦਿਖਾਉਂਦਾ ਆ। ਸੋ ਅਸੀਂ ਇੱਥੇ ਵੀ ਦੇਖ ਲੈਂਦੇ ਹਾਂ, ਸ਼ਬਦ ਨੂੰ ਧਿਆਨ ਦੇਣਾ फिर समझ आ जाएगा। स्वर्ग की सेना श्वेत घोड़ों पर सवार और श्वेत और शुद्ध मलमल पहने हुए। ਇਹ ਜਿਹੜਾ ਸਫੇਦ ਵਸਤਰ ਆ ਇਹ ਦੁਲਹਨ ਦੇ ਧਰਮ ਦੇ ਕੰਮਾਂ ਨੂੰ ਦਿਖਾਉਂਦਾ ਆ, ਇਸ ਲਈ ਇਹ ਸਫੇਦ ਤੇ ਮਲਮਲ ਜਿਹੜਾ ਹੈਗਾ ਆ ਇਹ ਦੁਲਹਨ ਨੂੰ ਹੀ ਦਿੱਤਾ ਗਿਆ ਆ। ਫਰਿਸ਼ਤਿਆਂ ਨੂੰ ਇਹ ਜਿਹੜਾ ਆ ਵਸਤਰ ਪਹਿਨਣ ਦਾ ਹੁਕਮ ਨਹੀਂ ਆ ਜਾਂ ਉਹਨਾਂ ਦੇ ਕੋਲ ਇਹ ਅਧਿਕਾਰ ਨਹੀਂ ਆ। ਇਹ ਅਧਿਕਾਰ ਸਿਰਫ ਔਰ ਸਿਰਫ ਦੁਲਹਨ ਦੇ ਕੋਲ ਆ ਤੇ ਦੁਲਹਨ ਨੂੰ ਉਸ ਅਧਿਕਾਰ ਦੇ ਵਿੱਚ ਆਪਣੇ ਦੁਲਹੇ ਦੇ ਨਾਲ ਅਸੀਂ ਦੂਸਰੇ ਆਗਮਨ ਦੇ ਵਿੱਚ ਆਉਂਦਿਆਂ ਹੋਇਆਂ ਦੇਖਦੇ ਹਾਂ। ਹਾਲੇਲੂਇਆ। ਸੋ ਇਸ ਵਰਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਡੇ ਡਾਊਟ ਅਗਰ ਕੋਈ ਹੋਣ ਤੇ ਉਹ ਬਿਲਕੁਲ ਕਲੀਅਰ ਹੋ ਜਾਂਦੇ ਆ ਵੀ ਇਹ ਵਰਸ ਕਿਹਦੇ ਵਾਸਤੇ ਬੋਲ ਰਹੀ ਹੈ, ਕਿਹਦੇ ਵਾਸਤੇ ਗੱਲ ਕਰ ਰਹੀ ਹੈ। ਸੋ ਇਹ ਗੱਲ ਆ ਗਈ ਦੂਸਰੇ ਆਗਮਨ ਦੇ ਵਿੱਚ ਦੁਲਹਨ ਦੇ ਰੁਤਬੇ ਦੀ। ਹੁਣ ਅਸੀਂ ਦੇਖਦੇ ਹਾਂ ਦੁਲਹਨ ਦੇ ਲਈ ਹੋਰ ਕੀ ਕੀ ਵਚਨ ਕਹਿੰਦਾ ਆ। ਸਿਰਫ ਕਲੀਸਿਆ ਦੇ ਲਈ ਯਿਸੂ ਮਸੀਹ ਜਿਹੜਾ ਹੈ ਨਾ ਉਹ ਆਵੇਗਾ ਗੁਪਤ ਰੂਪ ਦੇ ਵਿੱਚ, ਲੇਕਿਨ ਉਹਨਾਂ ਦੇ ਲਈ ਗੁਪਤ ਰੂਪ ਨਹੀਂ ਹੈ। ਉਹ ਅਸੀਂ ਇੰਨੇ ਰੈਫਰੈਂਸ ਪੜ੍ਹ ਲਏ, ਇਹਦੇ ਬਾਵਜੂਦ ਵੀ ਕਿਸੇ ਦੇ ਮਨ 'ਚ ਭਰਮ ਹੋਵੇ ਤੇ ਉਹ ਗੱਲ ਕਰ ਸਕਦਾ ਹੈ। ਔਰ ਇੰਨੀ ਡਿਟੇਲ ਦੇ ਨਾਲ ਇਹਨਾਂ ਗੱਲਾਂ ਨੂੰ ਸਮਝਾਉਣ ਦਾ ਸਿਰਫ ਇੱਕੋ ਹੀ ਕਾਰਨ ਆ ਕਿ ਅਸੀਂ ਜਦੋਂ ਤੁਹਾਨੂੰ ਸਮਝਾਵਾਂਗੇ, ਜੇ ਥੋੜ੍ਹੇ ਰੈਫਰੈਂਸ ਦੇ ਕੇ ਤੁਹਾਨੂੰ ਸਮਝਾਵਾਂਗੇ ਤੁਸੀਂ ਸਮਝ ਜਾਓਗੇ, ਪਰ ਜੇ ਤੁਹਾਨੂੰ ਅੱਗਿਓਂ ਕਿਸੇ ਨੂੰ ਸਮਝਾਉਣਾ ਪਿਆ ਫਿਰ ਤੁਹਾਡੇ ਲਈ ਔਖਾ ਹੋਵੇਗਾ। ਇਸ ਲਈ ਸਾਡੀ ਇਹ ਕੋਸ਼ਿਸ਼ ਆ ਕਿ ਤੁਸੀਂ ਸਿਰਫ ਸਾਡੇ ਕੋਲ ਸੁਣਨ ਵਾਲੇ ਨਹੀਂ, ਬਲਕਿ ਤੁਸੀਂ ਇੱਦਾਂ ਦੇ ਤਿਆਰ ਹੋ ਜਾਓ ਵੀ ਤੁਸੀਂ ਅੱਗੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਿੱਦਾਂ ਬਰੀਕੀ ਨਾਲ ਅਸੀਂ ਤੁਹਾਨੂੰ ਸਮਝਾਉਂਦੇ ਆ ਉੱਦਾਂ ਤੁਸੀਂ ਅੱਗੇ ਲੋਕਾਂ ਨੂੰ ਸਮਝਾ ਸਕੋ। ਜਿਵੇਂ ਓਲਡ ਟੈਸਟਮੈਂਟ ਵਿੱਚ ਅਸੀਂ ਪਰਮੇਸ਼ਵਰ ਦੀ ਤਮੰਨਾ ਨੂੰ ਪੜ੍ਹਦੇ ਹਾਂ ਕਿ ਕਾਸ਼ ਪਰਮੇਸ਼ਵਰ ਦੇ ਸਾਰੇ ਲੋਕ ਹੀ ਜਾਜਕ ਹੁੰਦੇ। ਸੋ ਉਸੇ ਚੀਜ਼ ਨੂੰ ਅਸੀਂ ਲੈ ਕੇ ਚੱਲਦੇ ਹਾਂ ਕਿ ਤੁਸੀਂ ਇਸ ਤਰੀਕੇ ਨਾਲ ਸਿੱਖੋ ਕਿ ਤੁਸੀਂ ਇਹ ਨਾ ਹਮੇਸ਼ਾ ਸੋਚਦੇ ਰਹੀਓ ਵੀ ਤੁਸੀਂ ਇਮਾਨਦਾਰ ਵਿਸ਼ਵਾਸੀ ਜਾਂ ਤੁਸੀਂ ਅਜੇ ਸਿਰਫ ਸਿੱਖਣ ਵਾਲਿਆਂ ਦੇ ਵਿੱਚ ਹੀ ਆ। ਤੁਸੀਂ ਉਸਤਾਦ ਬਣੋ, ਤੁਸੀਂ ਇਸ ਲਾਇਕ ਬਣੋ ਜਿੱਦਾਂ ਵਚਨ 'ਚ ਲਿਖਿਆ ਹੈ, ਦੇਰ ਹੋਣ ਦਾ ਕਰਕੇ ਤੇ ਹੁਣ ਤੁਹਾਨੂੰ ਉਸਤਾਦ ਹੋਣਾ ਚਾਹੀਦਾ ਸੀਗਾ। ਸੋ ਬੇਸ਼ੱਕ ਤੁਸੀਂ ਸੇਵਾ ਦੇ ਕੰਮ ਨੂੰ ਉਸ ਤਰੀਕੇ ਦੇ ਨਾਲ ਜਿਹੜੀ 5 ਕਿਸਮ ਦੀ ਸੇਵਾ ਆ ਉਹਦੇ ਵਿੱਚ ਬੇਸ਼ੱਕ ਤੁਸੀਂ ਉਹਨੂੰ ਨਾ ਨਿਭਾਓ ਅਗਰ ਤੁਹਾਡੇ ਨੂੰ ਲੱਗਦਾ ਕਿ ਤੁਹਾਡੇ ਤੋਂ ਬੁਲਾਹਟ ਨਹੀਂ ਆ, ਪਰ ਤੁਸੀਂ ਇਹ ਜਿਹੜਾ ਕੰਮ ਆ ਇਹ 100% ਤੁਹਾਡਾ ਬਣਦਾ ਆ ਤੇ ਤੁਹਾਨੂੰ ਕਰਨਾ ਪੈਣਾ ਆ। ਇਸ ਲਈ ਇੰਨੀ ਬਰੀਕੀ ਨਾਲ ਸਮਝਾਉਂਦੇ ਆ ਤਾਂ ਕਿ ਤੁਸੀਂ ਤਸੱਲੀ ਦੇ ਨਾਲ ਕੋਈ ਵੀ ਗੱਲ ਅਗਰ ਕੋਈ ਵੀ ਕਰਦਾ ਆ ਤਾਂ ਉਹਨੂੰ ਬੜੇ ਇਤਮਾਨਾਨ ਦੇ ਨਾਲ ਏਡੇ ਰੈਫਰੈਂਸ ਦੇ ਕੇ, ਕਿਉਂਕਿ ਇੱਕ ਦੋ ਰੈਫਰੈਂਸ ਦੋਗੇ ਤਾਂ ਅਗਲਾ ਸੋਚੂਗਾ ਸ਼ਾਇਦ ਅਜੇ ਕੋਈ ਸ਼ੱਕ ਆ, ਤੇ ਜਦੋਂ ਰੈਫਰੈਂਸ ਦਾ ਢੇਰ ਹੀ ਪਾ ਦੋਗੇ ਤੁਸੀਂ ਉਹਦੇ ਅਗਲੇ ਦੇ ਉੱਤੇ ਤੇ ਫਿਰ ਉਹ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਇੰਨਾ ਪਾਸਾ ਘੁਮਾ ਕੇ ਜਦੋਂ ਅਸੀਂ ਲਿਆਉਂਦੇ ਆ ਤੇ ਫਿਰ ਉਹ ਗੱਲ ਸਿੱਧ ਹੁੰਦੀ ਹੈ। ਬਾਵਜੂਦ ਇਹਦੇ ਅਗਰ ਕੋਈ ਨਹੀਂ ਮੰਨਦਾ ਤੇ ਉਹਨੂੰ ਜੈ ਮਸੀਹ ਕੀ ਕਹਿ ਕੇ ਬਾਅਦ 'ਚ ਦੁਬਾਰਾ ਜੈ ਮਸੀਹ ਕੀ ਨਹੀਂ ਕਹਿਣਾ। ਜਿਹੜਾ ਇੰਨਾ ਕੁਛ ਸਮਝਣ ਤੋਂ ਬਾਅਦ ਵੀ ਨਹੀਂ ਨਾ ਸਮਝਿਆ ਉਹ ਫਿਰ ਸਮਝਣ ਵਾਲਿਆਂ ਦੇ ਵਿੱਚ ਹੈਗਾ ਹੀ ਨਹੀਂਗਾ, ਤੇ ਫਿਰ ਉਹਦੇ ਨਾਲ ਟਾਈਮ ਖਰਾਬ ਨਾ ਕਰੋ, ਉਹ ਟਾਈਮ ਕਿਸੇ ਨਵੇਂ ਬੰਦੇ ਉੱਤੇ ਲਾਓ ਜਿਹੜਾ ਬਚਣ ਵਾਲਾ ਆ। ਸੋ ਮਿਹਨਤ ਜਿਹੜੀ ਆ ਉਹਨਾਂ ਲਈ ਕਰਨੀ ਆ ਜਿਹੜੇ ਬਚਣ ਵਾਲੇ ਆ, ਤੇ ਬਚਣ ਵਾਲਿਆਂ ਦੇ ਲੱਛਣ ਪਤਾ ਲੱਗ ਜਾਂਦੇ ਆ ਕਿ ਬਚਣ ਵਾਲਿਆਂ ਦੇ ਵਿੱਚ ਹੈਗੇ ਆ ਕਿ ਨਹੀਂ ਹੈਗੇ, ਕਿਉਂਕਿ ਪ੍ਰਭੂ ਨੇ ਆਤਮਿਆਂ ਨੂੰ ਪਰਖਣ ਦੇ ਲਈ ਵੀ ਖੁਦਾ ਨੇ ਆਪਣੀ ਕਿਰਪਾ ਸਾਡੇ ਉੱਤੇ ਰੱਖੀ ਹੋਈ ਆ, ਤੇ ਮਿੰਟ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿਹੜਾ ਬੰਦਾ ਸਿੱਖਣ ਦੀ ਮੂਡ ਦੇ ਵਿੱਚ ਆ ਤੇ ਕਿਹੜਾ ਸਿੱਖਣ ਦੇ ਮੂਡ ਦੇ ਵਿੱਚ ਨਹੀਂ ਆ। ਸੋ ਯਿਸੂ ਮਸੀਹ ਦਾ ਆਉਣਾ ਕਲੀਸਿਆ ਦੇ ਲਈ ਆ। ਔਰ ਪਹਿਲਾ ਥੈਸਲੋਨੀਕੇ 4:14 ਤੋਂ ਲੈ ਕੇ 17 ਦੇ ਵਿੱਚ ਅਸੀਂ बार ਇਹਨੂੰ ਰਿਪੀਟ ਤਾਂ ਕਰਦੇ ਕਿ ਤਾਂ ਕਿ ਸਾਡੇ ਦਿਮਾਗ ਵਿੱਚ ਫਿੱਟ ਬਹਿ ਜਾਏ, क्योंकि यदि हम प्रतीत करते हैं कि यीशु मरा और फिर जी उठा तो वैसे ही परमेश्वर उन्हें भी जो यीशु मसीह में सो गए हैं उसी के साथ ले आएगा, क्योंकि हम प्रभु के वचन के अनुसार तुमसे ये कहते हैं कि जो जीवित है प्रभु के आने तक बचे रहेंगे तो सोए हुओं से कभी आगे नहीं होंगे, क्योंकि प्रभु आप ही स्वर्ग से उतरेगा उस ललकार के साथ। और ये सारा असी पहला भी रेफरेंस पढ़ लिया, लेकिन बार बार उनकी तुलना करते हैं इस करके समझ आ जाए। तब हम जो जीवित हैं और बचे रहेंगे उनके साथ बादलों पर उठा लिए जाएंगे कि हवा में
प्रभु से मिलें और इस रीति से हम सदा प्रभु के साथ रहेंगे। सो ये नसीब सिर्फ दुल्हन ਨੂੰ ਹੀ ਹੋ ਰਿਹਾ ਆ ਕਿ ਦੁਲਹਨ ਹਵਾ ਦੇ ਵਿੱਚ ਉਠਾਈ ਜਾਊਗੀ, ਲੇਕਿਨ ਜਦੋਂ ਪ੍ਰਭੂ ਪ੍ਰਤੱਖ ਰੂਪ ਦੇ ਵਿੱਚ ਆਉਂਦਾ ਆ ਉਦੋਂ ਇਸਰਾਇਲ ਉਠਾਇਆ ਥੋੜ੍ਹਾ ਜਾਣਾ, ਉਦੋਂ ਇਸਰਾਇਲ ਉਠਾਇਆ ਨਹੀਂ ਜਾਣਾ, ਉਦੋਂ ਤੇ ਇਸਰਾਇਲ ਦੇ ਉੱਤੇ ਰਾਜ ਕਰਨ ਲਈ ਆਉਣਾ। ਇਸਰਾਇਲ ਦੀ ਆਸ਼ਾ ਪੂਰੀ ਹੋਣੀ ਆ। ਇਸਰਾਇਲ ਜਿਹੜਾ ਸਦੀਆਂ ਤੋਂ ਆਸ਼ਾ ਲਾ ਕੇ ਬੈਠਾ ਨਾ, ਉਹਨਾਂ ਦੀ ਉਸ ਆਸ਼ਾ ਨੂੰ ਪੂਰਾ ਕਰਨ ਦੇ ਲਈ ਆਉਣਾ ਆ, ਔਰ ਉਹਦੇ ਨਾਲ ਲੱਖਾਂ ਸੰਤ ਲੱਖਾਂ ਦੂਤ ਹੋਣੇ ਆ, ਜਿੱਦਾਂ ਪੁਰਾਣੇ ਨੇਮ ਦੇ ਨਬੀਆਂ ਨੇ ਦੱਸਿਆ ਹੈ। ਸੋ ਉਹ ਜਿਹੜੇ ਲੱਖਾਂ ਸੰਤ ਹੋਣੇ ਆ, ਉਹ ਅਸੀਂ ਜਿਹੜੇ ਦੁਲਹਨ ਦੇ ਵਿੱਚ ਉਠਾਏ ਜਾਵਾਂਗੇ, ਅਸੀਂ ਹੀ ਹੋਣਾ ਆ। ਸੋ ਅਸੀਂ ਆ ਜਿਹਨਾਂ ਨੇ ਬਦਲਾਂ ਦੇ ਵਿੱਚ ਉਠਾਏ ਜਾਣਾ। ਸਾਡੇ ਲਈ ਰੈਪਚਰ ਦਾ ਸਿਸਟਮ ਆ, ਤੇ ਰੈਪਚਰ ਦੇ ਸਿਸਟਮ ਤੋਂ ਬਾਅਦ ਹੀ 7 ਸਾਲ ਦਾ ਸਮਾਂ ਆ, ਔਰ 7 ਸਮੇਂ ਦੇ ਵਿੱਚ ਹੀ 7 ਸਾਲ ਦੇ ਸਮੇਂ ਦੇ ਵਿੱਚ ਹੀ ਉਹਦੇ 2 ਹਿੱਸੇ ਆ। ਉਹਦੇ 2 ਹਿੱਸਿਆਂ ਦੇ ਵਿੱਚ ਕਈ ਕੰਮ ਜਿਹੜੇ ਆ ਉਹ ਮੁਕੰਮਲ ਹੁੰਦਿਆਂ ਨੂੰ ਅਸੀਂ ਦੇਖਦੇ ਹਾਂ, ਔਰ ਉਹਦੇ ਵਿੱਚ ਹੀ ਜਿਹੜਾ ਅੱਧ ਸਮੇਂ ਤੋਂ ਬਾਅਦ ਦਾ ਸਮਾਂ ਆ ਉਹ ਮਹਾਕਲੇਸ਼ ਦਾ ਸਮਾਂ ਆ। ਤੇ ਮਹਾਕਲੇਸ਼ ਦਾ ਸਮਾਂ ਦੁਲਹਨ ਤੋਂ ਬਾਅਦ ਹੀ ਸ਼ੁਰੂ ਹੁੰਦਾ, ਵਚਨ ਸਾਫ਼ ਕਰਕੇ ਦੱਸਦਾ ਆ। ਸੋ ਅਫਸੋਸ ਹੁੰਦਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਮਹਾਕਲੇਸ਼ ਦੇ ਵਿੱਚ ਦੁਲਹਨ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜ਼ਬਰਦਸਤੀ ਵਾੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਸਾਡੀ ਉਹਨਾਂ ਦੇ ਅੱਗੇ ਇਹ ਨਿਮਰਤਾ ਸਹਿਤ ਬੇਨਤੀ ਆ ਕਿ ਵਚਨ ਨੂੰ ਦੁਬਾਰਾ ਨਵੇਂ ਸਿਰੇ ਤੋਂ ਸਮਝਣ, ਔਰ ਇਹ ਜਿਹੜੇ ਰੈਫਰੈਂਸ ਅਸੀਂ ਦਿੰਦੇ ਆ ਇਹਨਾਂ 'ਤੇ ਵਿਚਾਰ ਕਰਨ, ਤਾਂ ਕਿ ਉਹਨਾਂ ਨੂੰ ਇਹਦੀ ਗਹਿਰਾਈ ਦਾ ਪਤਾ ਲੱਗ ਸਕੇ। ਔਰ ਬਰਾਏ ਮਿਹਰਬਾਨੀ ਪਰਮੇਸ਼ਵਰ ਦੀ ਸਭ ਤੋਂ ਬਹੁਮੁੱਲੇ ਚੀਜ਼ ਨੂੰ ਉਸ ਮਹਾਕਲੇਸ਼ ਦੇ ਵਿੱਚ ਲੈ ਕੇ ਨਾ ਜਾਓ, ਕਿਉਂਕਿ ਉਹ ਮਹਾਕਲੇਸ਼ ਦੁਸ਼ਟਾਂ ਦੇ ਵਾਸਤੇ ਆ, ਉਹ ਮਹਾਕਲੇਸ਼ ਗੁਣਗੁਣਿਆਂ ਦੇ ਵਾਸਤੇ ਆ, ਉਹ ਮਹਾਕਲੇਸ਼ ਜਿਨ੍ਹਾਂ ਨੇ ਅਨੁਗ੍ਰਹਿ ਦੇ ਸਮੇਂ ਦੀ ਕਦਰ ਨਹੀਂ ਕੀਤੀ ਉਹਨਾਂ ਦੇ ਵਾਸਤੇ ਆ। ਔਰ ਉਹਨਾਂ ਦੇ ਵਿੱਚ ਤੁਸੀਂ ਦੁਲਹਨ ਨੂੰ ਨਾ ਮਿਲਾਓ, ਯਾਨੀ ਕਿ ਕਚਰੇ ਦੇ ਵਿੱਚ ਤੁਸੀਂ ਸੋਨੇ ਨੂੰ ਮਿਲਾਉਣ ਦੀ ਕੋਸ਼ਿਸ਼ ਨਾ ਕਰੋ। ਸੋਨੇ ਤੇ ਕਚਰੇ ਦੀ ਜਿਹੜੀ ਆ ਉਹਦੀ ਫਰਕ ਨੂੰ ਸਮਝੋ ਤੇ ਲੋਕਾਂ ਨੂੰ ਸਮਝਾਓ। ਸੋ ਇੱਥੇ ਕਲੀਅਰ ਹੋ ਜਾਂਦਾ ਆ ਵੀ ਜਿਹੜੀ ਦੁਲਹਨ ਆ, ਜਿਹੜਾ ਅਸੀਂ ਪੁਆਇੰਟ ਚੱਕਿਆ ਆ ਉਹ ਇਹ ਆ, ਜਿਹੜਾ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਲੀਸਿਆ ਦੇ ਲਈ ਸਿਰਫ ਯਿਸੂ ਮਸੀਹ ਨੇ ਆਉਣਾ ਆ, ਬਾਕੀਆਂ ਦੇ ਲਈ ਜਿਹੜਾ ਆਉਣਾ ਆ ਉਹ ਡਿਫਰੈਂਟ ਆ। ਬਦਲਾਂ ਦੇ ਉੱਤੇ ਕਲੀਸਿਆ ਦੇ ਲਈ ਆਵੇਗਾ, ਜਿਹਨੂੰ ਕਲੀਸਿਆ ਹੀ ਸਮਝੇਗੀ, ਕਲੀਸਿਆ ਹੀ ਦੇਖੇਗੀ, ਹੋਰ ਕੋਈ ਦੇਖ ਨਹੀਂ ਸਕਦਾ। ਲੇਕਿਨ ਦੂਸਰੇ ਪਾਸੇ ਉਹਨਾਂ ਦੇ ਲਈ ਜਦੋਂ ਆਉਂਦਾ ਨਾ ਦੂਸਰੇ ਆਗਮਨ ਦੇ ਰੂਪ ਦੇ ਵਿੱਚ, ਇਸਰਾਇਲੀਆਂ ਤੇ ਬਾਕੀ ਕੌਮਾਂ ਦੇ ਛੁਡਾਏ ਹੋਏ ਲਈ, ਦੂਸਰੇ ਆਗਮਨ 'ਚ ਕਾਹਦੇ ਲਈ ਆਉਂਦਾ ਭਲਾ? ਇਸਰਾਇਲੀ ਲੋਕਾਂ ਲਈ, ਬਾਕੀ ਕੌਮਾਂ ਦੇ ਛੁਡਾਏ ਹੋਇਆਂ ਲਈ। ਔਰ ਉਹਦਾ ਅਸੀਂ ਵੇਰਵਾ ਪੜਾਂਗੇ ਬਾਈਬਲ ਦੇ ਵਿੱਚੋਂ, ਰੋਮੀਓ ਦਾ ਖੱਤ 11 ਅਧਿਆਏ ਉਹਦੀ 25 ਵਰਸ, रोमन चैप्टर 11 वर्स 25। हे भाइयों, कहीं ऐसा ना हो कि तुम अपने आप को बुद्धिमान समझ लो। पहला गल तो यह समझो, खुदा दा दास कहता है भी हे भाइयों, कहीं ऐसा ना हो कि तुम अपने आप को बुद्धिमान समझ लो। साडी बुद्धि किसी काम की नहीं है जे परमेश्वर का आत्मा सानू समझावे ना, तो परमेश्वर के आत्मा तो बिना असी किसी एक शब्द का भी सही अर्थ समझ सकते नहीं है, ना उसका सही अर्थ कर ही सकते हैं। अगे लिखता है, इसलिए मैं नहीं चाहता कि तुम इस भेद से अनजान रहो। पहली गल की है, कहीं ऐसा ना हो कि तुम अपने आप को बुद्धिमान समझ लो, इसलिए मैं नहीं चाहता कि तुम इस भेद से अनजान रहो कि जब तक अन्य जातियां पूरी रीति से प्रवेश न कर लें, तब तक इस्राएल का एक भाग ऐसा ही कठोर रहेगा। इसराइलियां ਅਤੇ ਬਾਕੀ ਕੌਮਾਂ ਦੇ ਛੁਡਾਏ ਹੋਇਆਂ ਲਈ ਦੂਸਰਾ ਆਗਮਨ ਆ। ਤੇ ਕਿੱਦਾਂ ਆ ਉਹਦੇ ਬਾਰੇ ਕੀ ਰੈਫਰੈਂਸ ਸਾਨੂੰ ਮਿਲਦਾ ਆ, ਉਹਨੂੰ ਫਿਰ ਮੈਂ ਰਿਪੀਟ ਕਰਦਾ ਤਾਂ ਕਿ ਤੁਹਾਡੇ ਦਿਮਾਗ 'ਚ ਫਿੱਟ ਬਹਿ ਜਾਏ। ਉਸ ਤੋਂ ਬਾਅਦ ਤੁਸੀਂ ਤਸੱਲੀ ਨਾਲ ਇਹਨਾਂ ਰੈਫਰੈਂਸਾਂ ਨੂੰ ਪੜ੍ਹਿਓ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਬਰੀਕੀ ਵਿੱਚ ਇਹ ਗੱਲ ਸਮਝ ਆ ਸਕੇ। ਦੂਸਰਾ ਆਗਮਨ ਫਿਰ ਮੈਂ ਰਿਪੀਟ ਕਰਦਾ, ਦੂਸਰਾ ਆਗਮਨ ਇਸਰਾਇਲੀਆਂ ਲਈ ਅਤੇ ਬਾਕੀ ਕੌਮਾਂ ਦੇ ਛੁਡਾਏ ਹੋਇਆਂ ਲਈ ਆ। ਉਹਨਾਂ ਦੇ ਲਈ ਆ ਜਿਨ੍ਹਾਂ ਨੇ ਉਸ ਮਹਾਕਲੇਸ਼ ਦੇ ਸਮੇਂ ਦੇ ਵਿੱਚ ਆਪਣੀਆਂ ਧੌਣਾਂ ਵਢਾਉਣੀਆਂ, ਲੇਕਿਨ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕਰਨਾ ਨਹੀਂ ਆ। ਉਹਨਾਂ ਨੂੰ ਨਵਾਂ ਜਨਮ ਪਾਉਣ ਦਾ ਮੌਕਾ ਤੇ ਨਹੀਂ ਆ, ਲੇਕਿਨ ਉਹ ਕੀਮਤ ਦੇ ਕੇ ਆਪਣੇ ਆਪ ਨੂੰ ਉਸ ਨਰਕ ਦੀ ਅੱਗ ਤੋਂ ਜ਼ਰੂਰ ਬਚਾ ਲੈਣਗੇ। ਤੇ ਉਹਨਾਂ ਦੇ ਲਈ ਆ ਇਹ ਪ੍ਰਭੂ ਦਾ ਦੂਸਰਾ ਆਗਮਨ। ਅਗਰ ਇਸਰਾਇਲ ਵਿੱਚ ਉਠਾਇਆ ਜਾਂਦਾ ਨਾ ਦੁਲਹਨ ਦੇ ਵਿੱਚ ਹੀ, ਤੇ ਫਿਰ ਬਾਕੀ ਜਿਹੜੇ ਰਹਿ ਜਾਣੇ ਸੀ ਨਾ ਗੁਨਗੁਨੇ, ਇਹਨਾਂ ਦੇ ਲਈ ਫਿਰ ਮਸੀਹ ਦਾ ਆਉਣਾ ਕੋਈ ਮਤਲਬ ਨਹੀਂ ਸੀ ਬਣਦਾ। ਲੇਕਿਨ ਇਹ ਸਾਰਾ ਸਿਸਟਮ ਖੁਦਾ ਨੇ ਆਦਿ ਤੋਂ ਠਹਿਰਾਇਆ ਹੋਇਆ, ਜਿਹਦੇ ਵਿੱਚ ਅਸੀਂ ਦੇਖਦੇ ਹਾਂ। सो देखते हैं कि इस बेस से कहना जाना रहो कि जब तक अन्य जातियां पूरी रीति से प्रवेश न कर लें, तब तक इसराइल का एक भाग ऐसा ही कठोर रहेगा।
ਸੋ ਇਹ ਬਾਕੀ ਕੌਮਾਂ ਦੇ ਲਈ ਹੀ ਇਸਰਾਇਲ ਨੂੰ ਕਠੋਰ ਕੀਤਾ ਹੋਇਆ ਤਾਂ ਕਿ ਉਹਨਾਂ ਤੱਕ ਇਹ ਖੁਸ਼ਖਬਰੀ ਦਾ ਜਿਹੜਾ ਪ੍ਰਚਾਰ ਆ ਪਹੁੰਚੇ, ਨਜਾਤ ਦਾ ਪ੍ਰਚਾਰ ਪਹੁੰਚੇ, ਤਾਂ ਕਿ ਉਹ ਵੇਲੇ ਸਿਰ ਤੌਬਾ ਕਰ ਸਕਣ। 26 ਆਇਤ ਵਿੱਚ ਲਿਖਿਆ ਆ, ਇਸ ਰੀਤੀ ਸੇ ਸਾਰਾ ਇਸਰਾਇਲ ਉਧਾਰ ਪਾਏਗਾ। ਇਸ ਰੀਤੀ ਸੇ ਸਾਰਾ ਇਸਰਾਇਲ ਉਧਾਰ ਪਾਏਗਾ। ਉਹਨਾਂ ਦਾ ਮਨ ਕਠੋਰ ਕੀਤਾ ਹੈ ਦੂਜੀਆਂ ਕੌਮਾਂ ਦੇ ਲਈ। ਉਹਨਾਂ ਦਾ ਕਠੋਰ ਹੋਣਾ ਵੀ ਦੂਸਰੀਆਂ ਕੌਮਾਂ ਦੇ ਲਈ ਆਸ਼ੀਸ਼ ਦਾ ਕਾਰਨ ਹੈ। ਤੇ ਹੁਣ ਤੁਸੀਂ ਇਹ ਹਿਸਾਬ ਲਾਓ, ਜੇ ਉਹਨਾਂ ਦਾ ਕਠੋਰ ਹੋਣਾ ਦੂਸਰੀਆਂ ਕੌਮਾਂ ਦੇ ਲਈ ਆਸ਼ੀਸ਼ ਦਾ ਕਾਰਨ ਹੈ, ਤੇ ਜਦੋਂ ਉਹ ਸਮਝ ਗਏ ਤੇ ਫਿਰ ਲਿਖਿਆ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਵੱਧ ਕੇ ਹੋਰ ਕੀ ਹੋਊਗਾ। ਸੋ ਇੱਥੋਂ ਤੱਕ ਵਚਨ ਸਾਨੂੰ ਦੱਸਦਾ ਆ ਵੀ ਉਹਨਾਂ ਦਾ ਰੱਦ ਕਰਨਾ ਜੇ ਕੌਮਾਂ ਦੇ ਲਈ ਆਸ਼ੀਸ਼ ਦਾ ਕਾਰਨ ਹੈ, ਤੇ ਜੀ ਉੱਠਣਾ ਫਿਰ ਸਿੱਧਾ ਸਿੱਧਾ ਇਹ ਮੁਰਦਿਆਂ ਦੇ ਜੀ ਉੱਠਣ ਦੇ ਬਰਾਬਰ ਆ ਜਦੋਂ ਉਹ ਕਬੂਲ ਕਰਨਗੇ। ਔਰ ਇਸ ਰੀਤੀ ਸੇ ਸਾਰਾ ਇਸਰਾਇਲ ਉਧਾਰ ਪਾਏਗਾ। ਇੱਥੇ ਹੁਣ ਗੱਲ ਕਹਿੰਦੀ ਆਈ ਹੈ, ਔਰ ਇਸ ਰੀਤੀ ਸੇ ਸਾਰਾ ਇਸਰਾਇਲ ਉਧਾਰ ਪਾਏਗਾ। ਉਹ ਜਿਹੜੇ ਆਸ਼ਾ ਦੇ ਵਿੱਚ ਆ, ਉਹ ਜਿਹੜੇ ਉਮੀਦ ਦੇ ਵਿੱਚ ਆ, ਲਿਖਿਆ ਸਾਰਾ ਇਸਰਾਇਲ ਉਧਾਰ ਪਾਏਗਾ। जैसा लिखा है कि छुड़ाने वाला सिय्योन से आएगा और अभक्ति को याकूब से दूर करेगा। हालेलुया। और उनके साथ मेरी यही वाचा होगी जब कि मैं उनके पापों को दूर कर दूंगा। हालेलुया। सो ये आशा जी है इसराइल की है, दूसरे आगमन दे विच वो अपनी इस आशा नूं पूरिया होंदियां देखणगे। साडी आशा रैप्चर दी है और रैप्चर दे वेले असीं अपनी आशा नूं पूरिया होंदियां देखांगे। सो दोनों दी आशा जिहड़ियां आ पूरियां होणियां आ और तां ही कलाम सिद्ध होवेगा और फिर वो वचन पूरा होवेगा कि वचन दी एक बिंदी भी टलेगी नहीं, जमीन आसमान भावें टल जाण। सो ਇਹਦਾ एक होर रेफरेंस देख लेने मत्ती दी इंजील 25 अध्याय 31 वर्ष विच, जब मनुष्य का पुत्र अपनी महिमा में आएगा और सब स्वर्गदूत उसके साथ आएंगे तो वह अपनी महिमा के सिंहासन पर विराजमान होगा। इत्थे आउण दी गल हो रही है, आ रहा आ तखत लावेगा, इसलिए ये चोर वांगू तो सिस्टम है ही नहीं है, ये तो प्रतੱਖ हो के आ रहा है। और ये आउण बारे उन्होंने पहला निशानियां दे दित्तियां गईयां, अंजीर के दरखत आ सिक्को, सारा कुछ उन्होंने पता है। और जो 7 साल का पीरियड शुरू होना है ਉਹਦੇ ਵਿੱਚ ਉਹਨਾਂ ਨੂੰ ਸਾਰੀਆਂ ਗੱਲਾਂ ਪ੍ਰਗਟ ਹੋਣੀਆਂ ਸ਼ੁਰੂ ਹੋਣੀਆਂ। ਸਾਡਾ ਮਸਾਇਆ ਹੁਣ ਆ ਰਿਹਾ ਹੈ, ਉਹਦੇ ਵਿੱਚ ਕੋਈ ਵੀ ਓਲਾ ਰਹਿ ਜਾਣਾ ਨਹੀਂ ਆ। ਔਰ ਖਾਸ ਕਰਕੇ ਜਦੋਂ ਮੂਸਾ ਤੇ ਏਲੀਜਾ ਨੇ ਆ ਕੇ ਉਹਨਾਂ ਦੇ ਲਈ ਉਹ ਕੰਮ ਕਰਨਾ ਹੈ ਔਰ ਉਹਨਾਂ ਤੇ ਗਵਾਹੀ ਠਹਿਰਨੀ ਹੈ, ਫਿਰ ਉਹਨੇ ਪ੍ਰਤੱਖ ਰੂਪ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ, ਕੋਈ ਗੱਲ ਉਹਨਾਂ ਤੋਂ ਲੁਕੀ ਛੁਪੀ ਰਹਿਣੀ नहीं है। सो लिखा है, जब मनुष्य का पुत्र अपनी महिमा में आएगा और सब स्वर्गदूत उसके साथ आएंगे तो वह अपनी महिमा के सिंहासन पर विराजमान होगा। इत्थे हुण उन्हें अपनी महिमा के सिंहासन के उत्ते विराजमान होना है, लेकिन दुल्हन के वेले लिखा बदल दे विच अचानक उठाई जाऊगी तो अपने दुल्हे नाल बदलों के विच मिलूगी। लेकिन इत्थे विराजमान होने लिए आ रहा है, इत्थे वो बदलों के विच तखत लाउण लई नहीं आ रहा, बल्कि बदलों के उत्ते आउंदियां होइयां देखणगे। ਤੇ ਦੁਲਹਨ ਦੇ ਲਈ ਬਦਲਾਂ ਦੇ ਤਖਤ ਨਹੀਂ ਹੋਣਾ, ਦੁਲਹਨ ਦੇ ਨਾਲ ਤੇ ਮਿਲਣ ਦੇ ਲਈ, ਮੇਲ ਕਰਨ ਦੇ ਲਈ ਬਦਲਾਂ ਉੱਤੇ ਉਹਨੇ ਆਉਣਾ ਆ ਤੇ ਦੁਲਹਨ ਨੇ ਬਦਲਾਂ ਉੱਤੇ ਉਠਾਏ ਜਾਣਾ ਆ ਤੇ ਸਿਰਫ ਦੁਲਹਨ ਨੂੰ ਹੀ ਪਤਾ ਹੋਣਾ ਆ। 32 वर्ष लिखा और सब जातियां उसके सामने इकट्ठी की जाएंगी। ਹੁਣ ਜਦੋਂ ਤਖਤ ਲੱਗਿਆ ਨਾ ਉਦੋਂ ਕੀ ਲਿਖਿਆ, ਸਾਰੀਆਂ ਜਾਤੀਆਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ। ਲੇਕਿਨ ਜਦੋਂ ਅਸੀਂ ਰੈਪਚਰ ਨੂੰ ਦੇਖਦੇ ਹਾਂ ਉਦੋਂ ਜਾਤੀਆਂ ਜੁੱਤੀਆਂ ਇਕੱਠੀ ਕਰਨ ਦਾ ਤਾਂ ਕੋਈ ਮਤਲਬ ਨਹੀਂ। ਉਦੋਂ ਤਾਂ 2 ਸ਼ਬਦ ਲਿਖੇ ਆ, ਪਹਿਲਾ ਜਿਹੜੇ ਮਰੇ ਹੋਏ ਆ ਉਹ ਜੀ ਉੱਠਣਗੇ, ਅਸੀਂ ਜਿਹੜੇ ਜਿਉਂਦੇ ਆ ਅੱਖ ਝਪਕਦੇ ਸਾਰ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਤੇ ਤੀਸਰੀ ਗੱਲ ਹੈਗੀ ਆ, ਪ੍ਰਭੂ ਯਿਸੂ ਮਸੀਹ ਦੇ ਨਾਲ ਮਿਲਣ ਲਈ ਬਦਲਾਂ ਉੱਤੇ ਉਠਾਏ ਜਾਵਾਂਗੇ। ਸੋ ਇਹ ਤੇ ਕਲੀਅਰ ਹੀ ਆ ਗੱਲ, ਇਹਦੇ ਵਿੱਚ ਕੋਈ ਭੇਦਭਾਵ ਤੇ ਰਹਿ ਨਹੀਂ ਨਾ ਜਾਂਦਾ। ਲੇਕਿਨ ਇੱਥੇ ਲਿਖਿਆ ਜਦੋਂ ਵਿਰਾਜਮਾਨ ਹੋਣ ਲਈ ਆ ਰਿਹਾ ਨਾ, ਤਖਤ ਉੱਤੇ ਬੈਠਣ ਲਈ ਆ ਰਿਹਾ, ਉੱਥੇ ਸਾਫ਼ ਕਰਕੇ ਲਿਖ ਦਿੱਤਾ, ਸਭ ਜਾਤੀਆਂ ਉਸਕੇ ਸਾਹਮਣੇ ਇਕੱਠੀ ਕੀ ਜਾਏਗੀ। ਜਦੋਂ ਬਦਲਾਂ ਦੇ ਉੱਤੇ ਦੁਲਹਨ ਨੇ ਮਿਲਣ ਲਈ ਜਾਣਾ ਆ ਉਦੋਂ ਸਭ ਜਾਤੀਆਂ ਬਦਲਾਂ ਵਿੱਚ ਥੋੜੀ ਇਕੱਠੀਆਂ ਕੀਤੀਆਂ ਜਾਣੀਆਂ। ਇਹ ਤੇ ਜਿਹੜੀ ਕਹਿੰਦੇ ਨਾ ਅਸਲੀ ਗੇਹੂੰ ਆ ਉਹ ਜਾਣਾ ਆ, ਘਾਹ ਫੂਸ ਤੇ ਇੱਥੇ ਉੱਡਦਾ ਰਹਿਣਾ। सो तो क्लियर होता है, सब जातियां उसके सामने इकट्ठी की जाएंगी और जैसा चरवाहा भेड़ों को बकरियों से अलग कर देता है वैसा ही वह उन्हें एक दूसरे से अलग करेगा। इतने साढ़े सामने ये गल क्लीयर हो रही है भी ये जिहड़ा शासन प्रभु यीशु मसीह ने 1000 साल का इस धरती उत्ते करना है, दुल्हन दे नाल करना है, वो सारा गवाही मिल रही है और सारा कुछ जिहड़ा है वो क्लीयर हो रहा। सारियां जातियां उहदे अगे इकट्ठियां कीतियां जाणगियां। हालेलुया।
ਦੁਲਹਨ ਦੇ ਲਈ ਜਿਹੜੀ ਖਾਸ ਗੱਲ ਆ ਉਹ ਸਾਡੇ ਸਾਹਮਣੇ ਆਉਂਦੀ ਆ ਵੀ ਸਾਡੇ ਲਈ ਸ਼ਾਂਤੀ ਤੇ ਆਸ਼ਾ ਦਾ ਸੰਦੇਸ਼ ਹੈ। ਜਿਹੜਾ ਦੇ ਲਈ ਰੈਪਚਰ ਹੈ ਨਾ, ਦੁਲਹਨ ਦੇ ਵਾਸਤੇ ਕੀ ਹੈ? ਸ਼ਾਂਤੀ ਦਾ ਤੇ ਆਸ਼ਾ ਦਾ ਸੰਦੇਸ਼ ਹੈ। ਲੇਕਿਨ ਉਹਨਾਂ ਵਾਸਤੇ ਸ਼ਾਂਤੀ ਤੇ ਆਸ਼ਾ ਦਾ ਸੰਦੇਸ਼ ਨਹੀਂ ਹੈ, ਉਹਨਾਂ ਦਾ ਸਿਸਟਮ ਹੀ ਵੱਖਰਾ ਆ। ਸੋ ਦੁਲਹਨ ਦੇ ਲਈ ਹੁਣ ਗੌਰ ਕਰੋ, ਦੁਲਹਨ ਦੇ ਲਈ ਕੀ ਹੈ? ਸ਼ਾਂਤੀ ਤੇ ਆਸ਼ਾ ਦਾ ਸੰਦੇਸ਼ ਹੈ। ਜਦੋਂ ਅਸੀਂ ਵਚਨ ਨੂੰ ਪੜ੍ਹਦੇ ਹਾਂ, ਸਾਡੇ ਲਈ ਕੀ ਹੈ? ਸ਼ਾਂਤੀ ਤੇ ਆਸ਼ਾ। ਉਹਦੇ ਲਈ ਲਿਖਿਆ ਹੈ ਥੈਸਲੋਨੀਕੇ 4:18 ਦੇ ਵਿੱਚ, ਸੋ इन बातों से एक दूसरे को शांति दिया करो। ਉਹ ਤੋਂ 17 ਵਰਸ 'ਚ ਅਸੀਂ ਪਹਿਲਾਂ ਪੜ੍ਹ ਲਿਆ ਆ ਕਿ ਅਸੀਂ ਪ੍ਰਭੂ ਦੇ ਨਾਲ ਮਿਲਣ ਦੇ ਲਈ ਬਦਲਾਂ ਉੱਤੇ ਉਠਾਏ ਜਾਵਾਂਗੇ। ਕਹਿੰਦਾ ਇਹ ਗੱਲਾਂ ਕਰਕੇ ਇੱਕ ਦੂਸਰੇ ਨੂੰ ਸ਼ਾਂਤੀ ਦਿਆ ਕਰੋ, ਕਿਉਂਕਿ ਸਾਡੇ ਲਈ ਕੀ ਹੈ? ਇਹ ਭਲਾ ਸ਼ਾਂਤੀ ਦਾ ਵਿਸ਼ਾ ਹੈ, ਸਾਡੇ ਲਈ ਵਿਸ਼ਾ ਆਨੰਦ ਦਾ ਵਿਸ਼ਾ ਹੈ। ਲੇਕਿਨ ਦੂਸਰਿਆਂ ਦਾ ਬਾਰੇ ਜਦੋਂ ਅਸੀਂ ਦੇਖਾਂਗੇ, ਉਹਨਾਂ ਲਈ ਆਨੰਦ ਦਾ ਵਿਸ਼ਾ ਨਹੀਂਗਾ, ਸਾਡੇ ਲਈ ਸ਼ਾਂਤੀ ਤੇ ਆਸ਼ਾ ਦਾ ਸੰदेश है। तीतुस भी ਇਹਦੇ ਬਾਰੇ ਲਿਖਦਾ ਆ, और उस धन ने आशा की अर्थात अपने महान परमेश्वर और उद्धारकर्ता यीशु मसीह की महिमा के प्रगट होने की बाट जोते रहो। ਇੱਥੇ ਸਾਰਾ ਸਿਸਟਮ ਹੀ ਦੁਲਹਨ ਦੇ ਨਾਲ ਅਸੀਂ ਟੋਟਲ ਹੀ ਵੱਖਰਾ ਦੇਖਦੇ ਹਾਂ। ਨੰਬਰ 1 ਦੁਲਹਨ ਕੋ ਨੂੰ ਸ਼ਾਂਤੀ ਹੈ, ਨੰਬਰ 2 ਦੁਲਹਨ ਦੇ ਕੋਲ ਆਸ਼ਾ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਹਾਡਾ ਦਿਲ ਵਿਆਕੁਲ ਨਾ ਹੋਵੇ, ਤੁਹਾਡਾ ਦਿਲ ਨਾ ਘਬਰਾਵੇ, ਮੇਰੇ ਉੱਤੇ ਵੀ ਯਕੀਨ ਰੱਖੋ ਤੇ ਪਿਤਾ ਉੱਤੇ ਵੀ ਯਕੀਨ ਰੱਖੋ। ਮੇਰੇ ਪਿਤਾ ਦੇ ਘਰ 'ਚ ਬਹੁਤ ਸਾਰੇ ਸਥਾਨ ਆ, ਨਹੀਂ ਤੇ ਮੈਂ ਤੁਹਾਨੂੰ ਕਹਿ ਦਿੰਦਾ। ਇਸ ਲਈ ਕਹਿੰਦਾ ਮੈਂ ਆਵਾਂਗਾ ਤੇ ਤੁਹਾਨੂੰ ਲੈ ਕੇ ਜਾਵਾਂਗਾ। ਉਹਨਾਂ ਦੇ ਲਈ ਇਦਾਂ ਦਾ ਕੋਈ ਵਾਅਦਾ ਨਹੀਂ ਹੈ ਮੈਂ ਆ ਕੇ ਤੁਹਾਨੂੰ ਲੈ ਕੇ ਜਾਵਾਂਗਾ, ਨਾ। ਇਹ ਦੁਲਹਨ ਦੇ ਲਈ ਆ ਕੇ ਲੈ ਕੇ ਜਾਵਾਂਗਾ, ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹੈ। ਦੁਲਹਨ ਦੇ ਨਾਲ ਹੀ ਵਾਅਦਾ ਆ। ਬਾਕੀ ਤੇ ਉਮੀਦ ਦੇ ਵਿੱਚ ਬੈਠੇ ਆ ਇਸਰਾਇਲ ਕਿ ਉਹਨੇ ਆਉਣਾ ਆ ਦੁੱਧ ਦੀਆਂ ਹੱਦਾਂ ਨੂੰ ਵਧਾਉਣ ਦੇ ਵਾਸਤੇ। ਸੋ ਸਾਡੇ ਇਹ ਤੁਸੀਂ ਪੁਆਇੰਟ ਲਿਖ ਲਓ ਕਿ ਸਾਡੇ ਲਈ ਸ਼ਾਂਤੀ ਤੇ ਆਸ਼ਾ ਦਾ ਸੰਦੇਸ਼ ਆ, ਉਹਨਾਂ ਲਈ ਸ਼ਾਂਤੀ ਤੇ ਆਸ਼ਾ ਦਾ ਨਹੀਂ। ਅੱਗੇ ਜਾ ਕੇ ਅਸੀਂ ਦੇਖਾਂਗੇ। और उस धन ने आशा की अर्थात अपने महान परमेश्वर और उद्धारकर्ता यीशु मसीह की महिमा के प्रगट होने की बाट जोते रहो। ਸਾਡੇ ਲਈ ਤੇ इंतजार है ਉਹਦੇ प्रगट होने ਦੇ ਲਈ, मसीह की महिमा की प्रगट होने की बाट जोने की। और जो कोई उस पर आशा रखता है वह अपने आप को वैसा ही पवित्र करता है जैसा वह पवित्र है। ਜਿਹੜਾ ਉਹਦੇ ਪ੍ਰਗਟ ਹੋਣ ਦੀ ਆਸ਼ਾ ਰੱਖਦਾ ਨਾ, ਉਹਨੂੰ ਪਤਾ ਹੈ ਪਵਿੱਤਰ ਲੋਕਾਂ ਨੂੰ ਹੀ ਲੈਣ ਆ ਰਿਹਾ ਆ। ਇਸ ਕਰਕੇ ਖੁਦਾ ਦਾ ਦਾਸ ਲਿਖਦਾ ਹੈ ਪਹਿਲਾ ਯਹੋਨਾ 3:3 ਦੇ ਵਿੱਚ, 1 जॉन चैप्टर 3 वर्स 3, और जो कोई उस पर ये आशा रखता है वह अपने आप को वैसा ही पवित्र करता है जैसा वह पवित्र है। और ਇਹਦੇ ਬਾਰੇ ਪਤਰਸ ਲਿਖਦਾ ਆ ਕਿ ਪਵਿੱਤਰ ਬਣੋ ਕਿਉਂਕਿ ਤੁਹਾਡਾ ਬਣਾਉਣ ਵਾਲਾ ਪਵਿੱਤਰ ਆ। ਸੋ ਪਵਿੱਤਰ ਨੂੰ ਜਦੋਂ ਲੈਣ ਆ ਰਿਹਾ ਹੈ ਤੇ ਫਿਰ ਇਹਦੇ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਵੀ ਪਵਿੱਤਰ ਬਣੀਏ। ਸੋ ਸਾਡੇ ਲਈ ਸ਼ਾਂਤੀ ਤੇ ਆਨੰਦ ਦਾ ਸੰਦੇਸ਼ ਹੈ, ਇੱਕ ਆਸ਼ਾ ਦਾ ਤੇ ਆਨੰਦ ਦਾ ਸੰਦੇਸ਼ ਹੈ। ਲੇਕਿਨ ਦੂਸਰੇ ਪਾਸੇ ਜਿੱਥੇ ਦੁਲਹਨ ਦੇ ਲਈ ਇਹ ਸ਼ਾਂਤੀ ਤੇ ਆਸ਼ਾ ਦਾ ਸੰਦੇਸ਼ ਆ, ਉਹਨਾਂ ਦੇ ਲਈ ਇਹ ਨਿਆਂ ਦਾ ਸੰਦੇਸ਼ ਹੈ। ਜਿਨ੍ਹਾਂ ਦੇ ਲਈ ਦੂਸਰਾ ਆਗਮਨ ਹੈ, ਉਹਨਾਂ ਦੇ ਲਈ ਸ਼ਾਂਤੀ ਜਾਂ ਆਸ਼ਾ ਦਾ ਨਹੀਂ, ਬਲਕਿ ਉਹਨਾਂ ਲਈ ਤੇ ਨਿਆਂ ਦਾ ਸੰਦੇਸ਼ ਹੈ। ਕੀ ਲਿਖਿਆ ਹੈ ਜੋਇਲ 3:12 ਦੇ ਵਿੱਚ, ਜਾਤੀ ਜਾਤੀ के लोग उबर कर चढ़ जाएं और योशापात की तराई में जाएं, क्योंकि वहां मैं चारों ओर की सारी जातियों का न्याय करने को बैठूंगा। ਸਾਡੇ ਲਈ ਨਿਆਂ ਕਰਨ ਲਈ ਨਹੀਂ ਬੈਠਣਾ, ਨਾ ਨਿਆਂ ਕਰਨ ਲਈ ਆ ਰਿਹਾ ਆ। ਸਾਨੂੰ ਤੇ ਇੱਜ਼ਤ ਦੇ ਨਾਲ, ਸ਼ਾਨ ਦੇ ਨਾਲ ਆਪਣੇ ਕੋਲ ਰੱਖਣ ਦੇ ਲਈ ਲੈਣ ਵਾਸਤੇ ਆ ਰਿਹਾ ਆ। ਇਸ ਲਈ ਆ ਰਿਹਾ ਹੈ ਕਿ ਧਰਤੀ ਦੇ ਉੱਤੇ ਜਿਹੜੀ ਮੁਸੀਬਤ ਆਉਣ ਵਾਲੀ ਆ, ਮੇਰੀ ਦੁਲਹਨ ਉਸ ਮੁਸੀਬਤ ਨੂੰ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਝੱਲੇਗੀ। ਮੇਰੀ ਦੁਲਹਨ ਜਿਹਨੇ ਕੀਮਤ ਦਿੱਤੀ ਆ, ਉਹ ਉਸ ਮੁਸੀਬਤ ਦੇ ਵਿੱਚ ਕਦੇ ਵੀ ਪ੍ਰਵੇਸ਼ ਕਰੇਗੀ ਨਹੀਂ। ਔਰ ਮਹਾਕਲੇਸ਼ ਦੇ ਸਮੇਂ ਤੋਂ ਬਾਅਦ, ਖਤਮ ਹੋਣ ਦੇ ਸਮੇਂ ਤੋਂ ਬਾਅਦ ਅਸੀਂ ਉਸੇ ਦੁਲਹਨ ਨੂੰ ਜਿਹੜੀ ਉੱਪਰ ਆ ਤਾਈਓ ਤੇ ਥੱਲੇ ਆ ਰਹੇ ਨਾ। ਤੇ ਜੇ ਮਹਾਕਲੇਸ਼ ਦੇ ਵਿੱਚ ਦੁਲਹਨ ਆ ਤੇ ਫਿਰ ਆਉਂਦੀ ਕਿੱਥੋਂ ਪਈ ਹੈ? ਫਿਰ ਉਹ ਕਿਹੜੀ ਦੁਲਹਨ ਆ, ਉਹ ਕਿਹੜੇ ਸੰਤ ਲੋਕ ਆ ਜਿਹਦੇ ਬਾਰੇ ਲਿਖਿਆ ਆ ਵੀ ਦੇਖੋ ਲੱਖਾਂ ਦੂਤਾਂ ਦੇ ਨਾਲ, ਲੱਖਾਂ ਸੰਤਾਂ ਦੇ ਨਾਲ, ਆਪਣੇ ਪਵਿੱਤਰ ਸੰਤਾਂ ਦੇ ਨਾਲ ਆ ਰਿਹਾ ਹੈ। ਉਹ ਫਿਰ ਲੱਖਾਂ ਪਵਿੱਤਰ ਸੰਤ ਕਿਹੜੇ ਆ ਜਿਨ੍ਹਾਂ ਦੇ ਨਾਲ ਉਹ ਆ ਰਿਹਾ ਹੈ ਜੇ ਦੁਲਹਨ ਨੇ ਉਸ ਮੁਸੀਬਤ ਦੇ ਵਿੱਚ ਜਾਣਾ ਆ? ਉਹ ਫਿਰ ਕੌਣ ਆ ਜਿਨ੍ਹਾਂ ਨੇ ਬਦਲਾਂ ਦੇ ਉੱਤੇ ਉਠਾਇਆ ਜਾਣਾ ਆ? ਕਿਉਂਕਿ ਜੇ ਤੇ ਅਸੀਂ ਕਹੀਏ ਲੱਖਾਂ ਸੰਤਾਂ ਦੇ ਨਾਲ ਆ ਰਿਹਾ ਤਾਂ ਕਹਿ ਸਕਦੇ ਹੋ ਜਿਹੜੇ ਪਹਿਲਾਂ ਮਰੇ ਹੋਏ ਉਹਨਾਂ ਦੀ ਗੱਲ ਕਰ ਰਹੇ ਆ। ਲੇਕਿਨ ਜਿਹੜੀ ਬਦਲਾਂ ਉੱਤੇ ਉਠਾਈ ਜਾ ਰਹੀ ਹੈ ਉਹ ਕਿਹੜੀ ਆ? ਫਿਰ
ਸੋ ਸਵਾਲ ਤੇ ਇੰਨੇ ਕਾ ਕਿ ਜਿੱਥੇ ਜਾ ਕੇ ਜਵਾਬ ਦੇਣਾ ਸਾਹਮਣੇ ਵਾਲੇ ਦੇ ਲਈ ਫਿਰ ਬੜਾ ਮੁਸ਼ਕਿਲ ਹੋਊਗਾ, ਜਾਂ ਤੇ ਉਹਨੂੰ ਫਿਰ ਮੰਨਣਾ ਪਊਗਾ ਤੇ ਜਾਂ ਫਿਰ ਢੀਠ ਹੋ ਕੇ ਮੈਦਾਨ ਛੱਡਣਾ ਪਊਗਾ। ਸੋ ਦੋ ਹੀ ਆਪਸ਼ਨ ਰਹਿ ਜਾਂਦੇ, ਇਸ ਤੋਂ ਤੀਜਾ ਆਪਸ਼ਨ ਕੋਈ ਨਹੀਂ ਹੈ। ਕਹਿੰਦਾ ਵੀ ਸਾਰਿਆਂ ਨੂੰ ਜਾਤੀਆਂ ਨੂੰ ਇਕੱਠੇ ਕਰੋ ਕਿਉਂਕਿ ਮੈਂ ਨਿਆਂ ਕਰਨ ਦੇ ਲਈ ਬੈਠਣਾ ਆ। ਸੋ ਇਹਨਾਂ ਦੇ ਲਈ ਤੇ ਨਿਆਂ ਦਾ ਸੰਦੇਸ਼ ਹੈ ਤੇ ਸਾਡੇ ਲਈ ਸ਼ਾਂਤੀ ਦਾ ਤੇ ਆਸ਼ਾ ਦਾ ਸੰਦੇਸ਼ ਹੈ। ਇਹਨਾਂ ਦਾ ਨਿਆਂ ਕਰਨ ਦੇ ਲਈ ਫਿਰ ਦੂਸਰਾ ਰੈਫਰੈਂਸ ਅਸੀਂ ਪੜ੍ਹਦੇ ਹਾਂ, ਪ੍ਰਕਾਸ਼ਿਤ ਵਾਕਿਆ 19 अध्याय ਉਹਦੀ 15 वर्ष। जाति जाति को मारने के लिए उसके मुंह से एक चोखी तलवार निकलती है। ये दूसरे आगमन ਨੂੰ ਦਿਖਾਉਂਦਾ ਆ ਜਦੋਂ ਸੰਤਾਂ ਦੇ ਨਾਲ ਆਉਂਦਾ ਆ। और वह लोहे का राजदंड लिए हुए उन पर राज्य करेगा। नंबर 1, उसके मुंह से एक चोखी तलवार निकलती है। नंबर 2, और वह लोहे के राजदंड लिए हुए उन पर राज्य करने के लिए आएगा। दूसरे आगमन ਦੇ ਵਿੱਚ ਤੇ ਉਹ ਉਹਨਾਂ ਦੇ ਉੱਤੇ ਰਾਜ ਕਰਨ ਲਈ ਆ ਰਿਹਾ ਆ ਲੋਹੇ ਦੇ ਡੰਡੇ ਦੇ ਨਾਲ। ਉਹਦੇ ਦੋ ਰੂਪ ਅਸੀਂ ਦੇਖਦੇ ਹਾਂ, ਇੱਕ ਬਿਲਕੁਲ ਸਿੱਧਾ ਸਾਦਾ ਜਿਹੜਾ ਸਾਡੇ ਲਈ ਕੀਮਤ ਦੇ ਕੇ ਗਿਆ ਆ। ਹੁਣ ਦੂਸਰੇ ਰੂਪ ਜਦੋਂ ਦੂਜੀ ਵਾਰੀ ਆ ਰਿਹਾ, ਹੁਣ ਉਸ ਰੂਪ 'ਚ ਨਹੀਂ ਆ ਰਿਹਾ। ਉਹ ਹੁਣ ਮਾਰਿਆ ਕੁੱਟਿਆ ਜਿੱਦਾਂ ਲਿਖਿਆ ਨਾ, ਉਸ ਰੂਪ 'ਚ ਨਹੀਂ ਆ ਰਿਹਾ। ਹੁਣ ਤੇ ਰਾਜਾ ਬਣ ਕੇ ਆ ਰਿਹਾ ਤੇ ਰਾਜ ਕਰਨ ਵਾਸਤੇ ਆ ਰਿਹਾ ਆ, ਜਿਹਦੀਆਂ ਅੱਖਾਂ ਬਲਦੀਆਂ ਹੋਈਆਂ ਲਾਟਾਂ ਵਰਗੀਆਂ ਆ, ਜਿਹੜਾ ਲੋਹੇ ਦੇ ਡੰਡੇ ਦੇ ਨਾਲ ਰਾਜ ਕਰਨ ਵਾਸਤੇ ਆ ਰਿਹਾ ਹੈ, ਜਿਹਦੀ ਜੀਭ ਜਿਹੜੀ ਆ ਉਹ ਤਲਵਾਰ ਦੀ ਤਰ੍ਹਾਂ ਮਾਰਦੀ ਆ। ਸੋ ਪਿਆਰਿਓ, ਚੇਤਾ ਰੱਖਿਓ, ਦੂਸਰੇ ਆਗਮਨ ਦੀਆਂ ਗੱਲਾਂ ਅਸੀਂ ਸਿੱਖ ਰਹੇ ਹਾਂ, ਨਾ ਰੈਪਚਰ ਦੀਆਂ, ਕਿ ਰੈਪਚਰ ਦੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਆ। और वह सर्वशक्तिमान परमेश्वर के भयानक प्रकोप की जल जलाहट की मदरा के कुंड में दाख रोंदेगा। ਹੁਣ ਤੇ ਉਹ ਇਸ ਤਰੀਕੇ ਦੇ ਨਾਲ ਕੰਮ ਕਰਨ ਵਾਸਤੇ ਆ ਰਿਹਾ ਹੈ। ਸੋ ਜਦੋਂ ਇਸ ਤਰੀਕੇ ਨਾਲ ਕੰਮ ਕਰਨ ਵਾਸਤੇ ਆ ਰਿਹਾ ਆ ਤੇ ਦੁਲਹਨ ਉਹਦੇ ਨਾਲ ਆ। ਇਹ ਮਹਾਕਸ਼ਟ ਤੋਂ ਬਾਅਦ ਦੇ ਸਮੇਂ ਦੀ ਅਸੀਂ ਵਿਚਾਰ ਕਰ ਰਹੇ ਹਾਂ ਤੇ ਮਹਾਕਸ਼ਟ ਦੇ ਸਮੇਂ ਤੋਂ ਬਾਅਦ ਜਦੋਂ ਉਹ ਪ੍ਰਗਟ ਹੁੰਦਾ ਆ ਤੇ ਦੁਲਹਨ ਉਹਦੇ ਨਾਲ ਧਰਤੀ ਦੇ ਉੱਤੇ ਆਉਂਦੀ ਆ। ਔਰ ਉਸਕੇ ਵਸਤਰ ਔਰ ਜਾਂਗ ਪਰ ਇਹ ਨਾਮ ਲਿਖਾ ਹੈ, ਰਾਜਾओं का ਰਾਜਾ ਔਰ ਪ੍ਰਭੂओं का ਪ੍ਰਭੂ। ਜਿੱਦਾਂ ਅਸੀਂ ਪਹਿਲਾਂ ਦੇਖ ਲਿਆ ਆ ਵੀ ਸਾਨੂੰ ਉਹਨੇ ਪ੍ਰਭੂ ਦੀ ਪਦਵੀ ਦਿੱਤੀ ਆ ਤੇ ਉਹ ਪ੍ਰਭੂਆਂ ਦਾ ਪ੍ਰਭੂ ਆ ਤੇ ਉਸ ਚੀਜ਼ ਨੂੰ ਸਿੱਧ ਕਰਨ ਦੇ ਲਈ ਉਹ ਧਰਤੀ ਦੇ ਉੱਤੇ ਆਵੇਗਾ। ਦੁਲਹਨ ਦੇ ਵਿੱਚ ਅਸੀਂ ਫਿਰ ਦੇਖਦੇ ਹਾਂ, ਦੂਜੇ ਪਾਸੇ ਉਹਦਾ ਰੂਪ ਦੇਖਦੇ ਹਾਂ, ਰੈਪਚਰ ਦੇ ਤੁਰੰਤ ਬਾਅਦ ਸ਼ੈਤਾਨ ਖੁੱਲਾ ਛੱਡਿਆ ਜਾਵੇਗਾ। ਜਦੋਂ ਦੁਲਹਨ ਜਿਹੜੀ ਆ ਉਠਾਈ ਜਾਂਦੀ ਹੈ ਨਾ, ਉਸ ਸਮੇਂ ਦੇ ਵਿੱਚ ਸ਼ੈਤਾਨ ਖੁੱਲੇ ਤੌਰ ਤੇ ਛੱਡਿਆ ਜਾਂਦਾ ਹੈ, ਪੂਰੀ ਤਾਕਤ ਦੇ ਨਾਲ ਛੱਡਿਆ ਜਾਂਦਾ, ਜੋ ਚਾਹਵੇ ਕਰੇ। ਇੱਥੋਂ ਤੱਕ ਕਿ ਉਹ ਲਿਖਿਆ ਵੀ ਜਿਹੜੇ ਬਾਕੀ ਰਹਿ ਜਾਂਦੇ ਉਹਨਾਂ ਨਾਲ ਵੀ ਯੁੱਧ ਕਰਦਾ ਆ ਤੇ ਉਹ ਵੀ ਉਹਨਾਂ ਦੇ ਉੱਤੇ ਵੀ ਮਤਲਬ ਉਹ ਜਿੱਤੀ ਹਾਸਲ ਕਰਦਾ ਹੈ, ਉਹ ਵੀ ਉਹਦੇ ਅੱਗੇ ਕਮਜ਼ੋਰ ਪੈ ਜਾਂਦੇ ਆ। ਔਰ ਇੱਥੇ ਸਾਡੇ ਸਾਹਮਣੇ ਜਿਹੜੀ ਖੁੱਲ੍ਹ ਕੇ ਗੱਲ ਆਉਂਦੀ ਹੈ ਨਾ, ਇਹ ਆਖਰੀ ਜਿਹੜਾ ਮੈਂ ਤੁਹਾਨੂੰ ਦੇਣ ਲੱਗਾ ਨਾ ਰੈਫਰੈਂਸ, ਇਹ ਰੈਫਰੈਂਸ ਜਿਹੜਾ ਹੈ ਜਿੱਦਾਂ ਕਹਿੰਦੇ ਹੁੰਦੇ ਨਾ ਵੀ 100 ਸੁਨਾਰ ਦੀ ਤੇ 1 ਲੋਹਾਰ ਦੀ, ਇਹ ਉਹ ਮੈਂ ਤੁਹਾਨੂੰ ਦੇਣ ਲੱਗਾ ਆ। ਦੁਲਹਨ ਰੈਪਚਰ ਹੋ ਗਿਆ, ਰੈਪਚਰ ਦੇ ਤੁਰੰਤ ਬਾਅਦ ਸ਼ੈਤਾਨ ਖੁੱਲਾ ਛੱਡਿਆ ਜਾਣਾ, ਕਿਉਂਕਿ ਜਿਹੜਾ ਤਿਆਰ ਕਰਨ ਵਾਲਾ ਜਿਹਨੇ ਰੋਕ ਕੇ ਰੱਖਿਆ ਵਿੱਚੋਂ ਹਟਾਇਆ ਜਾਣਾ ਤੇ ਉਹਨੂੰ ਪੂਰੇ ਤੌਰ ਤੇ ਪੂਰਾ ਅਧਿਕਾਰ ਦੇ ਕੇ ਉਹਨੂੰ ਛੱਡਿਆ ਜਾਣਾ ਆ। ਔਰ ਉਹਦੇ ਛੱਡੇ ਜਾਣ ਦੇ ਵਿੱਚ ਉਹ ਦੋ ਚਲਾਕੀਆਂ ਦੇ ਨਾਲ ਕੰਮ ਕਰੂਗਾ। ਇੱਕ ਤੇ ਚੁੱਪ ਚਪੀਤੇ ਬੜਾ ਸ਼ਾਂਤੀ ਦੂਤ ਜਿਹਾ ਬਣ ਕੇ ਨਜ਼ਰ ਆਊਗਾ ਤੇ ਉਸ ਤੋਂ ਬਾਅਦ ਜਿਹੜਾ ਆ ਪੀਰੀਅਡ ਮਹਾਕਲੇਸ਼ ਦਾ, ਫਿਰ ਉਹਦੇ ਵਿੱਚ ਉਹ ਆਪਣੇ ਕ੍ਰੋਧ ਨੂੰ ਦਿਖਾਊਗਾ ਔਰ ਪੂਰੀਆਂ ਤਾਕਤਾਂ ਹੈ ਉਹਦੇ ਕੋਲ। ਉਹਨੂੰ ਰੋਕਣਾ ਵੀ ਇਨਸਾਨ ਦੇ ਵੱਸ ਦਾ ਕੰਮ ਨਹੀਂ ਹੈ। ਉਹਦੇ ਅੱਗੋਂ ਲੋਕ ਭੱਜਣਗੇ, ਜਾਂ ਤੇ ਉਹਨੂੰ ਕਬੂਲ ਕਰਨਗੇ, ਉਹਦੇ ਅੱਗੇ ਸਜਦਾ ਕਰਨਗੇ ਤੇ ਜਾਨ ਬਚਾਉਣਗੇ, ਤੇ ਜਾਂ ਫਿਰ ਉਹਦੇ ਤੋਂ ਭੱਜਣਗੇ, ਮਾਰੇ ਜਾਣਗੇ। ਬਸ ਇਹੀ ਆਪਸ਼ਨ ਆ, ਹੋਰ ਕੋਈ ਆਪਸ਼ਨ ਨਹੀਂ ਆ। ਉਦੋਂ ਰੋਕਣ ਵਾਲਾ ਵੀ ਉਹਨੂੰ ਰੋਕੇਗਾ ਨਹੀਂ, ਰੋਕਣ ਵਾਲਾ ਉਹਨੂੰ ਰੋਕੇਗਾ ਨਹੀਂ, ਜੋ ਚਾਹਵੇ ਉਹ ਕਰੇ। ਕਿਉਂਕਿ ਅਨੁਗ੍ਰਹਿ ਦੇ ਸਮੇਂ ਦੀ ਲੋਕਾਂ ਨੇ ਕਦਰ ਨਹੀਂ ਕੀਤੀ ਤੇ ਹੁਣ ਕ੍ਰੋਧ ਦੇ ਸਮੇਂ ਨੂੰ ਦੇਖਣਗੇ। ਔਰ ਕ੍ਰੋਧ ਦੇ ਸਮੇਂ ਦੇ ਵਿੱਚ ਉਹਨੂੰ ਫੁੱਲ ਇਖਤਿਆਰ ਦੇ ਕੇ ਛੱਡਿਆ ਜਾਂਦਾ। ਰੈਪਚਰ ਤੋਂ ਬਾਅਦ ਉਹਨੂੰ ਪੂਰੇ ਅਧਿਕਾਰ ਦੇ ਕੇ ਛੱਡਿਆ ਜਾਂਦਾ ਹੈ। ਲੇਕਿਨ ਹੁਣ ਅਸੀਂ ਦੂਜੇ ਪਾਸੇ ਦੇਖਾਂਗੇ, ਇਹਨੂੰ ਤੇ ਰੈਪਚਰ ਤੋਂ ਬਾਅਦ ਖੁੱਲੇ ਤੌਰ ਤੇ ਛੱਡਿਆ ਜਾਂਦਾ ਆ। ਲੇਕਿਨ ਜਦੋਂ ਆਗਮਨ ਹੁੰਦਾ ਆ, ਉਦੋਂ ਛੱਡਿਆ ਨਹੀਂ ਜਾਂਦਾ, ਉਦੋਂ ਫੜਿਆ ਜਾਂਦਾ ਆ। ਤੇ ਫਿਰ ਪਤਾ ਨਹੀਂ ਕਿੱਥੋਂ ਲੋਕੀ ਗੱਲਾਂ ਕੱਢ ਕੇ ਲਿਆਉਂਦੇ ਆ, ਜਾਂ ਕਿਸ ਤਰ੍ਹਾਂ ਦਾ ਪ੍ਰਕਾਸ਼ਨ ਲਿਆਉਂਦੇ, ਜਾਂ ਕਿੱਦਾਂ ਕਲੀਸਿਆ ਨੂੰ ਦੱਸਦੇ ਆ, ਜਾਂ ਸਾਨੂੰ ਮਾੜਾ ਕੀ ਪਤਾ ਲੱਗ ਜਾਣਾ ਇੱਥੋਂ ਆ ਪ੍ਰਕਾਸ਼ਨ ਗਲਤ ਹੈ ਜਾਂ ਸੈੱਟ ਨਹੀਂ ਪੈਂਦਾ। ਅਸੀਂ ਉੱਥੇ ਮਾਫੀ ਮੰਗ ਲਈਦੀ ਵੀ ਨਹੀਂ, ਵੀ ਅਸੀਂ ਸਾਨੂੰ ਲੱਗਦਾ ਇਹਦੇ ਵਿੱਚ ਕੋਈ ਡਾਊਟ ਆ ਤੇ ਅਸੀਂ ਕਲੀਸਿਆ ਦੇ ਨਾਲ ਇਹਨੂੰ ਸਾਂਝਾ ਕਰਨਾ ਚਾਹੁੰਦੇ ਨਹੀਂ ਹੈ। ਪਰ ਪਤਾ ਨਹੀਂ ਲੋਕੀ ਕਿੱਥੋਂ ਕਿੱਥੋਂ ਗੱਲਾਂ ਬਣਾ ਕੇ ਲਿਆਉਂਦੇ ਤੇ ਕਿੱਦਾਂ ਕਿੱਦਾਂ ਕਲੀਸਿਆ ਨੂੰ ਦੱਸ ਦਿੰਦੇ ਆ।
ਸੋ ਇੱਥੇ ਦੇਖਦੇ ਆ ਰੈਪਚਰ ਤੋਂ ਬਾਅਦ ਉਹਨੂੰ ਖੁੱਲਾ ਛੱਡਿਆ ਜਾਣਾ ਆ, ਪੂਰੀ ਆਜ਼ਾਦੀ ਦਿੱਤੀ ਜਾਣੀ ਆ, ਕਤਲੇਆਮ ਹੋਣਾ ਆ, ਲੋਕਾਂ ਦੇ ਉੱਤੇ ਤਸ਼ੱਦਦ ਹੋਣਾ ਆ, ਲੋਕਾਂ ਨੇ ਪਹਾੜਾਂ ਦੇ ਵਿੱਚ ਜਾ ਕੇ ਲੁਕਣਾ, ਜੰਗਲਾਂ ਦੇ ਵਿੱਚ ਜਾ ਕੇ ਆਪਣੀ ਜਾਨਾਂ ਬਚਾਉਣ ਦੇ ਲਈ, ਔਰ ਉਹਨੂੰ ਪੂਰਾ ਇਖਤਿਆਰ ਹੋਣਾ ਆ। ਜਿਹਨੂੰ ਚਾਹੂਗਾ ਖਾਣ ਖੂਨ ਲਈ ਦਊਗਾ, ਜਿਹਨੂੰ ਚਾਹੂਗਾ ਜੀਣ ਦਊਗਾ, ਜਿਹਨੂੰ ਚਾਹੂਗਾ ਮਾਰ ਦਊਗਾ। ਇਹ ਸਾਰੇ ਇਖਤਿਆਰ ਉਹਦੇ ਕੋਲ ਹੋਣੇ ਆ, ਤੇ ਪਰਮੇਸ਼ਵਰ ਨੇ ਉਹਦੇ ਉਸ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ, ਕਿਉਂਕਿ ਪਰਮੇਸ਼ਵਰ ਨੇ ਆਪ ਉਹਨੂੰ ਖੁੱਲਾ ਛੱਡਣਾ ਇਹ ਸਭ ਕੁਝ ਕਰਨ ਦੇ ਲਈ। ਇਹ ਰੈਪਚਰ ਤੋਂ ਬਾਅਦ ਦਾ ਸੀਨ ਹੈ, ਔਰ ਉਹਦੇ ਬਾਰੇ ਅਸੀਂ ਪ੍ਰਕਾਸ਼ਿਤ ਵਾਕਿਆ 13:2 ਦੇ ਵਿੱਚ ਉਹਦੇ ਮਿਲੇ ਹੋਏ ਇਸ ਇਖਤਿਆਰ ਨੂੰ ਪੜ੍ਹਦੇ ਹਾਂ। ਪ੍ਰਕਾਸ਼ਿਤ ਵਾਕਿਆ रेवलेशन चैप्टर 13 वर्स 2। और जो पशु मैंने देखा वह चीते की नाई था। किदां दा सी भला? चीते दी नाई। तुहानूं पता ना जदों आउंदा फिर किदां जंगल दे विच दहशत पैंदी है ते किदां लोकी भजदे है। ये जदों चीते दे नाल दी तुलना कीती जांदी है ना, ते ओहदी सारी ਉਹ ਦਿਖਾਈ ਜਾ ਰਹੇ ਉਹਦੇ ਖੌਫ ਨੂੰ ਤੇ ਉਹਦੇ ਸਾਰੇ ਸਿਸਟਮ ਨੂੰ। ਔਰ ਤੁਸੀਂ ਸਾਰੇ ਜਣੇ ਜੇ ਗੂਗਲ ਨੂੰ ਜਿਹੜੇ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਚੀਤੇ ਦੀ ਰਫ਼ਤਾਰ ਕਿੰਨੀ ਹੁੰਦੀ ਭੱਜਣ ਦੇ ਵਿੱਚ। ਸੋ ਉਹਦੇ ਸਾਰੇ ਗੁਣਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਸੋ ਕਿੱਦਾਂ ਦਾ ਹੈ? ਵह चीते की नाई था और उसके पाँव भालू के से थे। ਤੇ ਜਿਨ੍ਹਾਂ ਨੇ ਭਾਲੂ ਨੂੰ ਯੁੱਧ ਕਰਦਿਆਂ ਦੇਖਿਆ ਹੋਇਆ ਉਹਨਾਂ ਨੂੰ ਪਤਾ ਹੈ ਵੀ ਭਾਲੂ ਦੇ ਪੈਰਾਂ ਦੇ ਨਾਲ ਤੁਲਨਾ ਜਿਹੜੀ ਹੈ ਉਹ ਕਿਉਂ ਕੀਤੀ ਗਈ ਹੈ। ਤੇ ਜੇ ਨਹੀਂ ਹੈ ਤੇ ਫਿਰ ਤੁਸੀਂ ਗੂਗਲ 'ਚ ਜਾ ਕੇ ਤੇ ਸਰਚ ਕਰਿਓ, ਤੇ ਭਾਲੂ ਜਦੋਂ ਕਿਸੇ ਤੇ ਅਟੈਕ ਕਰਦਾ ਨਾ ਤਾਂ ਉਹਦੇ ਅਟੈਕ ਦੇ ਸਿਸਟਮ ਨੂੰ ਦੇਖਿਓ। ਉਸਕੇ ਪਾँव भालू के से थे और मुंह सें का सा था, शेर वर्गा। और उस अजगर ने अपनी सामर्थ और अपना सिंहासन और बड़ा अधिकार उसे दे दिया। ये तो विनाश करने दे वास्ते सारा सिस्टम ਹੁਣ ਆਪਣੀ ਤਰੀ ਜਿਹੜੀ ਮੂਰਤੀ ਉਹ ਦਿਖਾਉਣ ਦੇ ਲਈ ਆਇਆ ਵੀ ਉਹ ਤਿੰਨ ਤਰੀਕੇ ਦਾ ਕਿੱਦਾਂ ਕੰਮ ਕਰਦਾ। ਜਿੱਦਾਂ ਪਰਮੇਸ਼ਵਰ ਨੂੰ ਲੋਕ ਤਿੰਨ ਹਿੱਸਿਆਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਤ੍ਰਿਤਵ ਦੇ ਉੱਤੇ ਗੌਰ ਕਰਦੇ ਆ। ਔਰ ਅਸੀਂ ਟ੍ਰਿੰਟੀ ਦੇ ਬਾਰੇ ਸਾਰਿਆਂ ਨੇ ਸਿੱਖਿਆ ਹੈ ਪਿਛਲੇ ਦਿਨਾਂ ਵਿੱਚ। ਜਿੱਦਾਂ ਉਹ ਆ ਉੱਦਾਂ ਇਹ ਆਪਣੇ ਆਪ ਨੂੰ ਪੂਰਾ ਪਰਮੇਸ਼ਵਰ ਕਰਕੇ ਬਣਾਉਂਦਾ ਹੈ, ਪਰਮੇਸ਼ਵਰ ਦੀ ਤਰ੍ਹਾਂ ਹੀ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਔਰ ਇਸ ਟਾਈਮ ਤੇ ਇਖਤਿਆਰ ਵੀ ਪੂਰਾ ਹੈ, ਇਹਨੂੰ ਰੋਕਣ ਵਾਲਾ ਕੋਈ ਨਹੀਂ, ਕਿਉਂਕਿ ਰੋਕਣ ਵਾਲਾ ਪਿੱਛੋਂ ਹਟ ਗਿਆ ਹੋਇਆ। ਜਿਹਨੇ ਰੋਕ ਕੇ ਰੱਖਿਆ ਸੀ ਹਟ ਗਿਆ ਹੋਇਆ। ਹੁਣ ਤੇ ਇਹ ਜੋ ਮਰਜ਼ੀ ਕਰੇ, ਖੁੱਲਾ ਛੱਡਿਆ ਇਹਨੂੰ। ਤੇ ਖੁੱਲੇ ਛੱਡਣ ਦੇ ਵਿੱਚ ਉਹਦੀਆਂ ਗੱਲਾਂ ਦੇਖੋ ਕੀ ਹੈ। ਚੀਤੇ ਵਰਗਾ, ਭਾਲੂ ਵਰਗਾ, ਸ਼ੇਰ ਵਰਗਾ, ਤੇ ਅਜਗਰ ਨੇ ਆਪਣਾ ਸਾਰਾ ਅਧਿਕਾਰ ਸਾਮਰਥ ਉਹਨੂੰ ਦੇ ਦਿੱਤੀ ਹੈ। ਤੇ ਹੁਣ ਇਹ ਜੋ ਮਰਜ਼ੀ ਚਾਹਵੇ ਖੁੱਲਾ ਛੱਡਿਆ ਹੈ। ਰੈਪਚਰ ਤੋਂ ਬਾਅਦ ਇਹਨੂੰ ਖੁੱਲਾ ਛੱਡਿਆ, ਇਹਨੂੰ ਰੋਕਣ ਵਾਲਾ ਹੁਣ ਕੋਈ ਨਹੀਂ। ਲੇਕਿਨ ਦੂਸਰੇ ਆਗਮਨ ਦੇ ਵਿੱਚ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਵੀ ਉੱਥੇ ਵੀ ਖੁੱਲਾ ਛੱਡਿਆ ਹੋਇਆ ਜਾਂ ਕਿ ਕੰਮ ਕੁਛ ਹੋਰ ਸਾਨੂੰ ਨਜ਼ਰ ਆਉਂਦਾ ਹੈ। ਪ੍ਰਕਾਸ਼ਿਤ ਵਾਕਿਆ 12 ਦੇ ਵਿੱਚ ਵੀ ਅਸੀਂ ਦੇਖ ਲੈਂਦੇ ਹਾਂ। ਇਸ ਕਾਰਨ ਹੇ ਸਵਰਗੋ, ਇਹ ਜਦੋਂ ਖੁੱਲਾ ਛੱਡਿਆ ਜਾਂਦਾ ਉਹਦਾ ਬਾਰੇ ਮੈਂ ਦੱਸ ਰਿਹਾ। ਰੈਪਚਰ ਤੋਂ ਬਾਅਦ ਜਦੋਂ ਇਹਨੂੰ ਖੁੱਲਾ ਛੱਡਿਆ ਜਾਂਦਾ ਹੈ, ਇਸ ਕਾਰਨ ਹੇ ਸਵਰਗੋ, ਇਹ ਜਿਹੜਾ ਅਸੀਂ ਛੱਡ ਦਿੱਤਾ ਨਾ ਅਧਿਆਏ, ਉਹਦੇ ਬਾਰੇ ਮੈਂ ਹੁਣ ਗੱਲ ਕਰਨ ਜਾ ਰਿਹਾ। ਵਿੱਚ ਟੱਚ ਕਰਾਈ ਜਾਊਗਾ, ਫਿਰ ਅਸੀਂ ਖੋਲ ਕੇ ਦੱਸਾਂਗੇ ਇਹਨੂੰ। ਤੇ ਮੇਰੇ ਖਿਆਲ ਨਾਲ ਹੁਣ ਹੀ ਲੋਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਜਾਣਾ ਵੀ ਅਸੀਂ ਦੱਸਣਾ ਕੀ ਚਾਹੁੰਦੇ ਸੀ ਉਹਦੇ ਵਿੱਚ। ਇਸ ਕਾਰਨ ਹੇ ਸਵਰਗੋ ਔਰ ਉਨਮੇ ਕੇ ਰਹਿਣੇ ਵਾਲੋ ਮਗਨ ਹੋ। ਇਹ ਸਵਰਗ ਵਾਲਿਆਂ ਨੂੰ ਕੱਲ੍ਹ ਹੀ ਮਗਨ ਹੋਣ ਲਈ ਕਹਿ ਰਿਹਾ ਆ। ਉਹਨੂੰ ਅੱਗੇ ਕਲੀਅਰ ਕੀਤਾ ਗਿਆ, ਹੇ ਪ੍ਰਿਥਵੀ ਔਰ ਸਮੁੰਦਰ ਤੁਮ ਪਰ ਹਾਏ। क्यों है? क्योंकि शैतान बड़े क्रोध के साथ तुम्हारे पास उतर आया है। ਉੱਥੋਂ ਕੱਢ ਦਿੱਤਾ ਆ ਤੇ ਹੁਣ ਉੱਤਰ ਕਿੱਥੇ ਆਇਆ ਆ? ਕਹਿੰਦਾ ਸਮੁੰਦਰ ਉੱਤੇ ਹਾਏ ਤੇ ਧਰਤੀ ਦੇ ਉੱਤੇ ਹਾਏ, ਕਿਉਂਕਿ ਸ਼ੈਤਾਨ ਬੜੇ क्रोध के साथ तुम्हारे पास उतर आया है, क्योंकि जानता है कि उसका थोड़ा ही समय बाकी है। ਜਿਹੜੀ ਪ੍ਰਕਾਸ਼ਿਤ ਵਾਕਿਆਂ ਦੀ ਕਿਤਾਬ ਹੈ ਨਾ, ਇਹਨੂੰ ਲੋਕ ਜਲਦੀ ਕਿਤੇ ਪੜ੍ਹਦੇ ਵੀ ਨਹੀਂ ਗਏ ਤੇ ਉਹ ਵਿਰੋਧੀ ਚਾਹੁੰਦਾ ਵੀ ਨਹੀਂ ਲੋਕ ਇਹਨੂੰ ਪੜ੍ਹਨ। ਤੇ ਮੋਸਟਲੀ ਬਹੁਤ ਘੱਟ ਲੋਕ ਆ ਜਿਹੜੇ ਇਸ ਕਿਤਾਬ ਦੇ ਬਾਰੇ ਜਾਣਦੇ। ਕੁਦਰਤੀ ਗੱਲ ਹੀ ਆ, ਉਹਦੀ ਵਜ੍ਹਾ ਇਹ ਆ ਕਿਉਂਕਿ ਇਹਦੇ ਵਿੱਚ ਉਹਦੀ ਉਹ ਦੁਰਗਤ ਦਿਖਾਈ ਗਈ ਆ, ਜਿਹਨੇ ਦੁਨੀਆ ਦੇ ਉੱਤੇ ਖੌਫ ਪਾਇਆ, ਜਿਹਨੇ ਦੁਨੀਆ ਨੂੰ ਗੁਲਾਮ ਬਣਾ ਕੇ ਰੱਖਿਆ। ਇਹਦੇ ਵਿੱਚ ਉਹਦੇ ਨਾਸ਼ ਨੂੰ ਬਿਆਨ ਕੀਤਾ ਗਿਆ ਆ ਵੀ ਉਹਦਾ ਅੰਤ ਪਰਮੇਸ਼ਵਰ ਕਿੱਦਾਂ ਕਰਨ ਵਾਲਾ ਆ। ਇਸ ਕਰਕੇ ਚਾਹੁੰਦਾ ਹੀ ਨਹੀਂ ਕਿ ਕੋਈ ਬੰਦਾ ਇਸ ਕਿਤਾਬ ਦੀ ਸਟੱਡੀ ਕਰੇ, ਕਿਉਂਕਿ ਇਹਦੇ ਵਿੱਚ ਉਹਦੇ ਨਾਲ ਹੋਣ ਵਾਲਾ ਸਾਰਾ ਵਾਕਿਆ ਲਿਖਿਆ ਆ। ਜਿਸ ਤੋਂ ਲੋਕ ਖੌਫ ਖਾਂਦੇ ਆ, ਉਹਦਾ ਪ੍ਰਭੂ ਯਿਸੂ ਮਸੀਹ ਨੇ ਹਸ਼ਰ ਕੀ ਕਰਨਾ ਆ, ਉਹ ਸਾਰਾ ਕੁਛ ਇੱਥੇ ਲਿਖਿਆ ਹੋਇਆ। ਪੁਰਾਣੇ ਨੇਮ ਦੇ ਵਿੱਚ ਤੇ ਜਿੱਥੇ ਵੀ ਪੜ੍ਹਦੇ ਆ ਉਹਦੇ ਖੌਫ ਨੂੰ ਪੜ੍ਹਦੇ ਆ ਅਸੀਂ। ਉਹ ਕੀ ਕਰ ਸਕਦਾ ਉਹਨੂੰ ਹੀ ਪੜ੍ਹਦੇ ਆ। ਉਹਨੇ ਕਿੱਦਾਂ ਕਿਹੜੇ ਕੰਮ ਕੀਤੇ ਉਹਨੂੰ ਹੀ ਪੜ੍ਹਦੇ ਆ। ਲੇਕਿਨ ਉਹਦੇ ਬਾਰੇ ਪੜ੍ਹਦੇ ਇਹ ਨਹੀਂ ਸਾਨੂੰ ਪਤਾ ਲੱਗਦਾ ਉਹਦੀ ਕਮਜ਼ੋਰੀ ਕੀ ਹੈ ਜਾਂ ਕਿੱਥੇ ਉਹਨੂੰ ਕਿੱਦਾਂ ਦਬਾਇਆ ਜਾ ਸਕਦਾ। ਇਹਦੇ ਵਿੱਚ ਉਹਦਾ ਸਾਰਾ ਵੇਰਵਾ ਦਿੱਤਾ ਗਿਆ ਆ ਵੀ ਉਹਦੀ ਵਜੂਦ ਪਰਮੇਸ਼ਵਰ ਦੇ ਸਾਹਮਣੇ ਕੁਛ ਨਹੀਂ ਹੈ।
ਜਿਵੇਂ ਕਿ ਲੋਕ ਸਮਝਦੇ ਕਿ ਸ਼ਾਇਦ ਇੱਕ ਪਰਮੇਸ਼ਰ ਦੀ ਦੂਜੀ ਤਾਕਤ ਇਹ ਹੈ। ਪਰਮੇਸ਼ਰ ਦੇ ਸਾਹਮਣੇ ਕੁਛ ਵੀ ਨਹੀਂਗਾ, ਚੀਂਟੀ ਦੇ ਬਰਾਬਰ ਵੀ ਨਹੀਂਗਾ। ਪਰਮੇਸ਼ਰ ਆਪ ਇਹਨੂੰ ਛੱਡਦਾ ਹੈ ਤੇ ਕੁਛ ਕਰ ਸਕਦਾ, ਨਹੀਂ ਤੇ ਕੁਛ ਵੀ ਕਰਨ ਯੋਗ ਹੈ ਹੀ ਨਹੀਂ ਹੈ। ਸੋ ਕਹਿੰਦਾ ਹਾਏ ਆ ਪ੍ਰਿਥਵੀ ਦੇ ਉੱਤੇ ਤੇ ਸਮੁੰਦਰਾਂ ਉੱਤੇ, ਕਿਉਂਕਿ ਉਹ ਆ ਗਿਆ ਹੈ ਥੱਲੇ ਤੇ ਉਹ ਹੁਣ ਬੜੇ ਕ੍ਰੋਧ ਦੇ ਵਿੱਚ ਆ, ਕਿਉਂਕਿ ਉਹਨੂੰ ਪਤਾ ਹੈ ਕਿ ਉਹਦਾ ਸਮਾਂ ਜਿਹੜਾ ਆ ਉਹ ਹੁਣ ਥੋੜਾ ਹੀ ਰਹਿੰਦਾ ਆ। ਤੇ 13 वर्ष 'ਚ ਲਿਖਿਆ, और जब अजगर ने देखा कि मैं पृथ्वी पर गिरा दिया गया हूं तो उस स्त्री को जो बेटा जनी थी, जिथे लोगों ने अंकुश लाया ਸੀ ਨਾ ਵੀ ਤੁਸੀਂ ਤੇ ਕਹਿ ਰਹੇ ਹੋ ਕਿ ਉਹ ਬੇਟਾ ਜਨਣ ਵਾਲੀ ਆ, ਤੇ ਉਸ ਹਿਸਾਬ ਨਾਲ ਤੇ ਤੁਸੀਂ ਦੱਸ ਰਹੇ ਹੋ ਕਿ ਅਜੇ ਇੱਥੇ ਪ੍ਰੋਗਰਾਮ ਆ, ਤੇ ਇੱਥੇ ਹੁਣ ਉਹਨੂੰ ਕਲੀਅਰ ਕੀਤਾ ਗਿਆ ਆ, ਔਰ ਆਉਣ ਵਾਲੇ ਸਮੇਂ 'ਚ ਇਹਨੂੰ ਸਾਰਾ ਅਸੀਂ ਕਲੀਅਰ ਕਰਾਂਗੇ। ਉਸ ਇਸਤਰੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਜਿਹੜੀ ਬੇਟਾ ਜਣੀ ਸੀ। ਕਿਹੜਾ ਬੇਟਾ ਜਣੀ ਸੀ? ਜਿਹੜਾ ਬੇਟੇ ਦਾ ਰੈਪਚਰ ਹੋ ਚੁੱਕਾ, ਯਾਨੀ ਕਿ ਉਹ ਕਲੀਸਿਆ ਜਿਹੜੀ ਸਵਰਗ ਵਿੱਚ ਉਠਾਈ ਜਾ ਚੁੱਕੀ ਆ, ਉਹਦੇ ਸਾਹਮਣੇ ਆਇਆ। ਇੱਥੇ ਇੱਕ ਕੰਮ ਹੋਏ, ਪੂਰੇ ਹੋਏ ਨੂੰ ਅਸੀਂ ਬਖੂਬੀ ਦੇਖਦੇ ਹਾਂ। ਇੱਕ ਮੁਕੰਮਲ ਕੰਮ ਹੋਇਆ ਸਾਡੇ ਸਾਹਮਣੇ ਆਉਂਦਾ ਪਿਆ ਆ। ਇੱਕ ਕੰਮ ਹੋ ਚੁੱਕਾ ਆ, ਉਹ ਬੱਚਾ ਉਠਾਇਆ ਜਾ ਚੁੱਕਾ। ਜਿਹੜਾ ਲਿਖਿਆ ਅਚਾਨਕ ਉਠਾਇਆ ਗਿਆ ਆ, ਉਹ ਜਿਹੜਾ ਕਲੀਸਿਆ ਦਾ ਰੂਪ ਹੈ ਉਹ ਉਠਾਇਆ ਜਾ ਚੁੱਕਾ ਹੈ ਤੇ ਉਹਦੇ ਸਾਹਮਣੇ ਆ ਕੇ ਹੁਣ ਖੜਾ ਹੋਇਆ। ਲੇਕਿਨ ਅਸੀਂ ਜਦੋਂ 3-4 वर्ष ਨੂੰ ਪੜ੍ਹਦੇ ਉੱਥੇ ਜਾ ਕੇ ਕਨਫਿਊਜ਼ਨ ਹੋ ਜਾਂਦੇ ਵੀ ਉਹ ਅੱਗੇ ਖੜਾ ਆ। ਉਹ ਜਿਹੜਾ ਉਦੋਂ ਖੜਾ ਆ, ਉਦੋਂ ਉਸ ਸਮੇਂ ਦੇ ਵਿੱਚ ਆ ਜਦੋਂ ਦੁਲਹਨ ਅਜੇ ਧਰਤੀ ਦੇ ਉੱਤੇ ਹੀ ਆ। ਯਿਸੂ ਮਸੀਹ ਨੇ ਕਿਹਾ ਮੈਂ ਬਿਜਲੀ ਵਾਂਗੂ ਆਕਾਸ਼ ਤੋਂ ਉਹਨੂੰ ਡਿੱਗਦਿਆਂ ਦੇਖਿਆ ਆ। ਉਹ ਡਿੱਗਦਿਆਂ ਦੇਖਿਆ ਆ, ਉਹ ਡਿੱਗਿਆ ਇੱਥੇ ਆ ਕੇ। ਲੇਕਿਨ ਯਿਸੂ ਮਸੀਹ ਅਨਾਉਂਸ ਕਦੋਂ ਕਰਦਾ ਆ? ਉਦੋਂ ਹੀ ਕਰਦਾ ਆ। ਥੈਸਲੋਨੀਕੇ ਵਿੱਚ ਸੰਤ ਪੌਲੁਸ ਕੀ ਕਹਿੰਦਾ, ਕੋਈ ਧਰਮ ਦਾ ਭੇਤ ਹੁਣ ਵੀ ਅਸਰ ਕਰੀ ਜਾਂਦਾ ਹੈ। ਉਹ ਕੰਮ ਤੇ ਕਰੀ ਜਾਂਦਾ ਹੈ। ਉਹ ਤੇ ਸ਼ੁਰੂ ਤੋਂ ਹੀ ਕਲੀਸਿਆ ਨੂੰ ਰੋਕ ਰਿਹਾ ਆ। ਸ਼ੁਰੂ ਤੋਂ ਉਹਦਾ ਯਤਨ ਆ ਕਿ ਕਲੀਸਿਆ ਦੇ ਦੁਆਰਾ ਕਲੀਸਿਆ ਪੈਦਾ ਨਾ ਹੋਵੇ। ਉਹ ਤੇ ਸ਼ੁਰੂ ਤੋਂ ਇਸੇ ਚੀਜ਼ 'ਚ ਲੱਗਾ ਹੋਇਆ ਆ। ਲੇਕਿਨ ਉਹਦੀ ਕੋਸ਼ਿਸ਼ ਦੇ ਬਾਵਜੂਦ ਵੀ ਇਹ ਕਲੀਸਿਆ ਉਠਾਈ ਗਈ ਆ। ਆਪਣੇ ਧਰਮ ਦੇ ਕੰਮਾਂ ਦੇ ਨਾਲ ਪ੍ਰਭੂ ਦੀ ਕਿਰਪਾ 'ਚ ਰਹਿ ਕੇ ਜਿਹੜੇ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ, ਉਹਦੇ 'ਚ ਉਠਾਈ ਜਾ ਚੁੱਕੀ ਆ। ਇੱਥੇ ਹੁਣ ਆ ਕੇ ਉਹਦੇ ਸਾਹਮਣੇ ਅਸੀਂ ਦੇਖਦੇ ਹਾਂ ਰੈਪਚਰ ਦੇ ਤੁਰੰਤ ਬਾਅਦ ਇਹਨੂੰ ਖੁੱਲ੍ਹਾ ਛੱਡਿਆ ਗਿਆ। ਲੇਕਿਨ ਹੁਣ ਦੇਖੀਏ ਦੂਸਰੇ ਆਗਮਨ ਦੇ ਵਿੱਚ ਇਹ ਖੁੱਲ੍ਹਾ ਹੀ ਤੁਰਿਆ ਫਿਰਦਾ ਹੈ, ਜਾ ਕੇ ਕੰਮ ਦੂਜਾ ਹੋ ਗਿਆ। ਉਹਦੇ ਵਿੱਚ ਰੈਪਚਰ ਦੇ ਵਿੱਚ ਖੁੱਲ੍ਹਾ ਛੱਡਿਆ ਗਿਆ ਆ, ਲੇਕਿਨ ਦੂਸਰੇ ਆਗਮਨ ਦੇ ਵਿੱਚ ਸ਼ੈਤਾਨ ਨੂੰ ਬੰਦੀ ਬਣਾਇਆ ਜਾਵੇਗਾ। ਤੇ ਜੇ ਫਿਰ ਵੀ ਸਾਡੀ ਸਮਝ ਵਿੱਚ ਨਾ ਆਵੇ, ਫਿਰ ਸਮਝ ਲਓ ਅਸੀਂ ਅਜੇ ਬੰਦੀ ਬਣੇ ਹੋਏ ਹਾਂ। ਫਿਰ ਅਸੀਂ ਕੈਦ ਦੇ ਵਿੱਚ, ਫਿਰ ਸਾਡੀ ਬੁੱਧ ਕੈਦ ਹੋਈ ਪਈ ਹੈ, ਫਿਰ ਸਾਡੀ ਬੁੱਧ ਹੀ ਬੰਦੀ ਹੋਈ ਹੈ। ਜੇ ਅਸੀਂ ਹੁਣ ਵੀ ਇਹਨੂੰ ਸਮਝ ਨਾ ਸਕੇ, ਮੈਂ ਇਸੇ ਲਈ ਕਿਹਾ ਸੀ ਇਹ ਜਿਹੜਾ ਨਾ ਜਿੱਦਾਂ 100 ਸੁਨਾਰ ਦੀ ਤੇ 1 ਲੋਹਾਰ ਦੀ, ਇਹ ਉਹ ਉਦਾਹਰਨ ਆ। ਰੈਪਚਰ ਤੋਂ ਬਾਅਦ ਪੂਰਾ ਫੁੱਲ ਫਾਰਮ 'ਚ ਖੁੱਲ੍ਹਾ। ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਆਗਮਨ ਦੇ ਵੇਲੇ ਇਸਰਾਇਲ ਦੇ ਉੱਤੇ ਪ੍ਰਗਟ ਹੋਵੇਗਾ, ਉਦੋਂ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਜਾਵੇਗਾ, ਵਿਰੋਧੀ ਮਸੀਹ ਦੇ ਅੰਦਰੋਂ ਇਹਨੂੰ ਕੱਢ ਕੇ ਤੇ ਅਥਾਹ ਕੁੰਡ ਦੇ ਵਿੱਚ ਸੁੱਟਿਆ ਜਾਵੇਗਾ। ਤੇ ਉਹਦੇ ਨਾਲ ਨਾਲ ਵਿਰੋਧੀ ਮਸੀਹ ਤੇ ਉਹ ਝੂਠਾ ਜਿਹੜਾ ਦਰਿੰਦਾ ਸੀ ਨਾ, ਉਹ ਦੋਨੋਂ ਜਿਹੜੇ ਆ ਉਹ ਆਲਰੇਡੀ ਅੱਗ ਦੀ ਝੀਲ ਦੇ ਵਿੱਚ ਸੁੱਟੇ ਜਾਣਗੇ। ਲੇਕਿਨ ਇਹਨੂੰ ਨਹੀਂ ਸੁੱਟਿਆ ਜਾਵੇਗਾ, ਇਹਨੂੰ ਅਥਾਹ ਕੁੰਡ ਦੇ ਵਿੱਚ ਕੈਦ ਕੀਤਾ ਜਾਵੇਗਾ। ਇਹ ਅਥਾਹ ਕੁੰਡ ਦੇ ਵਿੱਚ ਕੈਦ ਕਰਕੇ ਇਹਨੂੰ ਜਿੰਨੀ ਦੇਰ ਤੱਕ ਪ੍ਰਭੂ ਯਿਸੂ ਮਸੀਹ ਇਸ ਧਰਤੀ ਦੇ ਉੱਤੇ 1000 ਸਾਲ ਤੱਕ ਦਾ ਰਾਜ ਸਥਾਪਿਤ ਕਰੇਗਾ, ਉਨੀ ਦੇਰ ਇਹਨੂੰ ਅਥਾਹ ਕੁੰਡ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਜਾਵੇਗਾ। ਸੋ ਇਹ ਦੂਸਰੇ ਆਗਮਨ ਦੀ ਅਸੀਂ ਉਸ ਪ੍ਰਤੀਕਿਰਿਆ ਨੂੰ ਦੇਖਦੇ ਹਾਂ, ਉਸ ਕੰਮ ਨੂੰ ਦੇਖਦੇ ਹਾਂ। ਉਸ ਕੰਮ ਦੇ ਵਿੱਚ 2 ਹਿੱਸੇ ਸਾਡੇ ਕੋਲ ਸਾਹਮਣੇ ਆ ਗਏ। ਉਸ ਤੋਂ ਬਾਅਦ ਹੁਣ ਅਸੀਂ ਦੁਆ ਕਰਨ ਲੱਗੇ ਹਾਂ। ਸਮਝੋ, ਪਹਿਲਾ ਰੈਪਚਰ ਤੋਂ ਬਾਅਦ ਇਹਨੂੰ ਫੁੱਲ ਇਖਤਿਆਰ ਦੇ ਕੇ ਖੁੱਲ੍ਹਾ ਛੱਡਿਆ ਜਾਵੇਗਾ, ਜੋ ਮਰਜ਼ੀ ਕਰੇ। ਉਹਦੇ ਵਿੱਚ ਕੋਈ ਵਿਘਨ ਪਾਉਣ ਵਾਲੀ ਕੰਮ ਹੋਣਾ ਹੀ ਨਹੀਂ ਹੈ। ਉਹਦੇ ਵਿੱਚ ਜਿਹੜਾ ਬਚ ਗਿਆ ਬਚ ਗਿਆ, ਜਿਹੜਾ ਭੱਜ ਗਿਆ ਭੱਜ ਗਿਆ, ਜਿਹੜਾ ਮਾਰਿਆ ਗਿਆ ਮਾਰਿਆ ਗਿਆ, ਜਿਹੜਾ ਝੁਕ ਗਿਆ ਝੁਕ ਗਿਆ, ਜਿਹੜਾ ਚੁੱਕਿਆ ਗਿਆ ਤੇ ਚੁੱਕਿਆ ਗਿਆ। ਮਤਲਬ ਕਹਿਣ ਦਾ ਭਾਵ 'ਚ ਸਾਰਾ ਟੋਟਲ ਹੀ ਹੈ ਰੈਪਚਰ ਤੋਂ ਬਾਅਦ ਦੇ ਸਮੇਂ ਦੇ ਵਿੱਚ। ਲੇਕਿਨ ਜਿੱਦਾਂ ਹੀ ਪ੍ਰਭੂ ਯਿਸੂ ਮਸੀਹ ਦਾ ਦੂਸਰਾ ਆਗਮਨ ਧਰਤੀ ਦੇ ਉੱਤੇ ਕਲੀਸਿਆ ਨੂੰ ਲੈ ਕੇ ਆਉਂਦਾ ਨਾ, ਜਦੋਂ ਪ੍ਰਭੂ ਯਿਸੂ ਮਸੀਹ, ਉਦੋਂ ਸਭ ਤੋਂ ਪਹਿਲਾ ਕੰਮ ਇਹ ਕੀਤਾ ਜਾਣਾ ਆ ਵੀ ਇਹਦੇ ਸਾਰੇ ਇਖਤਿਆਰ ਨੂੰ ਵਿਰੋਧੀ ਮਸੀਹ 'ਚ ਕੱਢ ਕੇ ਤੇ ਉਹਨਾਂ ਦੋਨਾਂ ਨੂੰ ਜਿਹੜੇ ਦੂਸਰੇ ਦੇ 2 ਰੂਪ ਆ, ਉਹਨਾਂ ਨੂੰ ਚੱਕ ਕੇ ਤੇ ਅੱਗ ਤੇ ਗੰਧਕ ਦੀ ਝੀਲ 'ਚ ਸੁੱਟਿਆ ਜਾਵੇਗਾ ਤੇ ਇਹਨੂੰ ਅਥਾਹ ਕੁੰਡ ਦੇ ਵਿੱਚ ਕੈਦ ਕੀਤਾ ਜਾਵੇਗਾ। ਤੇ ਫਿਰ ਧਰਤੀ ਦੇ ਉੱਤੇ ਜਿਹੜਾ ਉਹਨੇ ਸਮੇਂ ਦੇ ਲਈ ਪਾਪ ਜਿਹੜਾ ਆ, ਸਮਝ ਲਓ ਇੱਕ ਤਰ੍ਹਾਂ ਕੈਦ ਕਰਕੇ ਰੱਖ ਦਿੱਤਾ ਜਾਵੇਗਾ। ਕਿਉਂਕਿ ਪਾਪ ਦਾ ਪਿਓ ਜਦੋਂ ਕੈਦ ਹੋ ਗਿਆ ਤੇ ਉਹਦੇ ਨਾਲ ਸਭ ਕੁਝ ਹੀ ਕੈਦ ਆ।
ਬਾਵਜੂਦ ਇਹਦੇ ਜਦੋਂ ਇਹ ਕੈਦ ਆ ਥਾਂ ਕੁੰਡ ਦੇ ਵਿੱਚ ਆ ਤੇ ਆਜ਼ਾਦ ਮਰਜ਼ੀ ਫਿਰ ਲੋਕਾਂ ਦੇ ਕੋਲ ਆ ਤੇ ਆਜ਼ਾਦ ਮਰਜ਼ੀ ਨੂੰ ਇਖਤਿਆਰ ਕਰਕੇ ਉਸ ਸਮੇਂ ਦੇ ਵਿੱਚ ਵੀ ਲੋਕ ਉਹਦੇ ਸ਼ਿਕਾਰ ਹੋ ਕੇ ਫਿਰ ਵੀ ਗਲਤੀਆਂ ਕਰਨਗੇ ਤੇ ਉਹਨਾਂ ਦੀਆਂ ਸਜ਼ਾਵਾਂ ਮਿਲਣਗੀਆਂ। ਉਹ ਆ ਲੋਹੇ ਦੇ ਡੰਡੇ ਦੇ ਨਾਲ ਰਾਜ ਕਰਨਾ। ਮੌਤਾਂ ਉਹਦੇ ਵਿੱਚ ਵੀ ਹੋਣਗੀਆਂ। ਉਦੋਂ 100 ਸਾਲ ਦਾ ਬੰਦਾ ਮਰੂਗਾ ਤੇ ਇਹ ਆਖਿਆ ਜਾਊਗਾ ਵੀ ਇੱਕ ਦਿਨ ਦਾ ਬੱਚਾ ਮਰ ਗਿਆ, ਕਿਉਂਕਿ ਪਰਮੇਸ਼ਵਰ ਦੀ ਕਾਊਂਟਿੰਗ ਦੇ ਵਿੱਚ ਤੇ ਇਨਸਾਨ ਦੀ ਕਾਊਂਟਿੰਗ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸੋ ਇਹ ਯਾਦ ਰੱਖਣਾ ਆ ਕਿ ਸ਼ੈਤਾਨ ਕੈਦ ਕੀਤਾ ਜਾਊਗਾ, ਲੇਕਿਨ ਆਜ਼ਾਦ ਮਰਜ਼ੀ ਦੇ ਵਿੱਚ ਬੰਦੇ ਕੋ ਫਿਰ ਵੀ ਇਖਤਿਆਰ ਹੋਊਗਾ ਸਹੀ ਤੇ ਗਲਤ ਨੂੰ ਚੁਣਨ ਦਾ। ਔਰ ਉਸ ਸਮੇਂ ਦੇ ਵਿੱਚ ਨਿਆਂ ਇਸੇ ਕਰਕੇ ਕੀਤਾ ਜਾਊਗਾ ਵੀ ਜਿਹੜਾ ਪਰਮੇਸ਼ਵਰ ਦੀ ਰਜਾ ਵਿੱਚ ਜਾਊਗਾ ਉਹ ਤੇ ਮੁਬਾਰਕ ਹੋਊਗਾ, ਜਿਹੜਾ ਰਜਾ ਵਿੱਚ ਨਹੀਂ ਹੋਊਗਾ ਫਿਰ ਉਹ ਲੋਹੇ ਦਾ ਡੰਡਾ ਖਾਊਗਾ। ਸੋ ਉਹਦੇ ਵਿੱਚ ਇਹ ਕੈਦ ਆ। ਸੈਕੰਡ ਕਮਿੰਗ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਉਹਦਾ ਕੈਦ ਆ, ਲੇਕਿਨ ਰੈਪਚਰ ਤੋਂ ਬਾਅਦ ਇਹ ਖੁੱਲਾ ਛੱਡ ਦਿੱਤਾ ਗਿਆ ਆ। ਸੋ ਇਹ ਦੋ ਫਰਕ ਜਿਹੜੇ ਆ ਸਾਨੂੰ ਸਮਝਣ ਦੇ ਲਈ ਕਾਫੀ ਹੱਦ ਤੱਕ ਹੀ ਐਂਡ ਆ। ਇਹ ਇਸ ਤੋਂ ਅੱਗੇ ਕੁਛ ਨਹੀਂ ਆ। ਔਰ ਇਹਦਾ ਰੈਫਰੈਂਸ ਅਸੀਂ ਦੇਖ ਲੈਂਦੇ ਆ ਪ੍ਰਕਾਸ਼ਿਤ ਵਾਕਿਆ 20 ਅਧਿਆय ਉਹਦੀ 3 ਵਰਸ। ਔਰ ਉਸੇ ਅਥਾਹ ਕੁੰਡ में डालकर ਬੰਦ ਕਰ ਦਿਆ। ਇਹ ਅਥਾਹ ਕੁੰਡ ਜਿਹੜਾ ਆ ਇਹ ਅੱਗ ਤੇ ਗੰਧਕ ਦੀ ਝੀਲ ਨਹੀਂ ਆ। ਇਹਨੂੰ ਕੈਦ ਕਰਨ ਦੀ ਇੱਕ ਜਗ੍ਹਾ ਆ ਜਿੱਥੇ ਇਹਨੂੰ ਕੈਦ ਕੀਤਾ ਗਿਆ ਆ। ਬੰਦ ਕਰ दिया गया और उस पर मोहर कर दी गई कि वह 1000 वर्ष के पूरे होने तक जाति जाति के लोगों को फिर ना भरमाए। होने थे लफ्ज की आया फिर ना भरमाए। ਇਹਨੂੰ ਕੈਦ ਕੀਤਾ ਗਿਆ ਕਿ ਫਿਰ ਨਾ ਭਰਮਾਵੇ। ਇਹਦਾ ਮਤਲਬ ਜਦੋਂ ਪਹਿਲਾਂ ਛੱਡਿਆ ਗਿਆ ਸੀ ਤੇ ਉਹ ਛੱਡਣ ਵਾਲਾ ਵੀ ਕੌਣ ਸੀਗਾ? ਜਿਹੜਾ ਇਹਨੂੰ ਕੈਦ ਕਰਨ ਵਾਲਾ ਆ ਉਹੋ ਹੀ ਇਹਨੂੰ ਛੱਡਣ ਵਾਲਾ ਆ। ਅਗਰ ਉਹ ਚਾਹਵੇ ਨਾ ਤੇ ਇਹਦੀ ਜ਼ਰੂਰਤ ਨਹੀਂ ਆ 1 ਇੰਚ ਵੀ ਇੱਧਰ ਉੱਧਰ ਹਿੱਲ ਸਕੇ ਜੇ ਤੋਂ ਦੁਨੀਆ ਖੌਫ ਖਾਂਦੀ ਹੈ। ਇਹ ਨੁਕਸਾਨ ਉਹਨਾਂ ਦੇ ਕਰ ਸਕਦਾ ਹੈ ਜਿਹੜੇ ਉਹਦੇ ਲਹੂ ਦੇ ਵਿੱਚ ਛੁਪੇ ਹੋਏ ਨਹੀਂ ਆ। ਜਿਹੜੇ ਉਹਦੇ ਲਹੂ 'ਚ ਛੁਪੇ ਹੋਏ ਆ ਉਹਨਾਂ ਦੇ ਲਈ ਇਹਦਾ ਵਜੂਦ ਕੁਛ ਵੀ ਨਹੀਂ है। सो देखते हैं उसे अथाह कुंड में डालकर बंद कर दिया और उस पर मोहर कर दी गई कि वह 1000 वर्ष के पूरे होने तक जाति जाति के लोगों को फिर ना बनवाए। इसके बाद अवश्य है कि थोड़ी देर के लिए फिर खोला जाए। ਇਹ 1000 वर्ष ਦਾ ਸਮਾਂ ਜਦੋਂ ਪੂਰਾ ਹੋਣਾ ਉਦੋਂ ਫਿਰ ਇਹਨੂੰ ਥੋੜੀ ਦੇਰ ਦੇ ਲਈ ਖੋਲਿਆ ਜਾਣਾ ਹੈ। ਹਾਲੇਲੂਇਆ। ਔਰ ਫਿਰ ਉਸ ਤੋਂ ਬਾਅਦ ਤੇ ਅਸੀਂ ਦੇਖਦੇ ਹਾਂ ਦੁਨੀਆ ਦਾ ਅੰਤ ਆ। ਉਸ ਬਾਅਦ ਚ ਅੱਗੇ ਜਾ ਕੇ ਦੇਖਾਂਗੇ। ਫਿਲਹਾਲ ਜੇ ਅਸੀਂ ਰੈਪਚਰ ਦੇ ਵਿੱਚ ਤੇ ਆਗਮਨ ਦੇ ਵਿੱਚ ਫਰਕ ਦੇਖ ਰਹੇ ਹਾਂ। ਫਾਈਨਲ ਗੱਲ, ਦੁਲਹਨ ਜਿਹੜੀ ਆ ਉਹਦੇ ਲਈ ਰੈਪਚਰ ਲਈ ਕੋਈ ਚਿੰਨ੍ਹ ਨਹੀਂ ਦਿੱਤਾ ਗਿਆ ਜਿੱਦਾਂ ਅਸੀਂ ਸਵੇਰੇ ਦੇਖਿਆ ਸੀ। ਰੈਪਚਰ ਦੇ ਵਾਸਤੇ ਕੋਈ ਚਿੰਨ੍ਹ ਨਹੀਂ ਹੈ। ਦੁਲਹਨ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਗਿਆ। ਇਸਰਾਇਲ ਨੂੰ ਚਿੰਨ੍ਹ ਦਿੱਤਾ ਗਿਆ ਆ ਕੁਛ ਇੱਦਾਂ ਦੇ ਕੰਮ ਹੁੰਦੇ ਦੇਖੋਗੇ ਤੇ ਸਮਝ ਲਓ ਇੱਦਾਂ ਆ। ਲੇਕਿਨ ਦੁਲਹਨ ਦੇ ਲਈ ਕੋਈ ਚਿੰਨ੍ਹ ਨਹੀਂ ਆ। ਅਸੀਂ ਇਸ ਟਾਈਮ ਗੱਲ ਕਰਦੇ ਹਾਂ ਤੇ ਇਸ ਟਾਈਮ ਵੀ ਹੋ ਸਕਦਾ ਜਦੋਂ ਚੇਤੇ 'ਚ ਨਹੀਂ ਹੈ। ਹੋ ਸਕਦਾ ਸਾਡੀ ਅੱਜ ਦੀ ਰਾਤ ਇਸ ਧਰਤੀ ਦੇ ਉੱਤੇ ਆਖਰੀ ਰਾਤ ਹੋਵੇ, ਇਸ ਲਈ ਕਿ ਦੁਲਹਨ ਨੂੰ ਕੋਈ ਚਿੰਨ੍ਹ ਦਿੱਤਾ ਨਹੀਂ ਗਿਆ। ਦੁਲਹਨ ਦੇ ਕੰਨ ਦੇ ਵਿੱਚ ਜਦੋਂ ਲਲਕਾਰੇ ਦੀ ਆਵਾਜ਼ ਪੈਣੀ ਨਾ ਤੇ ਜਦੋਂ ਇਹਨੇ ਦੇਖਣਾ ਆਪਣੇ ਨੂੰ ਮੈਂ ਤਾਂ ਹੋ ਰਿਹਾ ਹੀ ਨਹੀਂ ਤੇ ਉਦੋਂ ਇਹਨੂੰ ਪਤਾ ਲੱਗਣਾ ਹੈ ਤੇ ਅਚਾਨਕ ਬਦਨਾਂ ਉੱਤੇ ਉਠਾਇਆ ਜਾਣਾ ਹੈ। ਇਹਦੇ ਲਈ ਇਹ ਸ਼ਬਦ ਹੈ। ਇਹਦੇ ਲਈ ਕੋਈ ਚਿੰਨ੍ਹ ਨਹੀਂ ਹੈ। ਲੇਕਿਨ ਦੂਸਰੇ ਪਾਸੇ ਦੂਸਰੇ ਆਗਮਨ ਦੇ ਲਈ ਉਹਨਾਂ ਨੂੰ ਕੋਈ ਚਿੰਨ੍ਹ ਦਿੱਤਾ ਕਿ ਨਹੀਂ ਦਿੱਤਾ ਇਹ ਫਰਕ ਦੱਸਦਾ ਆ। ਸਾਡੇ ਲਈ ਕੋਈ ਵੀ ਚਿੰਨ੍ਹ ਨਹੀਂ ਆ, ਲੇਕਿਨ ਦੂਸਰੇ ਆਗਮਨ ਤੋਂ ਪਹਿਲਾਂ ਚਿੰਨ੍ਹ ਹੋਣਗੇ। ਵਚਨ ਇਸ ਚੀਜ਼ ਦੇ ਬਾਰੇ ਮੋਹਰ ਲਾਉਂਦਾ ਹੈ। ਮੱਤੀ ਦੀ ਅੰਜੀਲ 24 ਅਧਿਆਏ ਉਹਦੀ 24 ਵਰਸ। क्योंकि झूठे मसीह झूठे भविष्यवक्ता उठ खड़े होंगे और बड़े चिन्ह और अद्भुत काम दिखाएंगे कि यदि हो सके तो चुने हुओं को भी बरमा दें। और उस तो बाद असीं देखते हैं यसु मसीह ने अंजीर दे पेड़ दे नाल भी तुलना करके सारा कुछ समझा दिता है कि दूसरे आगमन दे बहुत सारे चिन्ह साडे सामने आउंदे आ, लेकिन रैप्चर का कोई भी चिन्ह साडे सामने नहीं आता क्योंकि चोर दी नाई आने वाला है। सो प्यारे जीजो, साडे लिए किसी वक्त भी आ सकता है। साडे लिए कोई चिन्ह नहीं है। किते भुलेखे विच मारे ना जाइयो, किते अपनी दौड़ नूं खराब ना कर लियो, किते जिंदगी का ताज साडे हथों खोया ना जाए। वचन च लिखा जिहड़ा खड़ा है वो स्थिर रहे, किते डिग ना पवे। सो जिहड़ा डिग्या होया है उठन की कोशिश करे। सो यही साडे लिए खुदा का पैगाम है। खुदा तुहानूं सारिआं नूं बहुत बहुत आशीष देवे। अगले हिस्से नूं असीं कल विस्तार दे नाल देखांगे। तद तक दे लई तुसीं सब दुआवां दे विच याद रखना। और आओ असीं हुण दुआ करके अपने अज दे इस प्रोग्राम नूं
ਰੁਕਦੇ ਹਾਂ ਇੱਥੇ। ਪਿਆਰੇ ਖੁਦਾਵੰ ਖੁਦਾ, ਤੇਰਾ ਧੰਨਵਾਦ ਕਰਦੇ ਹਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ, ਤੇਰੇ ਵੱਡੇ ਔਰ ਨੇਕ ਵਾਅਦਿਆਂ ਦੇ ਵਾਸਤੇ। ਖੁਦਾਵੰਦ ਤੁਸੀਂ ਆਪਣੇ ਅੱਜ ਵਚਨ ਦੇ ਦੁਆਰਾ ਸਾਨੂੰ ਹੋਰ ਸਿੱਖਣ ਦਾ ਮੌਕਾ ਦਿੱਤਾ, ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਜੋ ਤੇਰੇ ਲੋਕਾਂ ਨੇ ਸਿੱਖਿਆ ਖੁਦਾਵੰਦ ਉਹਨਾਂ ਦੇ ਦਿਲਾਂ 'ਚ ਵੱਸ ਜਾਏ, ਔਰ ਸਿਰਫ ਸਿੱਖਣ ਵਾਲੇ ਨਹੀਂ ਬਲਕਿ ਖੁਦਾਵੰਦ ਜੋ ਕੁਝ ਸਿੱਖਿਆ ਹੈ ਉਹਨੂੰ ਲੋਕਾਂ ਤੱਕ ਸ਼ੇਅਰ ਕਰਨ ਵਾਲੇ ਹੋਣ, ਲੋਕਾਂ ਤੱਕ ਦੱਸਣ ਵਾਲੇ ਹੋਣ, ਔਰ ਅੱਗਿਓਂ ਲੋਕਾਂ ਨੂੰ ਤਿਆਰ ਕਰਨ ਵਾਲੇ ਹੋਣ। ਜਿੱਦਾਂ ਕਿ ਅਸੀਂ ਵਚਨ ਦੇ ਵਿੱਚ ਪ੍ਰਕਾਸ਼ਿਤ ਵਾਕਿਆ 12 ਅਧਿਆਇ ਦੀ 3-4 ਵਰਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਦੁਲਹਨ ਜਿਹੜੀ ਆ ਉਹ ਦੁਲਹਨ ਨੂੰ ਜਨਮ ਦੇ ਰਹੀ ਸੀ। ਇਹ ਉਹ ਮੌਕਾ ਆ ਜਦੋਂ ਦੁਲਹਨ ਨੂੰ ਜਨਮ ਦੇ ਰਹੀ ਆ। ਵਿਰੋਧੀ ਅਜੇ ਵੀ ਕੰਮ ਕਰ ਰਿਹਾ ਕਿ ਦੁਲਹਨ ਨੂੰ ਜਨਮ ਨਾ ਦੇਵੇ, ਪਰ ਤੇਰਾ ਫਜ਼ਲ ਅਗਰ ਤੇਰੇ ਲੋਕਾਂ ਤੇ ਬਣਿਆ ਰਵੇ ਤੇ ਹੋਰ ਲੋਕ ਵੀ ਪੈਦਾ ਹੋ ਸਕਦੇ ਹਨ ਖੁਦਾਵੰਦ। ਇਸ ਤੋਂ ਪਹਿਲਾਂ ਕਿ ਉਹ ਧਰਤੀ ਉੱਤੇ ਗਿਰਾ ਦਿੱਤਾ ਜਾਵੇ ਔਰ ਦੁਲਹਨ ਉਠਾ ਲਈ ਜਾਵੇ, ਖੁਦਾਵੰਦ ਕਿਰਪਾ ਕਰੋ ਉਸ ਸਮੇਂ ਤੋਂ ਪਹਿਲਾਂ ਤੁਹਾਡੇ ਲੋਕ ਤਿਆਰ ਹੋਣ ਔਰ ਤੁਹਾਡੀ ਦੁਲਹਨ ਦੇ ਵਿੱਚ ਸ਼ਾਮਲ ਹੋ ਸਕਣ। ਖੁਦਾਵੰਦ ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ ਦਿੰਦੇ ਆ, ਤੁਹਾਡੀ ਨੇਕ ਮਰਜ਼ੀ ਨੂੰ ਮੰਗ ਲੈਂਦੇ ਆ। ਖੁਦਾਵੰਦ ਜਿੰਨੇ ਵੀ ਲੋਕਾਂ ਨੇ ਪ੍ਰਾਰਥਨਾ ਕਰਨ ਵਾਸਤੇ ਕਿਹਾ, ਸਭਨਾਂ ਨੂੰ ਯਾਦ ਕਰਦੇ ਹੋਏ ਇੱਕ ਇੱਕ ਜ਼ਿੰਦਗੀ ਦੇ ਉੱਤੇ ਤੇਰਾ ਰਹਿਮ ਚਾਹੁੰਦੇ ਆ, ਤੇਰੇ ਤਖਤ ਦੇ ਅੱਗੇ ਇੱਕ ਇੱਕ ਨੂੰ ਪੇਸ਼ ਕਰਦੇ ਆ। ਖੁਦਾਵੰਦ ਸਾਰੀਆਂ ਜ਼ਰੂਰਤਾਂ ਤੋਂ, ਉਹਨਾਂ ਦੀਆਂ ਪਰੇਸ਼ਾਨੀਆਂ ਬਿਮਾਰੀਆਂ ਤੋਂ, ਦੁੱਖ ਤਕਲੀਫਾਂ ਤੋਂ ਤੁਸੀਂ ਵਾਕਫ ਹੋ। ਖੁਦਾਵੰਦ ਆਪਣੇ ਲੋਕਾਂ ਦੇ ਉੱਤੇ ਆਪਣੇ ਰਹਿਮ ਨੂੰ ਬਣਾਈ ਰੱਖੋ ਖੁਦਾਵੰਦ। ਔਰ ਖਾਸ ਕਰਕੇ ਤੇਰੇ ਲੋਕ ਪਵਿੱਤਰਤਾਈ ਨੂੰ ਫੜੀ ਰੱਖਣ ਖੁਦਾਵੰਦ, ਧਾਰਮਿਕਤਾ ਨੂੰ ਸਿੱਧ ਕਰਦੇ ਹੋਏ ਤੇਰੇ ਰਾਜ ਦੇ ਅਧਿਕਾਰੀ ਬਣ ਸਕਣ। ਕਿਰਪਾ ਕਰੋ, ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ ਆਮੀਨ। ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਜੀ। ਕੱਲ ਫਿਰ ਅਸੀਂ ਇਸੇ ਸੇਮ ਵਕਤ ਦੇ ਉੱਤੇ ਖੁਦਾ ਦੇ ਫਜ਼ਲ ਰਿਹਾ, ਅਗਰ ਉਹਦੀ ਆਮਦ ਦੂਰ ਰਿਹਾ ਤੇ ਕੱਲ ਅਸੀਂ ਫਿਰ ਇਸੇ ਵਿਸ਼ੇ ਨੂੰ ਲੈ ਕੇ ਅੱਗੇ ਵਧਾਂਗੇ। ਔਰ ਤਦ ਤੱਕ ਸਾਰਿਆਂ ਦੇ ਨਾਲ ਹੋਵੇ ਖੁਦਾਵੰਦ। ਔਰ ਇਹ ਸਾਡੇ ਉਹਦੇ ਅੱਗੇ ਦੁਆ ਆ। ਔਰ ਟਾਈਮ ਸੇਮ ਆ, ਨਿਊਯਾਰਕ ਟਾਈਮ ਜਿਹੜਾ ਆ ਉਹ 10 ਵਜੇ ਦਾ ਰਾਤ ਦਾ ਆ, ਔਰ ਇੰਡੀਆ ਦਾ ਟਾਈਮ ਸਵੇਰੇ 7:30 ਵਜੇ ਆ। ਖੁਦਾ ਤੁਹਾਡੇ ਨਾਲ ਹੋਵੇ, ਸਾਰਿਆਂ ਨੂੰ ਜੈ ਮਸੀਹ।